ऑन करो वीडियो। कुछ भी बोल रहे हो चल नहीं हेलो गुड मॉर्निंग सर। गुड मॉर्निंग सर। गुड मॉर्निंग गुड मॉर्निंग सर। गुड मॉर्निंग गुड मॉर्निंग सर। सत श्री अकाल जी। सत श्री अकाल सत श्री अकाल। हाँ जी, टुडे वी विल डिस्कस एग्जामिनेशन पेपर नंबर 1 स्टैंडिंग ऑर्डर नंबर 7। पेपर नंबर 1 स्टैंडिंग ऑर्डर नंबर 7। स्टैंडिंग ऑर्डर नंबर 7 की है जी, ਅਸਾਈਨਮੈਂਟ ਆਫ ਲੈਂਡ ਰੈਵਨਿਊ ਐਂਡ ਨੌਨ ਸਰਵਿਸ ਪੈਨਸ਼ਨਸ। ਅਸਾਈਨਮੈਂਟ ਆਫ ਲੈਂਡ ਰੈਵਨਿਊ ਕੀ ਹੁੰਦਾ ਹੈ? ਤੁਸੀਂ ਦੇਖਦੇ ਹੋ ਸਾਰੇ ਰੈਵਨਿਊ ਰਿਕਾਰਡ ਦੇ ਵਾਕਫ ਹੋ ਚੰਗੀ ਤਰ੍ਹਾਂ, ਤੁਹਾਡੇ ਨਕਸ਼ੇ ਵੀ ਬਣਦੇ ਹੈ, ਠੀਕ ਹੈ। ਤੇ ਜਗੀਰਦਾਰਾਂ ਬਾਰੇ ਸੁਣਿਆ, ਸਾਰਿਆਂ ਨੂੰ ਪਤਾ ਹੈ ਜਗੀਰਦਾਰ ਕੀ ਹੁੰਦਾ ਹੈ। ਜਗੀਰਦਾਰ ਨੂੰ ਜਿਹੜਾ ਲਾਈਨ ਰੈਵਨਿਊ ਹੈਗਾ ਅਸਾਈਨ ਕੀਤਾ ਹੁੰਦਾ ਹੈ, 1 ਪਿੰਡ ਦਾ, 2 ਪਿੰਡ ਦਾ, 3 ਪਿੰਡ ਦਾ, ਜਾਂ ਫਿਰ ਕੁਝ ਜਿਹੜੇ ਆਫੀਸਰ ਜਾਂ ਕੋਈ ਕਿਸੇ ਨੇ ਫੌਜ ਦੇ ਵਿੱਚ ਕੋਈ ਬਹਾਦਰੀ ਦਾ ਕੰਮ ਕੀਤਾ ਹੈ ਤਾਂ ਸਟੇਟ ਗਵਰਨਮੈਂਟ ਉਹਨੂੰ, ਸੈਂਟਰਲ ਗਵਰਨਮੈਂਟ ਉਸਨੂੰ ਕੋਈ ਇਨਾਮ ਦੇਣਾ ਚਾਹੁੰਦੀ ਹੋਵੇ ਤਾਂ ਸੈਂਟਰਲ ਗਵਰਨਮੈਂਟ ਵੱਲੋਂ ਸਟੇਟ ਗਵਰਨਮੈਂਟ ਸੈਕਟਰੀ ਰੈਵਨਿਊ FCR ਨੂੰ ਜਾਂ ਚੀਫ ਸੈਕਟਰੀ ਆਫ ਦਾ ਸਟੇਟ ਨੂੰ ਮਤਲਬ ਕਿ ਇੱਕ ਆਰਡਰ ਬਣਾ ਕੇ ਭੇਜਿਆ ਜਾਂਦਾ ਹੈ ਸੈਂਟਰਲ ਗਵਰਨਮੈਂਟ ਦੇ ਡਿਪਾਰਟਮੈਂਟ ਆਫ ਮਿਲਟਰੀ ਵੱਲੋਂ ਵੀ ਇਹ ਜਿਹੜਾ ਪਾਰਟੀਕੂਲਰ ਪਰਸਨ ਹੈਗਾ, ਇਸ ਨੂੰ ਜਿਹੜੀ ਸਰਕਾਰ ਹੈਗੀ ਹੈ, ਸਰਕਾਰ ਦੀ ਮਨਸ਼ਾ ਵੀ ਇਸ ਨੂੰ ਆਰਡਰ ਕੀਤਾ ਜਾਂਦਾ ਵੀ ਇਸ ਨੂੰ ਜਿਹੜੀ ਹੈਗੀ ਹੈ ਕੋਈ ਜਗੀਰ ਲਗਾਈ ਜਾਵੇ। ਜਗੀਰ ਇਨ ਦਾ ਸ਼ੇਪ ਕੁਝ ਪਿੰਡਾਂ ਦਾ ਮਾਮਲਾ ਵੀ ਹੋ ਸਕਦਾ ਹੈ, ਜਾਂ ਜਗੀਰ ਕੁਛ ਉਸਨੂੰ 5 ਏਕੜ 7 ਏਕੜ 10 ਏਕੜ ਜਿਹੜੀ ਜ਼ਮੀਨ ਹੈ ਉਹ ਵੀ ਅਲਾਟ ਕੀਤੀ ਜਾ ਸਕਦੀ ਹੈ, ਸਾਈਨ ਕੀਤੀ ਜਾ ਸਕਦੀ ਹੈ, ਜਾਂ ਉਸਨੂੰ ਕੋਈ ਪਾਰਟੀਕੂਲਰ ਜਿਹੜੀ ਪੈਨਸ਼ਨ ਹੈਗੀ ਹੈ ਉਹ ਵੀ ਲਗਾਈ ਜਾ ਸਕਦੀ ਹੈ। ਪਾਰਟੀਕੂਲਰ ਜਿਹੜਾ ਪੈਨਸ਼ਨ ਦਾ ਮਾਮਲਾ ਹੈਗਾ ਉਹ ਸੈਂਟਰਲ ਗਵਰਨਮੈਂਟ ਦੇ ਜਿਹੜੇ ਡਿਪਾਰਟਮੈਂਟ ਹੈਗੇ ਉਹ ਆਪਣੇ ਪੱਧਰ ਤੇ ਦੇਖਦੇ ਨੇ, ਪਰ ਜਿੱਥੇ ਤੱਕ ਲੈਂਡ ਰੈਵਨਿਊ ਦੀ ਅਸਾਈਨਮੈਂਟ ਦੀ ਗੱਲ ਆਉਂਦੀ ਹੈ, ਲੈਂਡ ਰੈਵਨਿਊ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਕਲੈਕਟਰ ਆਫ ਦਾ ਡਿਸਟ੍ਰਿਕਟ ਨਹੀਂ ਦੇਖਣਾ ਹੁੰਦਾ ਹੈ। ਜਦੋਂ ਕਿਸੇ ਨੂੰ ਜਿਹੜੀ ਅਸਾਈਨਮੈਂਟ ਕੀਤੀ ਜਾਂਦੀ ਹੈ, ਚਾਹੇ ਉਹ ਲੈਂਡ ਰੈਵਨਿਊ ਦੀ ਅਸਾਈਨਮੈਂਟ ਕੀਤੀ ਗਈ ਹੋਵੇ, 1 2 ਜਾਂ 4 ਪਿੰਡਾਂ ਦੀ ਅਸਾਈਨਮੈਂਟ ਕੀਤੀ ਗਈ ਹੋਵੇ, ਜਾਂ ਫਿਰ ਉਸਨੂੰ ਕੋਈ ਜ਼ਮੀਨ ਜਿਹੜੀ ਗ੍ਰਾਂਟ ਵਿੱਚ ਦਿੱਤੀ ਗਈ ਹੋਵੇ। ਅਲਾਟ ਹੋਣਾ ਹੋਰ ਚੀਜ਼ ਹੈ, ਜ਼ਮੀਨ ਨੂੰ ਗ੍ਰਾਂਟ ਵਿੱਚ ਦੇਣਾ ਕਿਸੇ ਨੂੰ ਐਜ਼ ਅ ਰਿਵਾਰਡ, ਤਾਂ ਉਹ ਜਿਹੜੇ ਹੈਗੇ ਟੌਪਿਕ ਸਾਰੇ ਇਸ ਸੈਕਸ਼ਨ ਦੇ ਵਿੱਚ ਅਸੀਂ ਪੜ੍ਹਾਂਗੇ। ਇਹਦਾ ਮੇਨ ਟੌਪਿਕ ਕੀ ਹੈ? ਅਸਾਈਨਮੈਂਟ ਆਫ ਲੈਂਡ ਰੈਵਨਿਊ ਐਂਡ ਨੌਨ ਸਰਵਿਸ ਪੈਨਸ਼ਨਸ। ਨੌਨ ਸਰਵਿਸ ਪੈਨਸ਼ਨਸ ਕਿਹੜੀਆਂ ਹੁੰਦੀਆਂ ਨੇ? ਜਿਵੇਂ ਕਿ ਅਸੀਂ ਗਵਰਨਮੈਂਟ ਇੰਪਲਾਈ ਹੁੰਦੇ ਹਾਂ, ਸਾਨੂੰ ਪੈਨਸ਼ਨ ਲੱਗਦੀਆਂ ਹੈਗੀਆਂ ਨੇ, ਪਰ ਇੱਥੇ ਨੌਨ ਸਰਵਿਸ ਨਹੀਂ ਕੀਤੀ ਹੋਈ ਹੁੰਦੀ ਤਾਂ ਸਰਕਾਰ ਵੱਲੋਂ ਕੋਈ ਪੈਨਸ਼ਨ ਲਗਾਈ ਜਾਂਦੀ ਹੈ, ਜਿਵੇਂ ਕਿ ਇਨ ਦਾ ਸ਼ੇਪ ਆਫ ਅਸਾਈਨਮੈਂਟ ਆਫ ਲੈਂਡ ਰੈਵਨਿਊ। ਕੋਈ ਲੈਂਡ ਰੈਵਨਿਊ ਅਸਾਈਨ ਕਰਕੇ ਉਸਦੀ ਪੈਨਸ਼ਨ ਲਗਾ ਦਿੱਤੀ ਜਾਂਦੀ ਹੈ ਫਾਰ ਦਾ ਲਾਈਫ, ਜਾਂ ਫਿਰ 2nd ਜਨਰੇਸ਼ਨ ਤੱਕ, ਜਾਂ ਫਿਰ 3rd ਜਨਰੇਸ਼ਨ ਤੱਕ ਇਹਦੀ ਪੈਨਸ਼ਨ ਲਗਾਈ ਜਾਂਦੀ ਹੈ, ਠੀਕ ਹੈ। ਹੁਣ ਅਸੀਂ ਪੜ੍ਹਾਂਗੇ ਹੈਡ, ਇਹਦਾ ਜਿਹੜਾ ਹੈਗਾ ਸੈਕਸ਼ਨ A ਦੇ ਵਿੱਚ ਹੈਗਾ ਅਸਾਈਨਮੈਂਟ ਆਫ ਲੈਂਡ ਰੈਵਨਿਊ। ਅਸਾਈਨਮੈਂਟ ਆਫ ਲੈਂਡ ਰੈਵਨਿਊ ਕੀ ਹੈ? ਮੇ ਬੀ ਕਾਲਡ, ਇਸ ਨੂੰ ਜਗੀਰ ਵੀ ਕਹਿ ਸਕਦੇ ਹਾਂ, ਇਸ ਨੂੰ ਮਾਫੀ ਵੀ ਕਹਿ ਸਕਦੇ ਹਾਂ, ਠੀਕ ਹੈ। ਜਿਹੜੀ ਜਗੀਰ ਕਿਸੇ ਨੂੰ ਲਗਾਈ ਜਾਂਦੀ ਹੈ, ਆਪਾਂ ਦੇਖਦੇ ਹਾਂ ਵੀ 1 ਪਿੰਡ ਦੀ, 2 ਪਿੰਡ ਦੀ, ਜਦੋਂ ਕੋਈ ਮਾਮਲਾ ਇਕੱਠਾ ਹੁੰਦਾ ਹੈ, ਇਕੱਠਾ ਹੋਣ ਤੋਂ ਬਾਅਦ ਮਾਮਲਾ ਜਿਹੜਾ ਹੈਗਾ ਉਹ ਤਹਿਸੀਲ ਆਫਿਸ ਦੇ ਵਿੱਚ ਵਸਲ ਬਾਕੀ ਨਵੀਂ ਸਕੂਲੇ ਆ ਕੇ ਜਮ੍ਹਾਂ ਕਰਾਇਆ ਜਾਂਦਾ ਨੰਬਰਦਾਰਾਂ ਵੱਲੋਂ। ਤਾਂ ਉਸ ਤੋਂ ਬਾਅਦ ਇੱਕ ਰਜਿਸਟਰ ਜਗੀਰ ਲੱਗਿਆ ਹੁੰਦਾ ਹੈ, ਉਸ ਜਗੀਰ ਰਜਿਸਟਰ ਦੇ ਵਿੱਚ ਐਂਟਰੀ ਪਾ ਕੇ ਕੰਸਰਨਡ ਪਰਸਨ ਜਿਸ ਨੂੰ ਜਗੀਰ ਲਗਾਈ ਹੁੰਦੀ ਹੈ ਗਵਰਨਮੈਂਟ ਵੱਲੋਂ, ਕੰਸਰਨਡ ਪਰਸਨ ਨੂੰ ਜਿਹੜੀ ਪੇਮੈਂਟ ਹੈਗੀ ਆਨ ਦਾ ਬਿਹਾਫ ਆਫ ਤਹਿਸੀਲਦਾਰ
ਵਸਲ ਵਾਕੀ ਵੱਲੋਂ ਪੇ ਕਰ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਲੈਂਡ ਰੈਵਨਿਊ ਹੁੰਦਾ ਹੈ, ਕਿਸੇ ਦੀ ਜਿਹੜੀ ਜ਼ਮੀਨ ਹੁੰਦੀ ਹੈ, ਕਿਸੇ ਦੀ ਆਪਦੀ ਮਾਲਕੀ ਹੁੰਦੀ ਹੈ, ਉਹਦਾ ਜਿਹੜਾ ਲੈਂਡ ਰੈਵਨਿਊ ਹੈਗਾ ਉਹਨੂੰ ਇਸੇ ਤਰੀਕੇ ਨਾਲ ਉਸਨੂੰ ਕੋਈ ਜ਼ਮੀਨ ਉਸਨੂੰ ਅਸਾਈਨਮੈਂਟ ਕਰਨ ਦੇ ਬਦਲੇ ਦੇ ਵਿੱਚ ਜੇ ਉਹਦੇ ਕੋਲੇ ਆਪਣੀ ਹੀ ਕੋਈ ਲੈਂਡ ਹੈਗੀ ਹੈ ਤਾਂ ਉਹਦੀ ਆਪਣੀ ਲੈਂਡ ਦਾ ਜਿਹੜਾ ਮਾਮਲਾ ਹੈਗਾ ਮਾਫ ਕਰ ਦਿੱਤਾ ਜਾਂਦਾ ਹੈ। ਠੀਕ ਹੈ। ਇਸੇ ਤਰੀਕੇ ਕਈ ਵੀ ਰਿਲੀਜੀਅਸ ਇੰਸਟੀਟਿਊਸ਼ਨਸ ਹੁੰਦੇ ਨੇ, ਧਾਰਮਿਕ ਅਦਾਰੇ ਹੁੰਦੇ ਨੇ, ਉਹਨਾਂ ਨੂੰ ਵੀ ਗ੍ਰਾਂਟ ਦੇਣੀ ਹੁੰਦੀ ਹੈ, ਅਸਾਈਨਮੈਂਟ ਕੀਤੀ ਜਾਂਦੀ ਹੈ ਲੈਂਡ ਰੈਵਨਿਊ ਦੀ। ਲੈਂਡ ਰੈਵਨਿਊ ਅਸਾਈਨਮੈਂਟ ਕਰਨ ਦੇ ਬਦਲੇ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਆਪਣੀ ਲੈਂਡ ਹੁੰਦੀ ਹੈ ਉਹਦਾ ਹੀ ਮਾਮਲਾ ਮਾਫ ਕਰ ਦਿੱਤਾ ਜਾਂਦਾ ਹੈ। ਇਹ ਵੀ ਇਸੇ ਸੈਕਸ਼ਨ ਦੇ ਵਿੱਚ ਆ ਜਾਂਦਾ ਹੈ, ਲੈਂਡ ਅਸਾਈਨਮੈਂਟ ਆਫ ਦਾ ਲੈਂਡ ਰੈਵਨਿਊ। ਅਸਾਈਨਮੈਂਟ ਆਫ ਲੈਂਡ ਰੈਵਨਿਊ ਜ਼ਗੀਰਸ ਹੁੰਦੀਆਂ ਨੇ ਜਾਂ ਮਾਫੀਜ਼ ਹੁੰਦੀਆਂ ਨੇ। ਠੀਕ ਹੈ। ਇਹ ਅਸੀਂ ਪੜਾਂਗੇ ਸੈਕਸ਼ਨ ਤੇ ਜੀ ਆਪਾਂ ਰੂਲ ਤੇ ਹਾਂਜੀ ਕਿੰਨੇ ਸੈਕਸ਼ਨ ਤੇ ਜੀ ਅਸੀਂ ਪੜ੍ਹ ਰਹੇ ਹਾਂ ਸਟੈਂਡਿੰਗ ਆਰਡਰ ਨੰਬਰ 7। ਸਰ ਮੇਰੀ ਬੁੱਕ ਦੇ ਵਿੱਚ ਲੱਭਿਆ ਨਹੀਂ ਇੰਟਰੋਡਕਟਰੀ ਜਾਂ ਇੰਟਰੋਡਕਟਰੀ ਸਟਾਰਟਿੰਗ ਆ ਜਾਂ ਸਟਾਰਟਿੰਗ ਆ ਇੰਟਰੋਡਕਟਰੀ ਸਟਾਰਟਿੰਗ ਕੀਤੀ ਹੈ ਜੀ। ਜੇ ਆਪਾਂ ਨੇ ਇੰਟਰੋਡਕਸ਼ਨ ਹੀ ਚੱਲ ਰਹੀ ਹੈ, ਤੁਸੀਂ ਸਹੀ ਜਗ੍ਹਾ ਖੋਲੀ ਵੀ ਆਪਣੀ ਬੁੱਕ ਦੀ। ਨੇਚਰ 39 ਪੇਜ ਹੈ। ਚਲੋ ਪੇਜ ਕੋਈ ਵੀ ਹੋਵੇ ਤੁਹਾਡੇ ਕੋਲੇ, ਪੇਜ ਤਾਂ ਹਰ ਕਿਸੇ ਬੁੱਕਸ ਦੇ ਸੈਪਰੇਟ ਹੈਗੇ ਆ, ਕਿਸੇ ਕੋਲੇ ਨੋਟਸ ਨੇ, ਕਿਸੇ ਕੋਲੇ ਬੁੱਕਸ ਨੇ। ਠੀਕ ਹੈ। ਇੰਟਰੋਡਕਟਰੀ ਪਹਿਲਾਂ ਹੀ ਮੈਂ ਪੜ੍ਹ ਰਿਹਾ ਹੈਗਾ ਵੀ ਅਸਾਈਨਮੈਂਟ ਆਫ ਦਾ ਲੈਂਡ ਰੈਵਨਿਊ ਕੀ ਹੁੰਦੀ ਹੈ। ਅਸਾਈਨਮੈਂਟ ਜਿਹੜੀ ਲੈਂਡ ਰੈਵਨਿਊ ਇਸ ਨੂੰ ਅਸੀਂ ਬੋਲਦੇ ਹੈਗੇ ਆ ਵੀ ਜ਼ਗੀਰਸ ਹੁੰਦੀਆਂ ਨੇ, ਮਾਫੀਜ਼ ਹੁੰਦੀਆਂ ਨੇ। ਠੀਕ ਹੈ। ਇਹ ਅਸਾਈਨਮੈਂਟ ਆਫ ਲੈਂਡ ਰੈਵਨਿਊ ਹੋ ਜਾਂਦੀਆਂ ਨੇ ਜਦੋਂ ਕਿਸੇ ਵਿਅਕਤੀ ਨੂੰ ਜ਼ਗੀਰ ਲਗਾ ਦਿੱਤੀ ਜਾਂਦੀ ਹੈ ਐਜ ਏ ਗਵਰਨਮੈਂਟ ਦਾ। ਜਦੋਂ ਕੋਈ ਐਡਮਿਨਿਸਟ੍ਰੇਸ਼ਨ ਦੇ ਨਾਲ ਕੋਈ ਮਤਲਬ ਕਿ ਹੈਲਪ ਕਰਦਾ ਹੈ, ਸਹਾਇਤਾ ਕਰਦਾ ਹੈ, ਵੱਖ-ਵੱਖ ਵਿਸ਼ਿਆਂ ਦੇ ਉੱਪਰ ਸਰਕਾਰ ਦੀ ਸਹਾਇਤਾ ਕਰਦਾ ਹੈ ਤਾਂ ਸਰਕਾਰ ਉਸਨੂੰ ਜਿਹੜੀ ਹੈਗੀ ਜ਼ਗੀਰ ਲਗਾ ਦਿੰਦੀ ਹੈ ਤਾਂ ਕਿ ਉਹ ਸਰਕਾਰ ਦੀ ਅੱਗੇ ਉਹਨੂੰ ਵੀ ਜਿਹੜੀ ਹੈਲਪ ਕਰਦਾ ਰਹੇ, ਸਰਕਾਰ ਦੇ ਸੰਚਾਲਨ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਚੱਲੇ ਤੇ ਹਰ ਪੱਖੋਂ ਲੈਂਡ ਨੂੰ ਕਲੈਕਟ ਕਰਨ ਦੇ ਵਿੱਚ ਸਰਕਾਰ ਦੇ ਹੋਰ ਬਹੁਤ ਸਾਰੇ ਕੰਮ ਹੁੰਦੇ ਹੈਗੇ ਆ। ਪਿੰਡ ਪੱਧਰ ਤੇ ਲੈ ਕੇ ਜਾਣ ਦੀ, ਸਰਕਾਰ ਦੀਆਂ ਪਾਲਿਸੀਆਂ ਲਾਗੂ ਕਰਨ ਦੀ ਖਾਤਰ ਕੋਈ ਸਰਕਾਰ ਦੀ ਹੈਲਪ ਕਰਦਾ ਹੋਵੇ, ਅਜਿਹੇ ਕਿਸਾਂ 'ਚ ਜ਼ਗੀਰਾਂ ਲਗਾਈਆਂ ਜਾਂਦੀਆਂ ਨੇ ਜਾਂ ਫਿਰ ਮਿਲਟਰੀ ਜ਼ਗੀਰਾਂ ਲਗਾਈਆਂ ਜਾਂਦੀਆਂ ਨੇ। ਜ਼ਗੀਰਾਂ ਦੀਆਂ ਅੱਗੇ ਕਿਸਮਾਂ ਹੈਗੀਆਂ ਨੇ, ਉਹ ਆਪਾਂ ਡਿਸਕਸ ਕਰਦੇ ਹਾਂ ਹੁਣ ਜ਼ਗੀਰਸ ਕਿਹੜੀਆਂ ਹੁੰਦੀਆਂ ਨੇ। ਠੀਕ ਹੈ। ਸਬ ਡਿਵਾਈਡਡ ਇੱਕ ਤਾਂ ਹੁੰਦੀ ਹੈ ਮਿਲਟਰੀ ਰਿਵਾਰਡ ਜ਼ਗੀਰਸ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿਸੇ ਨੇ ਮਿਲਟਰੀ ਦੇ ਵਿੱਚ ਕੋਈ ਅੱਛਾ ਕੰਮ ਕੀਤਾ, ਕੋਈ ਬਹਾਦਰੀ ਦਾ ਕੰਮ ਕੀਤਾ ਹੈਗਾ, ਉਸਨੂੰ ਸੈਂਟਰਲ ਗਵਰਨਮੈਂਟ ਵੱਲੋਂ ਜਿਹੜੀ ਹੈਗੀ ਹੈ ਡਿਪਾਰਟਮੈਂਟ ਆਫ ਮਿਲਟਰੀ ਅਫੇਅਰਸ ਵੱਲੋਂ ਜਿਹੜੀ ਹੈਗੀ ਹੈ ਜ਼ਗੀਰ ਲਗਾਈ ਜਾਂਦੀ ਹੈ। ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਵੀ ਉਹ ਜਿਹੜਾ ਉਹ ਫੈਸਲਾ ਹੈਗਾ ਉਹ ਸੈਂਟਰਲ ਗਵਰਨਮੈਂਟ ਨੇ ਕਰਨਾ ਹੁੰਦਾ ਹੈ। ਸੈਂਟਰਲ ਗਵਰਨਮੈਂਟ ਜ਼ਗੀਰ ਲਗਾ ਕੇ ਆਰਡਰ ਕਰ ਦਿੰਦੀ ਹੈ ਕੰਸਰਨਡ ਕਮਿਸ਼ਨਰ ਨੂੰ ਨਾਲ ਕੰਸਰਨਡ ਕਲੈਕਟਰ ਆਫ ਦਾ ਡਿਸਟ੍ਰਿਕਟ ਜਿਸ ਏਰੀਏ 'ਚ ਉਹ ਵਿਅਕਤੀ ਜਿਹੜਾ ਰਹਿੰਦਾ ਹੁੰਦਾ ਹੈ। ਜਿੱਥੇ ਉਹ ਜ਼ਮੀਨ ਲੈਣੀ ਚਾਹੁੰਦਾ ਹੈ, ਜੇ ਕੋਈ ਜ਼ਮੀਨ ਉਸਨੂੰ ਉਹਨੂੰ ਕੋਈ ਜ਼ਮੀਨ ਦੀ ਗ੍ਰਾਂਟ ਦਿੱਤੀ ਹੈ ਜਾਂ ਕੋਈ ਲੈਂਡ ਰੈਵਨਿਊ ਅਸਾਈਨ ਕੀਤਾ ਹੈ, ਉਸ ਏਰੀਏ ਦੇ ਕਲੈਕਟਰ ਕੋਲ ਜਿਹੜਾ ਆਰਡਰ ਹੈ ਉਹ ਆ ਜਾਂਦਾ ਹੈਗਾ। ਠੀਕ ਹੈ। ਉਹ ਆਪਾਂ ਫਰਦਰ ਡਿਟੇਲ ਪੜਾਂਗੇ ਵੀ ਕਿਵੇਂ ਪ੍ਰੋਸੈਸ ਕੀ ਹੁੰਦਾ ਹੈਗਾ। ਪਹਿਲਾਂ ਅਸੀਂ ਸਬ ਡਿਵਾਈਡ ਕਰਦੇ ਹਾਂ ਇਸ ਨੂੰ, ਜਿਹੜੀਆਂ ਜ਼ਗੀਰਸ ਹੁੰਦੀਆਂ ਨੇ ਉਹ ਕਿਹੜੀਆਂ ਹੁੰਦੀਆਂ ਨੇ। ਇੱਕ ਤਾਂ ਹੁੰਦੀ ਹੈ ਮਿਲਟਰੀ ਰਿਵਾਰਡ ਗ੍ਰਾਂਟਸ। ਠੀਕ ਹੈ। ਦੂਸਰੀ ਹੁੰਦੀ ਹੈ ਸਪੈਸ਼ਲ ਜ਼ਗੀਰਸ। ਤੀਸਰੀ ਹੁੰਦੀ ਹੈ ਜ਼ਗੀਰ ਗਵਰਨਡ ਬਾਏ ਦਾ ਜ਼ਗੀਰ ਐਕਟ 1945। ਜ਼ਗੀਰ ਐਕਟ 1945 ਬਣਿਆ ਹੋਇਆ ਹੈਗਾ। ਠੀਕ ਹੈ। ਪੰਜਾਬ ਜ਼ਗੀਰ ਐਕਟ 1945 ਹੈ। ਪੰਜਾਬ ਜ਼ਗੀਰ ਐਕਟ ਦੇ 1945 ਦੇ ਤਹਿਤ ਵੀ ਜੇ ਕਿਸੇ ਵਿਅਕਤੀ ਨੂੰ ਜ਼ਗੀਰ ਲਗਾਈ ਜਾਂਦੀ ਹੈ ਇਹ ਵੀ ਇਸੇ ਪਰਿਭਾਸ਼ਾ 'ਚ ਆ ਜਾਂਦੀ ਹੈ। ਫਿਰ ਕੁਛ ਅਦਰ ਜ਼ਗੀਰਸ ਹੁੰਦੀਆਂ ਨੇ ਜਾਂ ਮਾਫੀਜ਼ ਹੁੰਦੀਆਂ ਨੇ। ਨੈਕਸਟ ਇਹ ਆਉਂਦਾ ਨੌਨ ਸਰਵਿਸ ਪੈਨਸ਼ਨਸ। ਇਹਨੂੰ ਵੀ ਅਸੀਂ ਅੱਗੇ ਸਬ ਡਿਵਾਈਡ ਕਰ ਦਿੰਦੇ ਹਾਂ। ਇਹ ਸਬ ਡਿਵਾਈਡ ਕਰਕੇ ਕਿਹੜੀਆਂ ਪੈਨਸ਼ਨ ਹੁੰਦੀਆਂ, ਜਿਹੜੀਆਂ ਨੌਨ ਸਰਵਿਸ ਪੈਨਸ਼ਨਸ ਕਿਹੜੀਆਂ ਹੁੰਦੀਆਂ ਨੇ। ਇੱਕ ਤਾਂ ਪੋਲੀਟੀਕਲ ਪੈਨਸ਼ਨ ਹੁੰਦੀਆਂ ਨੇ, ਇੱਕ ਬੇਦੀ ਐਂਡ ਸੋਢੀ ਨੂੰ ਕੋਈ ਪੈਨਸ਼ਨਾਂ ਲਗਾਈਆਂ ਜਾਂਦੀਆਂ ਨੇ। ਫਿਰ ਅੱਗੇ ਜ਼ਗੀਰ ਪੈਨਸ਼ਨ ਹੁੰਦੀਆਂ ਨੇ, ਜਿਹੜੇ ਜ਼ਗੀਰਦਾਰ ਹੁੰਦੇ ਨੇ ਜ਼ਗੀਰ ਪੈਨਸ਼ਨ ਕਹਿੰਦੇ ਉਹ ਜਿਹੜੇ ਉਹਨਾਂ ਦੇ LRs ਹੁੰਦੇ ਨੇ। ਜ਼ਗੀਰਦਾਰ ਦੀ ਡੈਥ ਹੋਣ ਤੋਂ ਬਾਅਦ ਉਹਦੇ ਵਾਰਸਾਂ ਨੂੰ ਠੀਕ ਹੈ ਕੁਝ ਪੈਨਸ਼ਨ ਲਗਾਈਆਂ ਜਾਂਦੀਆਂ ਨੇ ਮੌਤ ਹੋਣ ਉਪਰੰਤ ਜ਼ਗੀਰਦਾਰ ਦੀ, ਤਾਂ ਉਹਨੂੰ ਵੀ ਅਸੀਂ ਇਹ ਜਿਹੜੀਆਂ ਨੌਨ ਸਰਵਿਸ ਪੈਨਸ਼ਨ ਦੀ ਪਰਿਭਾਸ਼ਾ ਵਿੱਚ ਕਹਿੰਦੇ ਹੈਗੇ ਆ। ਉਹ ਨੌਨ ਸਰਵਿਸ ਪੈਨਸ਼ਨ ਦੀ ਪਰਿਭਾਸ਼ਾ 'ਚ ਕਿਹੜੀਆਂ ਆ ਗਈਆਂ, ਪੋਲੀਟੀਕਲ ਪੈਨਸ਼ਨ ਆ ਗਈਆਂ, ਬੇਦੀ ਐਂਡ ਸੋਢੀ ਪੈਨਸ਼ਨ ਆ ਗਈਆਂ, ਜ਼ਗੀਰਦਾਰਾਂ ਦੇ ਵਾਰਸਾਂ ਨੂੰ ਕੋਈ ਪੈਨਸ਼ਨ ਲਗਾਈ ਜਾਂਦੀ ਹੈ ਉਹ ਵੀ ਪੈਨਸ਼ਨ ਆ ਗਈਆਂ। ਨੈਕਸਟ ਅਸੀਂ ਪੜਾਂਗੇ ਫਿਰ ਹੁਣ ਮਿਲਟਰੀ ਰਿਵਾਰਡ ਜ਼ਗੀਰ ਕੀ ਹੁੰਦੀਆਂ ਨੇ। ਸਰ ਥੋੜਾ ਜਿਹਾ ਇੱਕ ਅੱਧਾ ਪੁਆਇੰਟ ਦੱਸਿਆ ਤਾਂ ਪੋਲੀਟੀਕਲ ਪੈਨਸ਼ਨਸ ਕਿਹੜੀਆਂ ਹੁੰਦੀਆਂ। ਪੋਲੀਟੀਕਲ ਪੈਨਸ਼ਨ ਦੇ ਬਾਰੇ ਮੈਂ ਅਜੇ ਨਹੀਂ ਸਟੱਡੀ ਕੀਤਾ ਹੈਗਾ। ਪੋਲੀਟੀਕਲ ਪੈਨਸ਼ਨ ਇਹੀ ਹੋ ਸਕਦੀਆਂ ਜਿਹੜੀਆਂ ਪੋਲੀਟੀਕਲ ਬੇਸਿਸ ਤੇ ਕੋਈ ਸਰਕਾਰ ਵੱਲੋਂ ਪੈਨਸ਼ਨ ਲਗਾਈ ਜਾਂਦੀ ਹੋਵੇ। ਪਰ ਆਪਾਂ ਜਦੋਂ ਇਸ ਹੈਡ ਨੂੰ ਪੜਾਂਗੇ ਉਸ ਵੇਲੇ ਡਿਟੇਲ ਕਰਾਂਗੇ, ਇਹਦੀ ਡਿਸਕਸ ਕਰਾਂਗੇ। ਪਰ ਇਹ ਤਾਂ ਫਿਲਹਾਲ ਇਹਨੇ ਸਬ ਡਿਵਾਈਡ ਕੀਤਾ ਹੈਗਾ। 3 ਤਰ੍ਹਾਂ ਦੀਆਂ ਪੈਨਸ਼ਨ ਹੁੰਦੀਆਂ ਨੇ, ਪੋਲੀਟੀਕਲ ਪੈਨਸ਼ਨ, ਬੇਦੀ ਐਂਡ ਸੋਢੀ ਪੈਨਸ਼ਨ ਤੇ ਜ਼ਗੀਰ ਪੈਨਸ਼ਨ। ਹੁਣ ਅਸੀਂ ਡਿਸਕਸ ਕਰਦੇ ਹਾਂ ਮਿਲਟਰੀ ਰਿਵਾਰਡ ਜ਼ਗੀਰ, ਜਿਹੜੇ ਮਿਲਟਰੀ ਦੇ ਵਿੱਚ ਰਿਵਾਰਡ ਵਜੋਂ ਕਿਸੇ ਨੂੰ ਜ਼ਗੀਰ ਦਿੱਤੀ ਜਾਂਦੀ ਹੈ। ਠੀਕ ਹੈ। ਗਵਰਨਮੈਂਟ ਆਫ ਇੰਡੀਆ ਜਿਹੜੀ ਮਿਲਟਰੀ ਡਿਪਾਰਟਮੈਂਟ ਹੈਗਾ ਇਹ ਜਿਹੜੀ ਜ਼ਗੀਰ ਦਿੱਤੀ ਜਾਂਦੀ ਹੈ ਕਿਸੇ ਮਿਲਟਰੀ ਆਫੀਸਰ ਨੂੰ ਦਿੱਤੀ ਜਾਂਦੀ ਹੈ। ਕਿਸੇ ਮਿਲਟਰੀ ਦੇ ਵਿੱਚ ਆਫੀਸਰ ਹੋਵੇ, ਕੋਈ ਮਿਲਟਰੀ ਦੇ ਵਿੱਚ ਕੋਈ
किसी भी रैंक से कोई काम करता हो, किसी ने बहाली का कोई काम किया हो, ठीक है, उस ऑफिसर ਨੂੰ उस व्यक्ति ਨੂੰ ਇਹ ਪੈਨਸ਼ਨ ਲਗਾਈ ਜਾਂਦੀ ਹੈ, ਸੈਂਟਰ ਗਵਰਨਮੈਂਟ ਵੱਲੋਂ ਲਗਾਈ ਜਾਂਦੀ ਹੈਗੀ ਹੈ। ਇਹ 'ਚ ਕੀ ਹੁੰਦਾ, ਜਿਹੜਾ ਆਰਡਰ ਹੁੰਦਾ ਹੈ ਸੈਂਟਰ ਗਵਰਨਮੈਂਟ ਦਾ, ਜੇ ਮਿਲਟਰੀ ਡਿਪਾਰਟਮੈਂਟ ਦਾ ਜਿਹੜਾ ਆਰਡਰ ਹੁੰਦਾ ਹੈ, ਉਹ ਆਰਡਰ ਆਰਮੀ ਡਿਪਾਰਟਮੈਂਟ ਵੱਲੋਂ ਕੰਸਰਨਡ ਸਟੇਟ ਦੇ ਆਪਣੇ, ਜਿਵੇਂ ਕਿ ਪੰਜਾਬ ਦੀ ਗੱਲ ਕਰ ਰਹੇ ਹਾਂ ਆਪਾਂ, ਪੰਜਾਬ ਸਟੈਂਡਿੰਗ ਆਰਡਰ ਪੰਜਾਬ ਦੇ ਪੜ੍ਹ ਰਹੇ ਹਾਂ, ਐਫਸੀਆਰ ਦੇ ਪਾਸ ਇਹ ਆਰਡਰ ਡਾਇਰੈਕਟਲੀ ਤੌਰ ਤੇ ਆਉਂਦਾ ਹੈਗਾ। ਐਫਸੀਆਰ ਜਿਵੇਂ ਚੀਫ ਸੈਕਟਰੀ ਹੈ, ਵਿਦ ਦੋਨੋਂ ਪਾਵਰਸ ਦੇ ਨਾਲ ਕੋਈ ਡੀਲ ਕਰ ਰਿਹਾ ਹੁੰਦਾ ਉਸ ਵੇਲੇ, ਪੁਰਾਣਾ ਜ਼ਮਾਨਾ ਸੀ, ਹੁਣ ਚੀਫ ਸੈਕਟਰੀ ਵੱਖਰੇ ਆ, ਐਫਸੀਆਰ ਵੱਖਰੇ ਹੈਗੇ ਆ, ਠੀਕ ਹੈ। ਉਸ ਵੇਲੇ ਡਿਊਲ ਪਾਵਰਸ ਹੁੰਦੀਆਂ ਸੀਗੀਆਂ ਜਦੋਂ ਇਹ ਲਾਅ ਬਣੇ ਸੀਗੇ। ਐਫਸੀਆਰ ਕੋਲੇ ਆਰਡਰ ਆਉਂਦਾ, ਫਿਰ ਕੀ ਹੈਗਾ, ਫਾਰਮਸ ਆਫ ਦਾ ਗ੍ਰਾਂਟ, ਕਿਹੜੀ ਕਿਸਮ ਦੀ ਗ੍ਰਾਂਟ ਹੋ ਸਕਦੀ ਹੈ, ਇਹ ਜਿਹੜੀ ਜ਼ਗੀਰ ਹੈਗੀ ਹੈ ਕਿਸੇ ਮਿਲਟਰੀ ਆਫਿਸਰ ਨੂੰ ਜੇ ਕੋਈ ਜ਼ਗੀਰ ਲਗਾਈ ਜਾਂਦੀ ਹੈ ਸੈਂਟਰ ਗਵਰਨਮੈਂਟ ਵੱਲੋਂ, ਤਾਂ ਕਿੱਦਾਂ ਦੀ ਇਹ ਜ਼ਗੀਰ ਹੋ ਸਕਦੀ ਹੈ, ਕਿੱਦਾਂ ਦੀ ਗ੍ਰਾਂਟ ਹੋ ਸਕਦੀ ਹੈ। ਇੱਕ ਤਾਂ ਐਨੂਅਲ ਵੈਲਿਊ ਆਫ ਵੀ 400 ਰੁਪਏ ਤੱਕ ਦੀ ਪਰ ਸਾਲਾਨਾ ਦੀ ਉਹਨੂੰ ਜਿਹੜੀ ਐਨੂਅਲ ਵੈਲਿਊ ਦੀ ਜਿਹੜੀ ਗ੍ਰਾਂਟ ਦਿੱਤੀ ਜਾ ਸਕਦੀ ਹੈ, ਵੀ ਹਰ ਸਾਲ ਦੇ ਵਿੱਚ ਉਹਨੂੰ 400 ਰੁਪਏ ਪੇ ਕਰਨਾ ਹੈਗਾ, ਠੀਕ ਹੈ। ਇਹ ਵੀ ਇੱਕ ਗ੍ਰਾਂਟ ਹੋ ਸਕਦੀ ਹੈ ਕਿਸੇ ਮਿਲਟਰੀ ਆਫਿਸਰ ਨੂੰ। ਦੂਸਰਾ ਹੈਗਾ ਲੈਂਡ ਰੈਵਨਿਊ ਅਸਾਈਨਡ, ਉਹਨੂੰ ਕੋਈ ਲੈਂਡ ਰੈਵਨਿਊ ਅਸਾਈਨ ਕੀਤਾ ਜਾ ਸਕਦਾ ਹੈ। 600 ਰੁਪਏ ਤੱਕ ਦਾ ਇੱਕ ਸਾਲ ਦੇ ਵਿੱਚ ਲੈਂਡ ਰੈਵਨਿਊ ਅਸਾਈਨ ਕੀਤਾ ਜਾ ਸਕਦਾ ਹੈ। ਜੇਕਰ ਉਹਦੀ ਡੈਥ ਹੋ ਜਾਂਦੀ ਹੈ ਤਾਂ ਉਹਦੇ ਵਾਰਸਾਂ ਨੂੰ ਦੂਜੀ ਪੀੜ੍ਹੀ ਦੇ ਵਿੱਚ ਆ ਕੇ ਜਿਹੜਾ ਲੈਂਡ ਰੈਵਨਿਊ ਉਹ ਹਾਫ ਹੋ ਜਾਂਦਾ ਹੈ। ਜੇਕਰ ਦੂਜੀ ਪੀੜ੍ਹੀ ਵੀ ਦਾ ਕੋਈ ਵਾਰਸ ਨਹੀਂ ਰਹਿੰਦਾ ਤਾਂ ਤੀਜੀ ਪੀੜ੍ਹੀ ਜਾ ਕੇ ਜਿਹੜਾ ਲੈਂਡ ਰੈਵਨਿਊ ਹੈਗਾ ਉਹ ਚੌਥਾ ਹਿੱਸਾ ਹੋ ਜਾਂਦਾ ਹੈ। ਯਾਨੀ ਕਿ 600 ਰੁਪਏ ਦੀ ਥਾਂ ਤੇ ਫਿਰ ਦੂਜੀ ਪੀੜ੍ਹੀ ਜਾ ਕੇ 300 ਰੁਪਏ ਹੋ ਜਾਂਦਾ, ਤੇ ਤੀਜੀ ਪੀੜ੍ਹੀ ਜਾ ਕੇ ਇਹ 150 ਰੁਪਏ ਰਹਿ ਜਾਂਦਾ ਹੈਗਾ। ਪ੍ਰੋਸੀਜਰ ਕੀ ਹੈਗਾ ਇਹਦੇ ਵਿੱਚ? ਪ੍ਰੋਸੀਜਰ ਦਾ ਗ੍ਰਾਂਟਸ ਆਫ ਦਾ ਲੈਂਡ ਇਜ਼ ਮੇਡ ਇਫ ਦਾ ਗਵਰਨਮੈਂਟ ਆਰਡਰ ਸਪੈਸੀਫਾਈ ਨੋ ਡਿਸਟ੍ਰਿਕਟ। ਦੇਖੋ ਹੁਣ ਤੁਸੀਂ ਦੇਖਦੇ ਹੋ ਜਦੋਂ ਆਪਾਂ ਆਪਣੇ ਕੋਲੇ ਵੀ ਕਈ ਆਰਡਰ ਆਉਂਦੇ ਆ, ਕਲੈਕਟਰ ਵੱਲੋਂ ਸਾਨੂੰ ਪੁੱਛਿਆ ਜਾਂਦਾ ਹੈਗਾ ਵੀ ਤੁਹਾਡੇ ਏਰੀਆ 'ਚ ਦੱਸੋ ਜੇ ਕੋਈ ਗਵਰਨਮੈਂਟ ਲੈਂਡ ਪਈ ਹੈ ਤਾਂ ਅਸੀਂ ਕਿਸੇ ਫੌਜੀ ਨੂੰ ਜਾਂ ਕਿਸੇ ਫੌਜੀ ਦੀ ਵਾਈਫ ਨੂੰ, ਕਿਸੇ ਮਿਲਟਰੀ ਆਫਿਸਰ ਦੀ ਵਾਈਫ ਨੂੰ ਜਿਹੜੀ ਜ਼ਮੀਨ ਹੈ ਉਹ ਅਲਾਟ ਕੀਤੀ ਜਾਣੀ। ਅਲਾਟ ਦਾ ਮਤਲਬ ਗ੍ਰਾਂਟ ਵਜੋਂ ਦਿੱਤੀ ਜਾਣੀ ਹੈਗੀ ਹੈ। ਤਾਂ ਕਈ ਵਾਰੀ ਤੁਸੀਂ ਦੇਖਦੇ ਹੋ, ਤੁਸੀਂ ਮਤਲਬ ਕਿ ਗੁਜ਼ਰ ਚੁੱਕੇ ਹੋ ਕਾਫੀ ਸਾਲਾਂ ਤੋਂ, ਕਦੇ ਨਾ ਕਦੇ ਜ਼ਰੂਰ ਇੱਦਾਂ ਦੇ ਆਰਡਰ ਸਾਡੇ ਕੋਲੇ ਆਉਂਦੇ ਹੈਗੇ ਆ, ਜਦੋਂ ਸਾਡੇ ਤੋਂ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਡਿਸਟ੍ਰਿਕਟ ਕਲੈਕਟਰ ਵੱਲੋਂ ਵੀ ਕੋਈ ਸਰਕਾਰੀ ਜ਼ਮੀਨ ਦੇ ਵੇਰਵੇ ਦਿਓ, ਠੀਕ ਹੈ। ਇੱਦਾਂ ਦੇ ਕੇਸ ਕੀ ਹੁੰਦਾ, ਜੇ ਇੱਕ ਗਵਰਨਮੈਂਟ ਨੇ ਜਿਹੜੀ ਸੈਂਟਰਲ ਗਵਰਨਮੈਂਟ ਹੈਗੀ ਹੈ, ਜੇ ਉਸਨੇ ਡਿਸਟ੍ਰਿਕਟ ਦਾ ਨਾਮ ਕਿਤੇ ਮੈਂਸ਼ਨ ਨਹੀਂ ਕੀਤਾ ਹੈਗਾ ਆਪਣੇ ਆਰਡਰ ਦੇ ਵਿੱਚ, ਜਦੋਂ ਸਰਕਾਰ ਨੂੰ ਭੇਜਿਆ, ਜਦੋਂ ਐਫਸੀਆਰ ਨੂੰ ਆਰਡਰ ਭੇਜਿਆ ਕਿਸੇ ਮਿਲਟਰੀ ਆਫਿਸਰ ਦੇ ਸੰਬੰਧ ਵਿੱਚ ਵੀ ਉਸ ਨੂੰ ਗ੍ਰਾਂਟ ਵਜੋਂ ਕੋਈ ਜ਼ਮੀਨ ਦੇਣੀ ਹੈ ਜਾਂ ਕੋਈ ਇਸ ਨੂੰ ਪੈਨਸ਼ਨ ਦੇਣੀ ਹੈਗੀ ਹੈ, ਜੇ ਡਿਸਟ੍ਰਿਕਟ ਦਾ ਨਾਮ ਨਹੀਂ ਭੇਜਿਆ ਹੈਗਾ ਤਾਂ ਫਿਰ ਜਿਹੜਾ ਆਪਣਾ ਐਫਸੀਆਰ ਆਫਿਸ ਹੈਗਾ, ਐਫਸੀਆਰ ਆਫਿਸ ਡਾਇਰੈਕਟ ਕਮਿਊਨੀਕੇਸ਼ਨ ਕਰੇਗਾ ਉਸ ਆਫਿਸਰ ਦੇ ਨਾਲ ਜਿਸ ਨੂੰ ਗ੍ਰਾਂਟ ਦਿੱਤੀ ਜਾ ਰਹੀ ਹੈ। ਡਾਇਰੈਕਟ ਕਮਿਊਨੀਕੇਸ਼ਨ ਕਰਕੇ ਉਸ ਨੂੰ ਪੁੱਛੇਗਾ ਵੀ ਤੁਸੀਂ ਕਿਹੜੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈਗੀ ਇਹ ਗ੍ਰਾਂਟ ਲੈਣਾ ਚਾਹੋਗੇ। ਜੇਕਰ ਉਹ ਗਿਵਜ਼ ਹਿਜ਼ ਵਿਸ਼, ਜੇ ਉਹ ਦੱਸਦਾ ਹੈ ਵੀ ਮੈਨੂੰ ਇਸ ਡਿਸਟ੍ਰਿਕਟ ਦੇ ਵਿੱਚ ਜਿਹੜੀ ਜ਼ਮੀਨ ਹੈ ਚਾਹੀਦੀ ਹੈਗੀ ਹੈ, ਤਾਂ ਕੰਸਰਨਡ ਜਿਹੜਾ ਡਿਸਟ੍ਰਿਕਟ ਹੈਗਾ ਉਸ ਕੰਸਰਨਡ ਡਿਸਟ੍ਰਿਕਟ ਦੇ ਜਿਹੜਾ ਕਮਿਸ਼ਨਰ ਹੈਗਾ, ਕਮਿਸ਼ਨਰ ਨੂੰ ਵੀ ਲੈਟਰ ਭੇਜੀ ਜਾਵੇਗੀ ਐਫਸੀਆਰ ਆਫਿਸ ਵੱਲੋਂ, ਤੇ ਜਿਹੜਾ ਡਿਪਟੀ ਕਮਿਸ਼ਨਰ ਹੈਗਾ ਉਸ ਦਾ ਕਲੈਕਟਰ ਹੈਗਾ, ਕਲੈਕਟਰ ਨੂੰ ਪੁੱਛਿਆ ਜਾਏਗਾ ਰਿਟਨ ਦੇ ਵਿੱਚ ਅਬਾਊਟ ਦਾ ਲੈਂਡ, ਵੀ ਕੋਈ ਜ਼ਮੀਨ ਦੱਸੋ ਜਿਹੜੀ ਕਿ ਅਸੀਂ ਇਸ ਵਿਅਕਤੀ ਨੂੰ ਜਿਹੜੀ ਹੈਗੀ ਹੈ ਸਰਕਾਰ ਦੇ ਫੈਸਲੇ ਦੇ ਮੁਤਾਬਕ ਅਲਾਟ ਕੀਤੀ ਜਾਣੀ ਹੈਗੀ ਹੈ। ਇਫ ਨੋ ਲੈਂਡ ਇਜ਼ ਅਵੇਲੇਬਲ, ਜੇਕਰ ਉਸ ਕਲੈਕਟਰ ਵੱਲੋਂ ਕੋਈ ਰਿਟਨ ਦੇ ਵਿੱਚ ਥੱਲੋਂ ਇਨਫੋਰਮੇਸ਼ਨ ਲੈਣ ਉਪਰੰਤ ਇਹ ਹੋ ਜਾਂਦਾ ਹੈਗਾ ਵੀ ਕੋਈ ਲੈਂਡ ਜਿਹੜੀ ਹੈਗੀ ਅਵੇਲੇਬਲ ਨਹੀਂ ਹੈਗੀ ਉਸ ਡਿਸਟ੍ਰਿਕਟ ਦੇ ਵਿੱਚ, ਜਿਸ ਡਿਸਟ੍ਰਿਕਟ ਦੇ ਵਿੱਚ ਉਸ ਬੰਦੇ ਨੇ ਆਪਣੀ ਇੱਛਾ ਪ੍ਰਗਟ ਕੀਤੀ ਸੀਗੀ ਵੀ ਮੈਨੂੰ ਇਸ ਡਿਸਟ੍ਰਿਕਟ ਵਿੱਚ ਜ਼ਮੀਨ ਅਲਾਟ ਕੀਤੀ ਜਾਵੇ, ਪਰ ਉਸ ਡਿਸਟ੍ਰਿਕਟ ਦੇ ਵਿੱਚ ਪੁੱਛਗਿੱਛ ਉਪਰੰਤ ਜਾਂ ਇਨਕੁਆਇਰੀ ਹੋਣ ਉਪਰੰਤ ਕਲੈਕਟਰ ਦੇ ਵੱਲੋਂ ਥੱਲੜੇ ਲੈਵਲ ਤੋਂ ਜਿਹੜੀ ਉਹਦੀ ਸਾਰੀ ਏਜੰਸੀ ਹੈਗੀ ਆ ਉੱਥੋਂ ਰਿਪੋਰਟ ਲੈਣ ਉਪਰੰਤ ਇਹ ਸਾਬਤ ਹੋ ਜਾਂਦਾ ਹੈ ਵੀ ਇੱਥੇ ਕੋਈ ਲੈਂਡ ਨਹੀਂ ਹੈਗੀ, ਹੀ ਆਸਕਡ ਅਦਰ ਲੋਕੈਲਿਟੀ, ਫਿਰ ਦੈਨ ਉਹ ਜਿਹੜਾ ਹੈਗਾ ਪਰਸਨ ਹੈਗਾ ਜਿਸ ਨੂੰ ਜ਼ਮੀਨ ਅਲਾਟ ਕੀਤੀ ਜਾਣੀ ਹੈ, ਤੇ ਉਸ ਤੋਂ ਫਿਰ ਦੁਬਾਰਾ ਪੁੱਛਿਆ ਜਾਂਦਾ ਹੈ ਵੀ ਤੁਸੀਂ ਕੋਈ ਹੋਰ ਡਿਸਟ੍ਰਿਕਟ ਦੱਸੋ ਕਿਤੇ ਤੁਸੀਂ ਹੋਰ ਜ਼ਮੀਨ ਲੈਣਾ ਚਾਹੁੰਦੇ ਹੈਗੇ ਹੋ, ਤਾਂ ਆਪਣੇ ਇਸ ਡਿਸਟ੍ਰਿਕਟ ਦੇ ਵਿੱਚ ਜਿਹੜੀ ਜ਼ਮੀਨ ਹੈ ਅਵੇਲੇਬਲ ਨਹੀਂ ਹੈਗੀ। ਜੇਕਰ ਇਸ ਤਰੀਕੇ ਨਾਲ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਉਸ ਤੋਂ ਮਤਲਬ ਕਿ ਜਿਹੜੀ ਹੈਗੀ ਹੈ ਕੰਸੈਂਟ ਲਈ ਜਾਂਦੀ ਹੈ, ਜਿੱਥੇ ਕਿਤੇ ਫਿਰ ਕੋਈ ਸੂਟੇਬਲ ਲੈਂਡ ਉਸ ਨੂੰ ਅਵੇਲੇਬਲ ਹੋ ਜਾਵੇ, ਮਿਲ ਜਾਵੇ, ਠੀਕ ਹੈ, ਤਾਂ ਜਿਹੜੀ ਉਸ ਜਿਹੜਾ ਕਲੈਕਟਰ ਹੈਗਾ ਇਫ ਸੂਟੇਬਲ ਲੈਂਡ ਇਜ਼ ਅਵੇਲੇਬਲ, ਡਿਪਟੀ ਕਮਿਸ਼ਨਰ ਆਰਡਰ ਟੂ ਗਿਵ ਦਾ ਪੋਜੈਸ਼ਨ ਟੂ ਦਾ ਗਰੰਟੀ, ਜਿਸ ਬੰਦੇ ਨੂੰ ਉਹ ਜ਼ਮੀਨ ਅਲਾਟ ਕੀਤੀ ਜਾਣੀ ਹੈ। ਪ੍ਰੋਸੈਸ ਅਡਾਪਟ ਕਰਨ ਤੋਂ ਬਾਅਦ ਸਟੇਟ ਗਵਰਨਮੈਂਟ ਦੀ ਜਿਹੜੀ ਹੈਗੀ ਹੈ ਆਰਡਰ ਆਉਣ ਉਪਰੰਤ ਉਸ ਵਿਅਕਤੀ ਨੂੰ ਕਲੈਕਟਰ ਦੇ ਵੱਲੋਂ ਜਿਹੜਾ ਹੈਗਾ ਉਸ ਲੈਂਡ ਦਾ ਜਿਹੜਾ ਕਬਜ਼ਾ ਹੈਗਾ ਉਹ ਦਿੱਤਾ ਜਾਂਦਾ ਹੈ। ਫਿਰ ਇਹਦੇ ਵਿੱਚ ਹੈਗਾ ਅੱਗੇ ਹੈਗਾ ਕੰਡੀਸ਼ਨਸ ਆਫ ਦਾ ਗ੍ਰਾਂਟ ਕੀ ਹੁੰਦੀਆਂ ਨੇ, ਕੀ ਸ਼ਰਤਾਂ ਹੁੰਦੀਆਂ ਨੇ। ਸਬਜੈਕਟ ਟੂ ਦਾ ਪੇਮੈਂਟ ਆਫ ਦਾ ਲੈਂਡ ਰੈਵਨਿਊ, ਜਿਹੜਾ ਇਹ ਗਰੰਟੀ ਹੁੰਦਾ ਹੈਗਾ ਜਿਸ ਨੂੰ ਲੈਂਡ ਅਲਾਟ ਕਰ ਦਿੱਤੀ, ਠੀਕ ਹੈ, ਤਾਂ ਉਸ ਤੋਂ ਜਿਹੜੀ ਹੈਗੀ ਲੈਂਡ ਰੈਵਨਿਊ ਪੇ ਕਰਨਾ ਹੋਏਗਾ ਉਸ ਵੱਲੋਂ।
ਜਿਹੜਾ ਲੈਂਡ ਰੈਵਨਿਊ ਹੈਗਾ ਉਹ ਸਬਜੈਕਟ ਦਾ ਪੇਮੈਂਟ ਇਹ ਨਹੀਂ ਹੈਗਾ ਵੀ ਜਿਹੜਾ ਉਹਦਾ ਮਾਮਲਾ ਹੈਗਾ ਉਹ ਮਾਫ ਹੋ ਗਿਆ, ਉਸ ਨੂੰ ਗ੍ਰਾਂਟ ਵਜੋਂ ਲੈਂਡ ਦੇ ਦਿੱਤੀ ਪਰ ਲੈਂਡ ਰੈਵਨਿਊ ਮਾਫ ਨਹੀਂ ਹੈਗਾ, ਲੈਂਡ ਰੈਵਨਿਊ ਹੀ ਹੈਵ ਟੂ ਪੇ ਦਾ ਲੈਂਡ ਰੈਵਨਿਊ। ਇਸੇ ਤਰੀਕੇ ਜਿਹੜਾ ਇਰੀਗੇਸ਼ਨ ਚਾਰजेस ਹੈਗੇ ਨੇ, ਜੋ ਵੀ ਪਾਣੀ ਦੇ ਚਾਰजेस, ਕੋਈ ਪਾਣੀ ਦੇ ਬਿੱਲ ਆਉਂਦੇ ਨੇ, ਕੋਈ ਦਵਾਨ ਦੇ ਖਰਚੇ, ਨਹਿਰੀ ਦਵਾਨ ਦੇ, ਨਹਿਰੀ ਇਰੀਗੇਸ਼ਨ ਚਾਰजेस ਡਿਪਾਰਟਮੈਂਟ ਆਫ ਇਰੀਗੇਸ਼ਨ ਵੱਲੋਂ ਆਉਂਦੇ ਨੇ, ਠੀਕ ਹੈ, ਹੀ ਹੈਵ ਟੂ ਪੇ ਟੂ ਕੰਸਰਨ ਡਿਪਾਰਟਮੈਂਟ, ਉਹ ਵੀ ਉਸ ਨੂੰ ਪੇ ਕੀਤੇ ਜਾਣੇ ਆ। ਤਾਂ ਇਹ ਨਹੀਂ ਕਹਿ ਸਕਦਾ ਉਹ ਮੈਨੂੰ ਤਾਂ ਇਹ ਜਿਹੜੀ ਜ਼ਮੀਨ ਹੈਗੀ ਗ੍ਰਾਂਟ ਵਜੋਂ ਮਿਲੀ ਹੈ, ਮੈंने ਕੋਈ ਪੇਮੈਂਟ ਇਰੀਗੇਸ਼ਨ ਵਜੋਂ ਨਹੀਂ ਪੇ ਕਰਨੀ ਹੈਗੀ। ਜਿਹੜੀ ਇਹ ਲੈਂਡ ਨੂੰ ਦਿੱਤੀ ਜਾਏਗੀ, ਇਹ ਪਹਿਲੇ ਜਿਹੜੇ 10 ਇਅਰਸ ਹੋਣਗੇ ਉਹ ਲੀਜ਼ ਬੇਸਿਸ ਤੇ ਉਹਨੂੰ ਦਿੱਤੀ ਜਾਏਗੀ, ਪਹਿਲੇ 10 ਇਅਰ ਉਹਨੂੰ ਲੀਜ਼ ਬੇਸਿਸ ਤੇ ਦਿੱਤੀ ਜਾਵੇਗੀ, ਦੈਨ ਜਿਹੜੇ ਪ੍ਰੋਪਰਟੀ ਰਾਈਟਸ ਹੈਗੇ ਆ ਉਹ ਫਿਰ ਉਸ ਨੂੰ ਦਿੱਤੇ ਜਾਣਗੇ ਬਾਅਦ ਦੇ ਵਿੱਚ। ਪਰ ਸ਼ਰਤ ਇਹ ਹੈਗੀ ਹੈ ਵੀ ਉਹ ਲਾਇਲ ਰਿਹਾ ਹੋਵੇ ਸਰਕਾਰ ਦੇ ਪ੍ਰਤੀ, ਉਹਦਾ ਗੁੱਡ ਬਿਹੇਵੀਅਰ ਰਿਹਾ ਹੋਵੇ। ਇਹ ਨਾ ਹੋਵੇ ਵੀ ਜ਼ਮੀਨ ਗ੍ਰਾਂਟ ਲੈਣ ਤੋਂ ਬਾਅਦ ਫਿਰ ਉਹ ਸਰਕਾਰ ਦੇ ਖਿਲਾਫ ਮੁਜ਼ਾਹਰੇ ਕਰਨੇ ਸ਼ੁਰੂ ਕਰ ਦੇਵੇ ਤੇ ਸਰਕਾਰ ਦੇ ਅਗੇਂਸਟ ਚੱਲਣਾ ਸ਼ੁਰੂ ਕਰ ਦੇਵੇ। ਜਿਸ ਗਵਰਨਮੈਂਟ ਨੇ ਉਸ ਨੂੰ ਇਹ ਲੈਂਡ ਗ੍ਰਾਂਟ ਵਜੋਂ ਦਿੱਤੀ ਹੈਗੀ ਆ, ਉਹਦੀ ਸਰਵਿਸ ਦੇ ਅਕੋਰਡਿੰਗ ਦਿੱਤੀ ਹੈ, ਉਹਦੀਆਂ ਬਹਾਦਰੀ ਦੇ ਅਕੋਰਡਿੰਗ ਦਿੱਤੀ ਹੈਗੀ ਆ, ਪਰ ਬਾਅਦ ਦੇ ਵਿੱਚ ਉਹ ਆ ਕੇ ਜ਼ਮੀਨ ਗ੍ਰਾਂਟ ਹੋਣ ਤੋਂ ਬਾਅਦ ਜ਼ਮੀਨ, ਜਿਵੇਂ ਕਿ ਆਪਾਂ ਗਵਰਨਮੈਂਟ ਜੌਬ ਦੇ ਵਿੱਚ ਜਾਂਦੇ ਹਾਂ 2 ਸਾਲ ਦੇ ਜਿਹੜਾ ਹੈਗਾ ਪ੍ਰੋਬੇਸ਼ਨ ਪੀਰੀਅਡ ਪਹਿਲਾਂ ਵਜੋਂ ਜਿਹੜਾ ਗਵਰਨਮੈਂਟ ਇੰਪਲਾਈ ਨੂੰ ਭਰਤੀ ਕੀਤਾ ਜਾਂਦਾ ਹੈ, ਪ੍ਰੋਬੇਸ਼ਨ ਪੀਰੀਅਡ ਪੂਰਾ ਹੋਣ ਤੋਂ ਉਪਰੰਤ ਜੇ ਕੋਈ ਜੌਬ ਪੂਰੀ ਵਧੀਆ ਤਰੀਕੇ ਨਾਲ ਕਰਦਾ ਤਦ ਹੀ ਜਾ ਕੇ ਉਸ ਨੂੰ ਰੈਗੂਲਰ ਕੀਤਾ ਜਾਂਦਾ ਹੈ। ਇਸੇ ਤਰੀਕੇ ਜਦੋਂ ਕਿਸੇ ਵਿਅਕਤੀ ਨੂੰ, ਕਿਸੇ ਮਿਲਟਰੀ ਆਫੀਸਰ ਨੂੰ ਕੋਈ ਜ਼ਮੀਨ ਗ੍ਰਾਂਟ ਕੀਤੀ ਜਾਂਦੀ ਹੈ ਤਾਂ ਪਹਿਲੇ 10 ਸਾਲ ਤੱਕ ਜਿਹੜੀ ਉਹ ਗ੍ਰਾਂਟ ਹੈਗੀ ਹੈ ਉਹ ਐਜ਼ ਏ ਲੀਜ਼ ਹੋਲਡ ਰਹੇਗੀ, ਉਸ ਕੋਲੇ ਔਨ ਬੇਸਿਸ ਆਫ ਦਾ ਲੀਜ਼ ਰਹੇਗੀ। ਪਰ ਉਸ ਤੋਂ ਬਾਅਦ ਜਾ ਕੇ ਉਹਦਾ ਸਬਜੈਕਟ ਟੂ ਦਾ ਲਾਇਲਟੀ ਆਫ ਦਾ ਗੁੱਡ ਬਿਹੇਵੀਅਰ, ਲਾਇਲਟੀ ਐਂਡ ਗੁੱਡ ਬਿਹੇਵੀਅਰ ਅਗੇਂਸਟ ਦਾ ਗਵਰਨਮੈਂਟ, ਤਦ ਜਾ ਕੇ ਉਸ ਨੂੰ ਜਿਹੜੇ ਪ੍ਰੋਪਰਟੀ ਰਾਈਟਸ ਹੈਗੇ ਫਿਰ ਉਹ ਦਿੱਤੇ ਜਾਂਦੇ ਨੇ। ਫਿਰ ਜਿਹੜੀ ਜ਼ਮੀਨ ਹੈ ਇਹ ਚਾਹੀ ਹੈ, ਨਹਿਰੀ ਹੈ, ਪੁਰਾਣੀ ਹੈ, ਕਿਹੜੀ ਹੈਗੀ ਹੈ, ਠੀਕ ਹੈ। ਇਹਦੇ ਜੇਕਰ ਜ਼ਮੀਨ ਨੂੰ ਕਿਸੇ ਵਿਅਕਤੀ ਨੂੰ ਜਿਹੜੀ ਜ਼ਮੀਨ ਹੈਗੀ ਹੈ ਨਹਿਰੀ ਦੇਣ ਦਾ ਕੋਈ ਆਰਡਰ ਹੋਇਆ ਕਲੈਕਟਰ ਵੱਲੋਂ ਤਾਂ ਫਿਰ ਰੈਫਰੈਂਸ ਹੈਗਾ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਕੋਈ ਵਰਕ ਅੰਡਰ ਕੰਸਟਰਕਸ਼ਨ ਹੈਗੇ ਨੇ, ਕੋਈ ਨਹਿਰ ਦਾ ਜਿਹੜਾ ਸੋਰਸ ਹੈ, ਕੋਈ ਉਹਨਾਂ ਦਾ ਪਾਣੀ ਦਾ ਕੋਈ ਸਾਧਨ ਹੈਗਾ ਜਾਂ ਨਹੀਂ ਹੈਗਾ, ਇਹਦਾ ਜਿਹੜਾ ਰੈਫਰੈਂਸ ਹੈਗਾ ਉਹ ਇਰੀਗੇਸ਼ਨ ਡਿਪਾਰਟਮੈਂਟ ਨੂੰ ਭੇਜਿਆ ਜਾਂਦਾ ਹੈ। ਜੇਕਰ ਇਨਫੋਰਮੇਸ਼ਨ, ਜੇਕਰ ਉੱਥੋਂ ਇਰੀਗੇਸ਼ਨ ਡਿਪਾਰਟਮੈਂਟ ਤੋਂ ਇਹ ਰਿਟਰਨ ਵਿੱਚ ਆ ਜਾਂਦਾ ਵੀ ਅਸੀਂ ਇਸ ਲੈਂਡ ਨੂੰ ਜਿਹੜਾ ਇਰੀਗੇਸ਼ਨ ਦਾ ਜਿਹੜਾ ਸੋਰਸ ਹੈਗਾ ਸਾਡੇ ਵਸਦਾ ਨਹੀਂ ਹੈਗਾ, ਉਸ ਏਰੀਏ ਤੱਕ ਜਿਹੜੀ ਕੋਈ ਟੇਲ ਹੈਗੀ ਆ, ਉਸ ਇਰੀਗੇਸ਼ਨ ਦੀ ਕੋਈ ਟ੍ਰਿਬਿਊਟਰੀ ਹੈਗੀ ਆ ਉੱਥੇ ਨਹੀਂ ਜਾਂਦੀ ਹੈਗੀ, ਇਸ ਕਰਕੇ ਜਿਹੜੇ ਨਵੇਂ ਸਾਧਨ ਜਿਹੜੇ ਮੁਹੱਈਆ ਕਰਾਏ ਜਾਣੇ ਜਿਹੜੇ ਇੰਪੋਸੀਬਲ ਹੈਗੇ ਆ, ਜਿਹੜੀ ਲੈਂਡ ਹੈਗੇ ਆ ਇਰੀਗੇਸ਼ਨ ਸਾਡਾ ਕੀਤਾ ਜਾਣਾ ਇਸ ਡਿਪਾਰਟਮੈਂਟ ਦੇ ਵੱਸ ਦੀ ਗੱਲ ਨਹੀਂ ਹੈਗੀ। ਤਾਂ ਜਿਹੜੀ ਇਹ ਵਾਲੀ ਇਨਫੋਰਮੇਸ਼ਨ ਹੈਗੀ ਹੈ ਉਹ ਗਰੰਟੀ ਨੂੰ ਦਿੱਤੀ ਜਾਂਦੀ ਹੈ। ਫਿਰ ਵੀ ਜੇਕਰ ਗਰੰਟੀ ਆਪਦੀ ਕੰਸੈਂਟ ਦਿੰਦਾ ਹੈਗਾ, ਠੀਕ ਹੈ, ਜੇ ਆਪਣੀ ਕੰਸੈਂਟ ਦਿੰਦਾ ਹੈ ਤਾਂ ਜਿਹੜੀ ਇਹ ਲੈਂਡ ਹੈਗੀ ਆ ਉਸ ਨੂੰ ਗ੍ਰਾਂਟ ਕਰ ਦਿੱਤੀ ਜਾਂਦੀ ਹੈ। ਤਾਂ ਬਾਅਦ 'ਚ ਇਹ ਨਹੀਂ ਕਹਿ ਸਕਦਾ ਵੀ ਮੈਨੂੰ ਤਾਂ ਜ਼ਮੀਨ ਤੁਸੀਂ ਇਰੀਗੇਸ਼ਨ ਵਾਲੀ ਦੇਣੀ ਸੀਗੀ, ਇਹ ਤਾਂ ਨਹਿਰੀ ਜ਼ਮੀਨ ਨਹੀਂ ਹੈਗੀ, ਤਾਂ ਪਾਣੀ ਨਹੀਂ ਲੱਗਦਾ, ਬਾਅਦ 'ਚ ਉਹ ਕਲੇਮ ਨਹੀਂ ਕਰ ਪਾਏਗਾ। ਪਰ ਉਸ ਨੂੰ ਪਹਿਲੇ ਆਧਾਰ 'ਤੇ ਹੀ ਜਿਹੜੀ ਹੈਗੀ ਹੈ ਇਹ ਰਿਪੋਰਟ ਨੂੰ ਉਸ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੁੰਦੀ ਹੈ। ਨੈਕਸਟ ਹੈ ਜਦੋਂ ਕੋਈ ਰਿਪੋਰਟ ਟੂ ਦਾ FCR ਬਾਈ ਦਾ DC ਆਫਟਰ ਦਾ ਪੋਜੈਸ਼ਨ ਟੂ ਦਾ ਗਰੰਟੀ, ਜਦੋਂ ਕੋਈ ਕਲੈਕਟਰ ਦੇ ਵੱਲੋਂ ਕਿਸੇ ਐਸੇ ਵਿਅਕਤੀ ਨੂੰ, ਕਿਸੇ ਮਿਲਟਰੀ ਆਫੀਸਰ ਨੂੰ ਕੋਈ ਜ਼ਮੀਨ ਹੈ ਉਹਦਾ ਕਬਜ਼ਾ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰਨ ਉਪਰੰਤ ਜਿਹੜਾ ਪੋਜੈਸ਼ਨ ਹੈ ਉਹ ਦਿੱਤਾ ਜਾਂਦਾ ਹੈ, ਤਾਂ ਜਿਹੜੀ ਇਹਦੀ ਸਾਰੀ ਰਿਪੋਰਟ ਹੈਗੀ ਹੈ ਉਹ ਕੰਸਰਨਡ ਕਲੈਕਟਰ ਵੱਲੋਂ ਕੰਸਰਨਡ ਜਿਹੜਾ ਹੈਗਾ ਆਪਣੇ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਜਿਹੜੀ ਰਿਪੋਰਟ ਹੈ ਉਹ ਕਰ ਦਿੱਤੀ ਜਾਂਦੀ ਹੈ। ਨੈਕਸਟ ਹੈ ਜੀ ਫਿਰ ਅਸਾਈਨਮੈਂਟ ਆਫ ਦਾ ਲੈਂਡ ਰੈਵਨਿਊ। ਅਸਾਈਨਮੈਂਟ ਆਫ ਦਾ ਲੈਂਡ ਰੈਵਨਿਊ ਕੀ ਹੁੰਦੀ ਹੈ? ਉੱਪਰ ਤਾਂ ਪਹਿਲਾਂ ਆਪਾਂ ਗਰੰਟੀ ਦੀ ਗ੍ਰਾਂਟ ਦੀ ਗੱਲ ਕਰ ਚੁੱਕੇ ਹਾਂ, ਜ਼ਮੀਨ ਦੀ ਗੱਲ ਕਰ ਚੁੱਕੇ ਹਾਂ ਵੀ ਜਿਹੜੀ ਜ਼ਮੀਨ ਹੈ ਉਹ ਅਲਾਟ ਕਿਵੇਂ ਕੀਤੀ ਜਾਂਦੀ ਹੈ, ਅਲਾਟ ਜ਼ਮੀਨ ਦਾ ਕਿੱਥੋਂ ਆਰਡਰ ਆਉਂਦਾ, ਕਿਵੇਂ ਹੁੰਦਾ ਹੈਗਾ। ਹੁਣ ਜੇਕਰ ਕੋਈ ਲੈਂਡ ਰੈਵਨਿਊ ਅਸਾਈਨ ਕਰਨਾ ਹੋਵੇ ਕਿਸੇ ਵਿਅਕਤੀ ਨੂੰ ਇੱਦਾਂ ਦੇ ਕਿਸੇ ਕੇਸ ਦੇ ਵਿੱਚ, ਠੀਕ ਹੈ, ਕਿਸੇ 1 ਪਿੰਡ ਦਾ, 2 ਪਿੰਡ ਦਾ, 4 ਪਿੰਡ ਦਾ ਜਾਂ ਲਮਸਮ ਦੇ ਵਿੱਚ ਕੋਈ ਲੈਂਡ ਰੈਵਨਿਊ ਅਸਾਈਨ ਕਰਨਾ ਹੋਵੇ ਤਾਂ ਉਹਦੀ ਕੀ ਕੰਡੀਸ਼ਨਸ ਹੁੰਦੀਆਂ ਨੇ? ਸਭ ਤੋਂ ਪਹਿਲਾਂ ਕੰਡੀਸ਼ਨ ਇਹ ਹੁੰਦੀ ਹੈ ਵੀ ਜਿਸ ਵਿਅਕਤੀ ਨੂੰ ਇਹ ਲੈਂਡ ਰੈਵਨਿਊ ਅਸਾਈਨ ਕੀਤਾ ਜਾ ਰਿਹਾ ਹੈ ਉਹ ਲੈਂਡ ਰੈਵਨਿਊ ਅਸਾਈਨ ਕਿਉਂ ਕੀਤਾ ਜਾ ਰਿਹਾ ਹੈ, ਉਹਦੀਆਂ ਕੋਈ ਸਰਵਿਸ, ਉਹਨੇ ਸਰਕਾਰ ਦੇ ਪ੍ਰਤੀ ਕੋਈ ਬਹਾਦਰੀ ਕੀਤੀ ਹੈ ਜਾਂ ਸਰਕਾਰ ਦੇ ਪ੍ਰਤੀ ਜਾਂ ਕੋਈ ਸੋਸ਼ਲ ਵਰਕਿੰਗ ਕੀਤੀ ਹੈ, ਠੀਕ ਹੈ, ਪਬਲਿਕ ਦੇ ਪ੍ਰਤੀ ਸੋਸ਼ਲ ਵਰਕਿੰਗ ਕੀਤੀ ਹੈ, ਉਹਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਗਵਰਨਮੈਂਟ ਜਿਹੜੀ ਹੈਗੀ ਹੈ ਲੈਂਡ ਰੈਵਨਿਊ ਉਸਨੂੰ ਅਸਾਈਨ ਕਰ ਰਹੀ ਹੈ। ਤੇ ਫਿਰ ਕੀ ਹੈ, ਜਿਹੜੇ ਲੈਂਡ ਰੈਵਨਿਊ ਅਸਾਈਨ ਕਰਨ ਵੇਲੇ ਜਿਹੜਾ ਆਰਡਰ ਕੀਤਾ ਜਾਂਦਾ ਹੈ, ਆਰਡਰ ਦੇ ਵਿੱਚ ਕਿਹੜੀਆਂ ਸ਼ਰਤਾਂ ਲਗਾਈਆਂ ਜਾਂਦੀਆਂ ਨੇ? ਸ਼ਰਤਾਂ ਇਹ ਲਗਾਈਆਂ ਜਾਂਦੀਆਂ ਵੀ ਸਬਜੈਕਟ ਟੂ ਦਾ ਲਾਇਲਟੀ ਆਫ ਦਾ ਗੁੱਡ ਬਿਹੇਵੀਅਰ ਆਫ ਦਾ ਹੋਲਡਰ। ਜਿਸ ਵਿਅਕਤੀ ਨੂੰ ਇਹ ਜਿਹੜੀ ਅਸਾਈਨਮੈਂਟ ਲੈਂਡ ਰੈਵਨਿਊ ਦੀ ਕੀਤੀ ਜਾਂਦੀ ਹੈ ਉਸ ਵਿਅਕਤੀ ਦੇ ਪ੍ਰਤੀ ਜਿਹੜਾ ਹੈਗਾ ਸ਼ਰਤ ਲਗਾਈ ਜਾਂਦੀ ਹੈ ਵੀ ਉਹ ਸਬਜੈਕਟ ਲਾਇਲ ਰਹੇਗਾ ਗਵਰਨਮੈਂਟ ਦੇ ਪ੍ਰਤੀ, ਗੁੱਡ ਬਿਹੇਵੀਅਰ ਰਹੇਗਾ ਉਹਦਾ, ਜੇ ਸਰਕਾਰ ਦੇ ਖਿਲਾਫ ਚੱਲਦਾ ਹੈਗਾ ਜਾਂ ਸਰਕਾਰ ਦੇ ਖਿਲਾਫ ਕੋਈ ਵਰਕ ਕਰਦਾ, ਕੋਈ ਮਤਲਬ ਕਿ ਜਿਹੜੇ ਹੈ ਗੈਰ ਕਾਨੂੰਨੀ ਮੁਜ਼ਾਹਰੇ ਕਰਦਾ ਹੈਗਾ ਜਾਂ ਕੋਈ
ਇਲੀਗਲ ਐਕਟੀਵਿਟੀਜ਼ ਪਾਰਟਿਸਿਪੇਸ਼ਨ ਕਰਦਾ ਹੈਗਾ, ਕੋਈ ਨਸ਼ੇ ਵੇਚਣ ਦਾ ਕੰਮ, ਕਿਸੇ ਤਰ੍ਹਾਂ ਦਾ ਕੰਮ ਕਰਦਾ ਹੈ, ਜਿਹੜਾ ਉਹਦਾ ਬਿਹੇਵੀਅਰ ਹੈਗਾ ਉਹ ਗੁੱਡ ਬਿਹੇਵੀਅਰ ਨਹੀਂ ਰਹਿੰਦਾ, ਉਹਦਾ ਬੈਡ ਬਿਹੇਵੀਅਰ ਹੋ ਜਾਂਦਾ ਹੈ, ਤਾਂ ਜਿਹੜੀ ਇਹ ਕੰਡੀਸ਼ਨ ਜਿਹੜੀ ਸ਼ਰਤ ਉੱਤੇ ਲਗਾਈ ਜਾਂਦੀ ਹੈ, ਫਿਰ ਜਿਹੜੀ ਇਹ ਅਸਾਈਨਮੈਂਟ ਲੈਂਡ ਰੈਵਨਿਊ ਦੀ ਹੈਗੀ ਹੈ ਉਹ ਵਾਪਸ ਲਈ ਜਾਂਦੀ ਹੈ। ਪਰ ਜਦੋਂ ਦਿੱਤੀ ਜਾਂਦੀ ਹੈ ਤਾਂ ਉਦੋਂ ਇਹ ਸ਼ਰਤ ਲਗਾਈ ਜਾਂਦੀ ਹੈ ਵੀ ਤੁਸੀਂ ਸਰਕਾਰ ਦੇ ਪ੍ਰਤੀ ਲਾਇਲ ਰਹੋਗੇ ਤੇ ਗੁੱਡ ਬਿਹੇਵੀਅਰ ਤੁਹਾਡਾ ਰਹੇਗਾ। ਇਹ ਜਿਹੜੀ ਅਸਾਈਨਮੈਂਟ ਕੀਤੀ ਜਾਂਦੀ ਹੈ ਲੈਂਡ ਰੈਵਨਿਊ ਦੀ ਕਿਸੇ ਵਿਅਕਤੀ ਨੂੰ, ਜਦੋਂ ਤੱਕ ਉਹ ਜਿੰਦਾ ਆਪ ਰਹਿੰਦਾ ਹੈਗਾ ਤਾਂ ਉਦੋਂ ਤੱਕ ਉਸ ਨੂੰ ਜਿੰਨੀ ਵੀ ਅਸਾਈਨਮੈਂਟ ਕੀਤੀ ਗਈ ਹੈ, ਜਿੰਨੇ ਪੈਸੇ ਦਿੱਤੇ ਜਾਣੇ ਹੈਗੇ ਉਸ ਨੂੰ ਗ੍ਰਾਂਟ ਵਜੋਂ ਜਾਂ ਲੈਂਡ ਰੈਵਨਿਊ ਉਹਨੂੰ ਦਿੱਤਾ ਜਾਣਾ, ਕਿੰਨੀ ਅਮਾਊਂਟ ਦਾ ਦਿੱਤਾ ਜਾਣਾ ਹੈ, 2 ਪਿੰਡਾਂ ਦਾ, 3 ਪਿੰਡਾਂ ਦਾ, 4 ਪਿੰਡਾਂ ਦਾ, ਜਾਂ ਲੰਮਸਮ ਦੇ ਵਿੱਚ ਦਿੱਤਾ ਜਾਣਾ ਹੈ। ਜਿੰਨੀ ਦੇਰ ਤੱਕ ਉਹ ਰਹੇਗਾ ਉਨੀ ਦੇਰ ਤੱਕ ਸਰਕਾਰ ਵੱਲੋਂ ਜੋ ਆਰਡਰ ਕੀਤਾ ਗਿਆ ਉਨੀ ਜਿਹੜੀ ਅਮਾਊਂਟ ਹੈਗੀ ਹੈ ਲੈਂਡ ਰੈਵਨਿਊ ਦੀ ਉਸ ਨੂੰ ਦਿੱਤੀ ਜਾਏਗੀ। ਪਰ ਜੇਕਰ ਉਹਦੀ ਡੈਥ ਹੋ ਜਾਂਦੀ ਹੈ ਤਾਂ ਜਿਹੜੀ ਇਹ ਅਮਾਊਂਟ ਹੈਗੀ ਹੈ ਇਹ ਹਾਫ ਰਹਿ ਜਾਂਦੀ ਹੈ। ਪਰ ਜੇਕਰ ਸੈਕੰਡ ਜਨਰੇਸ਼ਨ ਦੇ ਵਿੱਚ ਵੀ ਡੈਥ ਹੋ ਜਾਂਦੀ ਹੈ ਤਾਂ ਥਰਡ ਜਨਰੇਸ਼ਨ ਜਾ ਕੇ ਇਹ ਜਿਹੜੀ ਲੈਂਡ ਅਮਾਊਂਟ ਹੈਗੀ ਹੈ ਇਹ 1/4 ਰਹਿ ਜਾਂਦੀ ਹੈ ਉਹਦਾ ਅਮਾਊਂਟ ਜਿੰਨੀ ਪ੍ਰੈਸਕ੍ਰਾਈਬ ਕੀਤੀ ਗਈ ਹੈ ਪਹਿਲਾਂ, ਮਤਲਬ ਕਿ ਅਸਾਈਨੀ ਨੂੰ ਚੌਥਾ ਹਿੱਸਾ ਰਹਿ ਜਾਂਦਾ, ਤੀਜੀ ਪੀੜ੍ਹੀ ਜਾ ਕੇ ਚੌਥਾ ਹਿੱਸਾ ਰਹਿ ਜਾਂਦੀ ਹੈ। ਜੇਕਰ ਡੈਥ ਹੋ ਜਾਂਦੀ ਹੈ ਓਰੀਜਨਲ ਔਨ ਦਾ ਡੈਥ ਆਫ ਦਾ ਓਰੀਜਨਲ ਹੋਲਡਰ, ਜਿਹੜਾ ਓਰੀਜਨਲ ਹੋਲਡਰ ਹੁੰਦਾ ਜਿਹਨੂੰ ਇਹ ਗ੍ਰਾਂਟ ਜਿਹੜੀ ਅਸਾਈਨਮੈਂਟ ਕੀਤੀ ਗਈ ਹੈ ਲੈਂਡ ਰੈਵਨਿਊ ਦੀ, ਉਹਦੀ ਡੈਥ ਹੋ ਜਾਂਦੀ ਹੈ ਤਾਂ ਇਹ ਜਿਹੜੀਆਂ ਸ਼ਰਤਾਂ ਲਾਗੂ ਹੋ ਜਾਂਦੀਆਂ ਨੇ, ਸੈਕੰਡ ਹਾਫ 1/4 ਥਰਡ ਜਨਰੇਸ਼ਨ ਜਾ ਕੇ। ਇੰਸਟਾਲਮੈਂਟ ਆਫ ਦਾ ਲੈਂਡ ਰੈਵਨਿਊ ਖਰੀਫ ਤੇ ਰੱਬੀ ਜਿਹੜੀ ਇਹ ਜਿਹੜੀ ਅਸਾਈਨਮੈਂਟ ਨੂੰ ਦਿੱਤੀ ਜਾਂਦੀ ਹੈ, ਜਿਹੜੀ ਪੇਮੈਂਟ ਨੂੰ ਕੀਤੀ ਜਾਣੀ ਹੈ ਐਜ਼ ਏ ਲੈਂਡ ਰੈਵਨਿਊ ਦੀ ਅਸਾਈਨਮੈਂਟ ਵਜੋਂ, ਇਹ 2 ਕਿਸ਼ਤਾਂ ਦੇ ਵਿੱਚ ਜਿਵੇਂ ਜਿਵੇਂ ਅਸੀਂ ਲੈਂਡ ਰੈਵਨਿਊ ਇਕੱਠਾ ਕਰਦੇ ਹਾਂ, ਠੀਕ ਹੈ, ਕਿਉਂਕਿ ਇਹ ਲੈਂਡ ਰੈਵਨਿਊ ਦੇ ਵਿੱਚੋਂ ਹੀ ਉਹਨੂੰ ਅਸਾਈਨਮੈਂਟ ਕੀਤੀ ਜਾਂਦੀ ਹੈ, ਲੈਂਡ ਰੈਵਨਿਊ ਦੇ ਵਿੱਚੋਂ ਹੀ ਉਹਨੂੰ ਪੇ ਕੀਤੀ ਜਾਂਦੀ ਹੈ, ਪੇਮੈਂਟ ਦਿੱਤੀ ਜਾਂਦੀ ਹੈ। ਜਿਵੇਂ ਰੱਬੀ ਤੇ ਹਾੜੀ ਤੇ ਸੌਣੀ ਅਸੀਂ ਕਲੈਕਸ਼ਨ ਕਰਦੇ ਹਾਂ, ਉਸੇ ਤਰੀਕੇ ਇਹ ਵੀ 2 ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ। ਜਿੱਥੇ ਕਿਤੇ ਕੋਈ ਅਸੈਸਮੈਂਟ ਹੋ ਜਾਂਦੀ ਕਿਸੇ ਪਿੰਡ ਦੇ ਵਿੱਚ, ਜਿਹੜਾ ਮਾਮਲਾ ਹੈਗਾ ਉਹ ਫਲਕਚੁਏਟ ਕਰਦਾ ਹੈ, ਘਟਦਾ ਜਾਂ ਵੱਧਦਾ ਹੈਗਾ, ਠੀਕ ਹੈ। ਵੈਸੇ ਆਪਣੇ ਏਰੀਏ 'ਚ ਕਿਤੇ ਪੰਜਾਬ 'ਚ ਮੈਂ ਤਾਂ ਦੇਖਿਆ ਨਹੀਂ ਹੈਗਾ, ਮੇ ਵੀ ਕਿਤੇ ਹੁੰਦਾ ਹੋਵੇ, ਕਿਤੇ ਬੁਰਦਗੀ ਨਾਲ, ਬਰਾਮਦਗੀ ਨਾਲ, ਜਾਂ ਕਿਤੇ ਕੋਈ ਸਿੱਲਾਂ ਦੇ ਨਾਲ ਕਿਤੇ ਮਾਮਲੇ ਦੀ ਜਿਹੜੀ ਫਲਕਚੁਏਸ਼ਨ ਹੁੰਦੀ ਹੋਵੇ, ਘਟਦਾ ਵੱਧਦਾ ਹੋਵੇ, ਤਾਂ ਉਹਨਾਂ ਕੇਸਾਂ ਦੇ ਵਿੱਚ ਉਸ ਏਰੀਏ ਦੀ ਜਿਹੜੀ ਇਹ ਅਸਾਈਨਮੈਂਟ ਹੈਗੀ ਹੈ ਉੱਥੇ ਵੀ ਇਹ ਜਿਹੜੇ 2 ਇਕੁਅਲ ਇੰਸਟਾਲਮੈਂਟ ਦਿੱਤੀ ਜਾਂਦੀ ਹੈ। ਇਫ ਦਾ ਫਿਕਸਡ ਅਸਾਈਨਮੈਂਟ ਆਫ ਦਾ ਲੈਂਡ ਰੈਵਨਿਊ, ਜੇ ਕਿਤੇ ਕਿਸੇ ਵਿਅਕਤੀ ਨੂੰ ਜਿਹੜੀ ਲੈਂਡ ਰੈਵਨਿਊ ਦੀ ਜਿਹੜੀ ਫਿਕਸ ਅਮਾਊਂਟ ਦਿੱਤੀ ਜਾਂਦੀ ਹੋਵੇ, ਫਿਕਸਡ, ਚਾਹੇ ਸਰਕਾਰ ਘਟਾਵੇ, ਚਾਹੇ ਸਰਕਾਰ ਵਧਾਵੇ, ਚਾਹੇ ਲੈਂਡ ਰੈਵਨਿਊ ਘਟ ਜਾਵੇ, ਚਾਹੇ ਲੈਂਡ ਰੈਵਨਿਊ ਵੱਧ ਜਾਵੇ, ਠੀਕ ਹੈ, ਪਿੰਡਾਂ ਦੇ ਆਧਾਰਿਤ ਨਾ ਹੋਵੇ, ਵਿਲੇਜ ਦੀ ਲੈਂਡ ਰੈਵਨਿਊ ਨਾ ਹੋਵੇ, ਪਰ ਹੋਵੇ ਇਹ ਫਿਕਸ ਅਮਾਊਂਟ ਦਿੱਤੀ ਜਾਣੀ ਹੋਵੇ ਕਿਸੇ ਵਿਅਕਤੀ ਨੂੰ ਐਜ਼ ਏ ਲੈਂਡ ਰੈਵਨਿਊ ਅਸਾਈਨ ਕੀਤਾ ਗਿਆ ਹੋਵੇ, ਤਾਂ ਜਿਹੜੀ ਹੈਗੀ ਹੈ ਹੱਕ-ਉਲ ਤਸੀਲ, ਪਹਿਲਾਂ ਅਸੀਂ ਪੜ੍ਹਿਆ ਸੀਗਾ ਹੱਕ-ਉਲ ਤਸੀਲ ਕੀ ਹੁੰਦਾ। ਹੱਕ-ਉਲ ਤਸੀਲ ਜਦੋਂ ਕਿਸੇ ਜ਼ਗੀਰਦਾਰ ਨੂੰ ਕੋਈ ਜ਼ਗੀਰ ਵਜੋਂ ਪੇਮੈਂਟ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚੋਂ ਕੁਛ ਜਿਹੜੀ ਅਮਾਊਂਟ ਹੈਗੀ ਜਦੋਂ ਉਸਨੂੰ ਪੇਮੈਂਟ ਕੀਤੀ ਜਾਂਦੀ ਤਾਂ ਹੱਕ-ਉਲ ਤਸੀਲ ਵਜੋਂ ਜਿਹੜੀ ਕੁਛ ਪੇਮੈਂਟ ਹੈ ਉਹ ਕੱਟੀ ਜਾਂਦੀ ਹੁੰਦੀ ਹੈ। ਪਰ ਇਹੋ ਜਿਹੇ ਕੇਸਾਂ ਦੇ ਵਿੱਚ ਜਿੱਥੇ ਲੈਂਡ ਰੈਵਨਿਊ ਜਿਹੜਾ ਹੈਗਾ ਫਿਕਸ ਦਿੱਤਾ ਜਾਂਦਾ ਉਸਨੂੰ, ਤਾਂ ਹੱਕ-ਉਲ ਤਸੀਲ ਦੀ ਜਿਹੜੀ ਡਿਡਕਸ਼ਨ ਹੈ ਉਹ ਨਹੀਂ ਕੀਤੀ ਜਾਂਦੀ। ਐਗਜ਼ੈਂਪਸ਼ਨ ਟੂ ਦਾ ਮਿਲਟਰੀ ਜ਼ਗੀਰ ਫਰੋਮ ਰਿਮੂਨਰੇਸ਼ਨ ਆਫ ਦਾ ਜੈਲਦਾਰ, ਇਸੇ ਤਰੀਕੇ ਜਦੋਂ ਕਿਸੇ ਮਿਲਟਰੀ ਆਫੀਸਰ ਨੂੰ ਕੋਈ ਮਿਲਟਰੀ ਜ਼ਗੀਰ ਦਿੱਤੀ ਜਾਂਦੀ ਹੈ ਤਾਂ ਜਿਹੜੇ ਜ਼ਿਲ੍ਹੇਦਾਰ ਦਾ, ਜੈਲਦਾਰ ਦਾ ਕੋਈ ਹੈਗਾ ਸੀਗਾ ਖਰਚਾ ਸੀਗਾ ਉਹ ਪਹਿਲਾਂ ਦੂਜਿਆਂ ਚੋਂ ਕੱਟਿਆ ਜਾਂਦਾ ਸੀਗਾ, ਤਾਂ ਪਰ ਮਿਲਟਰੀ ਜ਼ਗੀਰ ਦੇ ਵਿੱਚ ਸਪੈਸ਼ਲੀ ਕਿਹਾ ਗਿਆ ਵੀ ਉਹਦੇ ਵਿੱਚ ਐਗਜ਼ੈਂਪਸ਼ਨ ਦਿੱਤੀ ਗਈ ਹੈ, ਜਿਹੜੇ ਜੈਲਦਾਰ ਨੂੰ ਕੋਈ ਰਿਮੂਨਰੇਸ਼ਨ ਦੇਣਾ ਹੈਗਾ, ਕੋਈ ਮਾਨ ਭੱਤਾ ਦੇਣਾ ਹੈਗਾ, ਤਾਂ ਉਹ ਜਿਹੜਾ ਮਿਲਟਰੀ ਜ਼ਗੀਰ ਦੇ ਵਿੱਚ ਉਹ ਨਹੀਂ ਕੱਟਿਆ ਜਾਏਗਾ। ਜੇਕਰ ਲੈਂਡ ਰੈਵਨਿਊ ਸਸਪੈਂਡਡ ਹੋ ਜਾਂਦਾ ਹੈ, ਜੇਕਰ ਲੈਂਡ ਰੈਵਨਿਊ ਸਸਪੈਂਡਡ ਹੋ ਜਾਂਦਾ ਹੈ, ਜਦੋਂ ਲੈਂਡ ਰੈਵਨਿਊ ਦੀ ਕਲੈਕਸ਼ਨ ਨਹੀਂ ਹੋ ਰਹੀ, ਕਿਸੇ ਕਾਰਨ ਲੈਂਡ ਰੈਵਨਿਊ ਸਸਪੈਂਡ ਕਿਉਂ ਹੁੰਦਾ ਹੈ? ਲੈਂਡ ਰੈਵਨਿਊ ਸਸਪੈਂਡ ਹੋਣ ਦੇ ਕਾਰਨ ਇਹਨੇ ਗੜੇ ਪੈ ਗਏ, ਫਲੱਡ ਆ ਗਿਆ, ਸੋਕਾ ਪੈ ਗਿਆ, ਠੀਕ ਹੈ। ਜਦੋਂ ਉਸ ਪੀੜ ਦੇ ਵਿੱਚ ਜਿਹੜਾ ਹੈਗਾ ਲੈਂਡ ਰੈਵਨਿਊ ਸਰਕਾਰ ਜਿਹੜੀ ਹੈਗੀ ਆ ਉਹ ਸਸਪੈਂਡ ਕਰ ਦਿੰਦੀ ਹੈ। ਸਸਪੈਂਡ ਕਰਨਾ ਮਤਲਬ ਮਾਫ ਕਰਨਾ ਤੇ ਸਸਪੈਂਡ ਕਰਨ ਦੇ ਫਰਕ ਹੈਗਾ। ਸਸਪੈਂਡ ਕਰਨਾ ਮਤਲਬ ਅਗਲੀ ਫਸਲ ਤੇ ਜਾ ਕੇ ਤੁਸੀਂ ਇਹ ਜਿਹੜਾ ਲੈਂਡ ਰੈਵਨਿਊ ਹੈ ਪੇ ਕਰਦੇ ਹੋ। ਇਸ ਵਾਰੀ ਫਸਲ ਖਰਾਬ ਹੋ ਗਈ, ਗੜੇ ਪੈ ਗਏ ਜਾਂ ਫਲੱਡ ਆ ਗਏ ਜਾਂ ਸੋਕਾ ਪੈ ਗਿਆ, ਪੇਮੈਂਟ ਨਹੀਂ ਕੀਤੀ ਜਾ ਰਹੀ। ਇਸੇ ਤਰੀਕੇ ਜਿਹੜਾ ਇਹ ਫਰਦਰ ਜਿਹੜੇ ਟੇਨੈਂਟਸ ਹੁੰਦੇ ਨੇ ਉਹਨਾਂ ਤੇ ਵੀ ਲਾਗੂ ਹੋ ਜਾਂਦਾ, ਉਹਨਾਂ ਦੇ ਵੀ ਜਿਹੜੇ ਕਿਰਾਏ ਹੈਗੇ ਉਹ ਵੀ ਜੇ ਲੈਂਡ ਰੈਵਨਿਊ ਦੇ ਉੱਪਰ ਆਧਾਰਿਤ ਹੁੰਦੇ ਨੇ ਤਾਂ ਉਹ ਵੀ ਫਾਰ ਦਾ ਟਾਈਮਿੰਗ ਸਸਪੈਂਡ ਹੋ ਜਾਂਦੇ ਨੇ। ਇਹਦੇ ਵਿੱਚ ਕਿਹਾ ਗਿਆ ਵੀ ਜੇਕਰ ਲੈਂਡ ਰੈਵਨਿਊ ਸਸਪੈਂਡ ਹੋ ਜਾਂਦਾ ਹੈ ਤਾਂ ਜਿਹੜੀ ਅਸਾਈਨੀ ਹੁੰਦਾ ਹੈ, ਅਸਾਈਨੀ ਜਿਹਨੂੰ ਲੈਂਡ ਰੈਵਨਿਊ ਅਸਾਈਨ ਕੀਤਾ ਗਿਆ ਹੁੰਦਾ ਹੈ ਤਾਂ ਮਸਟ ਬੀਅਰ ਦਾ ਲਾਸ, ਇਹ ਲਾਸ ਉਹ ਵੀ ਇਹਦੇ ਮੁਤਾਬਕ ਹੀ ਜਿਹੜਾ ਹੈਗਾ ਬੀਅਰ ਕਰੇਗਾ। ਤਾਂ ਉਹਨੇ ਪੀਰੀਅਡ ਦੇ ਲਈ ਉਹਨੂੰ ਵੀ ਜਿਹੜੀ ਹੈਗੀ ਹੈ, ਜਿੰਨੀ ਦੇਰ ਲਈ ਸਸਪੈਂਸ਼ਨ ਕੀਤੀ ਹੈ ਉਹਨੂੰ ਵੀ ਜਿਹੜੀ ਹੈਗੀ ਹੈ ਇਹ ਜਿਹੜੀ ਅਮਾਊਂਟ ਹੈ ਉਨੀ ਦੇਰ ਤੱਕ ਉਹਨੂੰ ਵੀ ਨਹੀਂ ਦਿੱਤੀ ਜਾ ਸਕਦੀ।
फिर कंडीशंस ऑफ द लॉयल्टी एंड गुड बिहेवियर, पॉलिसी एंड प्रोसीजर फॉर द फॉरफीचर मिलिट्री अवार्ड। एक पॉलिसी बनाई जाती है, जे कोई बंदा गुड बिहेवियर ਉਹਦਾ नहीं रहता हैगा, ठीक है, तो ਉਹਦੀ ਜਿਹੜੀ लॉयल्टी ਉਹ लॉयल नहीं रहता सरकार ਦੇ प्रति, ਤਾਂ ਜਿਹੜਾ ਇੱਕ पॉलिसी ਤੇ प्रोसीजर हैगा फॉर द फॉरफीचर, ਤਾਂ ਕੀ ਉਹਦੀ ਜਿਹੜੀ ਅਸਾਈਨਮੈਂਟ ਕੀਤੀ ਗਈ ਉਸ ਨੂੰ ਰਿਵਾਰਡ ਵਜੋਂ ਕੋਈ ਗ੍ਰਾਂਟ ਦਿੱਤੀ ਗਈ ਹੈ, ਚਾਹੇ ਪਿੰਡਾਂ ਦੀ ਗ੍ਰਾਂਟ ਦਿੱਤੀ ਗਈ ਹੈ, ਕੋਈ ਲੈਂਡ ਗ੍ਰਾਂਟ ਕੀਤੀ ਗਈ ਹੈ। ਇਹ ਮਿਲਟਰੀ ਡਿਪਾਰਟਮੈਂਟ ਦੇ ਵਿੱਚ ਜਿਹੜਾ ਸਾਰਾ ਪ੍ਰੋਸੀਜਰ ਹੈਗਾ, ਇਹ ਮਿਲਟਰੀ ਡਿਪਾਰਟਮੈਂਟ ਹੀ ਜਿਹੜਾ ਇਹ ਆਰਡਰ ਕਰਦਾ ਹੈ, ਜੇ ਕੋਈ ਫਾਰਫਿਟ ਕਰਨੀ ਹੋਵੇ ਕਿਸੇ ਦੀ ਜਿਹੜੀ ਦਿੱਤੀ ਹੋਈ ਮਿਲਟਰੀ ਅਵਾਰਡ ਹੈਗੀ ਹੈ, ਪੈਨਸ਼ਨ ਹੈਗੀ ਹੈ, ਵਿਲ ਬੀ ਇਨ ਦਾ ਮਿਲਟਰੀ ਡਿਪਾਰਟਮੈਂਟ ਵਾਲੇ ਜਿਹੜੇ ਹੈਗੇ ਉਹ ਹੈਗੀ ਹੈ ਪॉलिसी ਹੈਗੀ ਹੈ, ਉਹ ਆਪਦੇ ਪੱਧਰ ਤੇ ਹੈਗਾ। ਕਿਸ ਵਿਅਕਤੀ ਨੂੰ ਸਰਕਾਰ ਵੱਲੋਂ ਕੋਈ ਰੈਫਰੈਂਸ ਬਣਾ ਕੇ ਚਲਾ ਜਾਂਦਾ ਹੈ ਵੀ ਇਹ ਜਿਹੜਾ ਹੈਗਾ ਸਰਕਾਰ ਪ੍ਰਤੀ ਬੰਦਾ ਜਿਹੜਾ ਹੈਗਾ ਇਹ ਲਾਇਲ ਨਹੀਂ ਰਿਹਾ, ਗੁੱਡ ਬਿਹੇਵੀਅਰ ਨਹੀਂ ਰਿਹਾ ਹੈਗਾ, ਤਾਂ ਉਹ ਆਪਣੇ ਜਿਹੜਾ ਪ੍ਰੋਸੈਸ ਉਹਨਾਂ ਦਾ ਹੈਗਾ ਮਿਲਟਰੀ ਡਿਪਾਰਟਮੈਂਟ ਦਾ, ਉਸ ਪ੍ਰੋਸੈਸ ਦੇ ਅਕੋਰਡਿੰਗ ਉਸ ਦੀ ਜਿਹੜੀ ਰਿਵਾਰਡ ਨੂੰ ਦਿੱਤਾ ਗਿਆ ਉਹਨੂੰ ਫॉरफिट ਵੀ ਕੀਤਾ ਜਾ ਸਕਦਾ ਹੈ। ਕੈਸ਼ ਪੇਮੈਂਟ ਦੀ ਗੱਲ ਕੀਤੀ ਹੈ, ਇਟ ਇਜ਼ ਟੂ ਬੀ ਪੇਡ ਮੰਥਲੀ ਬਾਈ ਦਾ ਆਰਮੀ ਥਰੂ ਦਾ ਯੂਨਿਟ ਪੇ ਬਿਲ। ਜਿਹੜੀ ਪੈਨਸ਼ਨ ਦੀ ਗੱਲ ਕੀਤੀ ਗਈ ਹੈ, ਉੱਪਰੋਂ ਸੈਂਟਰ ਗਵਰਨਮੈਂਟ ਤੋਂ ਕਿਸੇ ਵਿਅਕਤੀ ਨੂੰ ਪੈਨਸ਼ਨ ਲੱਗ ਕੇ ਆਉਂਦੀ ਹੈਗੀ ਹੈ, ਉਹਦੇ ਵਿੱਚ ਸਾਡਾ ਕਲੈਕਟਰ ਦਾ ਕੋਈ ਰੋਲ ਨਹੀਂ ਹੁੰਦਾ ਕਿਉਂਕਿ ਇਹ ਲੈਂਡ ਰੈਵਨਿਊ ਦੇ ਨਾਲ ਕੰਸਰਨ ਨਹੀਂ ਹੁੰਦੀ ਤੇ ਨਾ ਹੀ ਕਿਸੇ ਲੈਂਡ ਦੇ ਨਾਲ ਕੰਸਰਨ ਹੁੰਦੇ। ਇਹ ਯੂਨਿਟ ਪੇ ਬਿਲ ਜਿਹੜੇ ਬਣਦੇ ਹੈਗੇ ਆਰਮੀ ਦੇ ਥਰੂ, ਠੀਕ ਹੈ, ਉਹਨਾਂ ਵੱਲੋਂ ਹੀ ਜਿਹੜੀ ਮੰਥਲੀ ਪੇਮੈਂਟ ਕੀਤੀ ਜਾਂਦੀ ਹੈ ਆਰਮੀ ਦੇ ਜਿਹੜੇ ਕੋਈ ਵਿਅਕਤੀ ਹੁੰਦੇ ਆ ਜਿਹਨੂੰ ਕੋਈ ਸਰਕਾਰ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਕੋਈ ਪੈਨਸ਼ਨ ਲਗਾਈ ਜਾਂਦੀ ਹੈ, ਇਹ ਆਰਮੀ ਡਿਪਾਰਟਮੈਂਟ ਵੱਲੋਂ ਡਾਇਰੈਕਟਲੀ ਤੌਰ ਤੇ ਮੰਥਲੀ ਯੂਨਿਟ ਪੇ ਬਿਲ ਦੇ ਤੌਰ ਤੇ ਬਣਾ ਕੇ ਉਹਨੂੰ ਜਿਹੜੀ ਪੇਮੈਂਟ ਅਦਾ ਕੀਤੀ ਜਾਂਦੀ ਹੈ। ਫਿਰ ਹੈਗਾ ਐਡਜਸਟਮੈਂਟ ਆਫ ਦਾ ਸਿਵਲ ਐਂਡ ਮਿਲਟਰੀ ਐਸਟੀਮੇਟਸ ਇਨ ਕਨੈਕਸ਼ਨ ਐਨੂਅਲ ਮਿਲਟਰੀ ਗ੍ਰਾਂਟਸ ਐਂਡ ਜਗੀਰਸ। ਦੇਖੋ, ਇੱਕ ਸੈਂਟਰ ਗਵਰਨਮੈਂਟ ਹੈ, ਇੱਕ ਸਟੇਟ ਗਵਰਨਮੈਂਟ ਹੈਗੀ ਹੈ। ਸਟੇਟ ਗਵਰਨਮੈਂਟ ਜਿਹੜੀਆਂ ਸੀਗੀਆਂ ਉਹ ਜਿਹੜਾ ਸਮਾਨਾ ਸੀਗਾ ਉਹ ਟੋਟਲੀ ਡਿਪੈਂਡ ਔਨ ਦਾ ਜਿਹੜਾ ਉਹਦਾ ਮੇਜਰ ਸੋਰਸ ਆਫ ਇਨਕਮ ਹੁੰਦਾ ਸੀ ਉਹ ਲੈਂਡ ਰੈਵਨਿਊ ਸੀਗਾ ਉਸ ਵੇਲੇ ਜਦੋਂ ਇਹ ਲਾਅ ਬਣੇ ਹੈਗੇ ਆ। ਤਾਂ ਹੁਣ ਸੈਂਟਰ ਗਵਰਨਮੈਂਟ ਨੇ ਕੋਈ ਆਰਡਰ ਪਾਸ ਕਰ ਦਿੱਤਾ, ਸਟੇਟ ਗਵਰਨਮੈਂਟ ਕੋਲ ਭੇਜ ਦਿੱਤਾ ਵੀ ਇਸ ਵਿਅਕਤੀ ਨੂੰ ਜਿਹੜੀ ਹੈਗੀ ਹੈ ਅਸਾਈਨਮੈਂਟ ਦਿੱਤੀ ਜਾਂਦੀ ਹੈ, ਜਾਂ ਇੰਨੀ ਜ਼ਮੀਨ ਦਿੱਤੀ ਜਾਂਦੀ ਹੈ, ਜਾਂ ਇੰਨੀ ਅਮਾਊਂਟ ਦਿੱਤੀ ਜਾਂਦੀ ਹੈ, ਐਜ ਜ਼ਗੀਰ ਦਿੱਤੀ ਜਾਂਦੀ ਹੈ, 2 ਪਿੰਡਾਂ ਦਾ 3 ਪਿੰਡਾਂ ਦਾ ਜਿਹੜਾ ਮਾਮਲਾ ਹੈਗਾ ਉਹ ਦਿੱਤਾ ਜਾਂਦਾ ਹੈ। ਪਰ ਫਿਰ ਇਹਦੇ ਵਿੱਚ ਕੀ ਹੁੰਦਾ ਹੈ, ਸਟੇਟ ਗਵਰਨਮੈਂਟ ਕੀ ਕਹਿੰਦੀ ਹੈ, ਸਟੇਟ ਗਵਰਨਮੈਂਟ ਨੂੰ ਵੀ ਆਪਦੇ ਖਰਚਿਆਂ ਦੇ ਜੋ ਸਟੇਟ ਗਵਰਨਮੈਂਟ ਪੇ ਕਰ ਰਹੀ ਹੈ, ਤਾਂ ਸਟੇਟ ਗਵਰਨਮੈਂਟ ਦੀ ਜਿਹੜੀ ਹੈਗੀ ਹੈ ਸੈਂਟਰ ਗਵਰਨਮੈਂਟ ਨਾਲ ਕੋਈ ਐਡਜਸਟਮੈਂਟ ਹੋ ਜਾਂਦੀ ਹੈ। ਐਸੇ ਗ੍ਰਾਂਟਸ ਤੋਂ ਸਟੇਟ ਗਵਰਨਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਨੇ, ਤਾਂ ਸੈਂਟਰ ਗਵਰਨਮੈਂਟ ਵੱਲੋਂ ਵੀ ਕੁਛ ਨਾ ਕੁਛ ਜਿਹੜੀਆਂ ਹੈਗੀਆਂ ਸਟੇਟ ਗਵਰਨਮੈਂਟ ਨੂੰ ਕੁਛ ਹੈਲਪ ਕੀਤੀ ਜਾਂਦੀ ਹੈ। ਤਾਂ ਜਿਹੜੀਆਂ ਐਸੀਆਂ ਜਿਹੜੀਆਂ ਇੱਥੇ ਕੀ ਹੈ ਐਡਜਸਟਮੈਂਟ ਹੈਗੀ ਹੈ, ਐਡਜਸਟਮੈਂਟ ਸਿਵਲ ਐਂਡ ਮਿਲਟਰੀ ਐਸਟੀਮੇਟਸ, ਜਦੋਂ ਕੋਈ ਐਸਟੀਮੇਟ ਬਣਦੇ ਨੇ, ਖਰਚਿਆਂ ਦੇ ਐਸਟੀਮੇਟ ਬਣਦੇ ਨੇ, ਠੀਕ ਹੈ, ਸੈਂਟਰ ਗਵਰਨਮੈਂਟ ਦੇ ਬਣਦੇ ਨੇ, ਸਟੇਟ ਗਵਰਨਮੈਂਟ ਦੇ ਬਣਦੇ ਨੇ। ਕੁਝ ਸਟੇਟ ਗਵਰਨਮੈਂਟ ਨੇ ਜਿਹੜੇ ਖਰਚੇ ਕਰਨੇ ਹੁੰਦੇ ਨੇ ਔਨ ਬਿਹਾਫ ਦਾ ਸੈਂਟਰ ਗਵਰਨਮੈਂਟ ਕਰਨੇ ਹੁੰਦੇ ਨੇ, ਤੇ ਜਿਹੜਾ ਲੈਣ ਦੇਣ ਦਾ ਜਿਹੜਾ ਹਿਸਾਬ ਕਿਤਾਬ ਹੈਗਾ, ਸਟੇਟ ਗਵਰਨਮੈਂਟ get grants from the central government on every 1st March DC। ਤਾਂ ਸਟੇਟ ਗਵਰਨਮੈਂਟ ਜਿਹੜੀ ਹੈਗੀ ਆ ਉਹ ਸੈਂਟਰ ਗਵਰਨਮੈਂਟ ਤੋਂ ਜਿਹੜੀਆਂ ਅਸੀਂ ਗ੍ਰਾਂਟਸ ਦੇ ਹੈਗੇ ਜਿਹੜੇ ਸੈਂਟਰ ਗਵਰਨਮੈਂਟ ਤੋਂ ਲੈਂਦੀ ਹੈਗੀ ਔਨ ਐਵਰੀ 1st ਮਾਰਚ ਨੂੰ। ਜਿਹੜਾ ਕਲੈਕਟਰ ਵੱਲੋਂ ਹੈਗੀ ਇੱਕ ਰਿਪੋਰਟ ਹੈਗੀ ਆ ਇੱਦਾਂ ਦੀਆਂ ਜਿਹੜੀਆਂ ਗ੍ਰਾਂਟਸ, ਕਿੰਨੀਆਂ ਗ੍ਰਾਂਟਸ ਉਹਦੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਸੈਂਟਰ ਗਵਰਨਮੈਂਟ ਦੇ ਬੇਸਿਸ ਤੇ ਸਰਕਾਰ ਵੱਲੋਂ ਉਸ ਕਲੈਕਟਰ ਵੱਲੋਂ ਉਸ ਜ਼ਿਲ੍ਹੇ ਦੇ ਵਿੱਚ ਔਨ ਬਿਹਾਫ ਦਾ ਸੈਂਟਰ ਗਵਰਨਮੈਂਟ ਉਸ ਜ਼ਿਲ੍ਹੇ ਵਿੱਚ ਕਿੰਨੀ ਅਮਾਊਂਟ ਹੈਗੀ ਹੈ, ਕਿਸ ਕਿਸ ਪਿੰਡ ਦੀ ਪੂਰੀ ਡਿਟੇਲ ਬਣਾ ਕੇ ਜਿਹੜੀ ਹੈਗੀ ਹੈ ਹਰ ਕਲੈਕਟਰ ਵੱਲੋਂ 1 ਮਾਰਚ ਨੂੰ ਜਿਹੜੀ ਹੈਗੀ ਹੈ ਉਹ ਕੰਸਰਨਡ FCR ਨੂੰ ਭੇਜੀ ਜਾਂਦੀ ਹੈ, ਤਾਂ ਕਿ FCR ਨੂੰ ਪਤਾ ਹੋਵੇ ਵੀ ਅਸੀਂ ਸੈਂਟਰ ਗਵਰਨਮੈਂਟ ਦੇ ਬਿਹਾਫ ਦੇ ਉੱਪਰ ਕਿੰਨੀ ਪੇਮੈਂਟ ਪੂਰੇ ਸਟੇਟ ਦੇ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ, ਤਾਂ ਕਿ ਉਹ ਸੈਂਟਰ ਗਵਰਨਮੈਂਟ ਦੇ ਨਾਲ ਆਪਣੀ ਜਿਹੜੀ ਐਡਜਸਟਮੈਂਟ ਕਰਕੇ ਸੈਂਟਰ ਗਵਰਨਮੈਂਟ ਤੋਂ ਗ੍ਰਾਂਟ ਦੀ ਡਿਮਾਂਡ ਕਰ ਸਕੇ। ਨੈਕਸਟ ਹੈ ਸਪੈਸ਼ਲ ਜਗੀਰਸ। ਅਸੀਂ ਉੱਪਰ ਪੜ੍ਹਿਆ ਸੀਗਾ ਪਹਿਲਾਂ, ਹੁਣ ਅਸੀਂ ਇਹ ਜਿਹੜਾ ਸਭ ਰਿਵਾਰਡ ਬਾਰੇ ਪੜ੍ਹ ਚੁੱਕੇ ਸੀਗੇ, ਹੁਣ ਅਸੀਂ ਪੜ੍ਹਾਂਗੇ ਸਪੈਸ਼ਲ ਜਗੀਰ। ਸਪੈਸ਼ਲ ਜਗੀਰ ਕੀ ਹੈਗੀ ਆ? ਸੈਕਟਰੀ ਆਫ ਦਾ ਸਟੇਟਸ ਆਰਡਰ। ਸੈਕਟਰੀ ਆਫ ਦਾ ਸਟੇਟ ਦਾ ਆਰਡਰ ਸੀਗਾ ਕੋਈ 5/4/1917 ਦੀ ਗੱਲ ਕਰਦੇ ਆ। ਸਕੀਮ ਫਾਰ ਦਾ ਕ੍ਰੀਏਸ਼ਨ ਆਫ ਦਾ ਸਪੈਸ਼ਲ ਜਗੀਰ ਸੈਂਕਸ਼ਨ ਕੀਤੀ ਸੀ ਗਵਰਨਮੈਂਟ ਨੇ। ਸਪੈਸ਼ਲ ਜਗੀਰ ਦੇ ਸੰਬੰਧ ਵਿੱਚ ਕੋਈ ਸਕੀਮ ਬਣਾਈ ਸੀਗੀ। ਗਵਰਨਮੈਂਟ ਆਫ ਦਾ ਪੰਜਾਬ ਟੂ ਗ੍ਰਾਂਟ ਆਰਡਰਲੀ ਅਪ ਟੂ 1000 ਰੁਪਏ ਤੱਕ ਇਹ ਈਅਰ, ਵੀ ਸਰਕਾਰ ਜਿਹੜੀ ਹੈਗੀ ਆ ਗਵਰਨਮੈਂਟ ਹੈਗੀ ਆ ਇਹ 1000 ਰੁਪਏ ਤੱਕ ਜਿਹੜੀ ਹੈਗੀ ਆ ਆਰਡਰ ਦੇ ਤੌਰ ਤੇ 1000 ਰੁਪਏ ਤੱਕ 1 ਸਾਲ ਦੇ ਵਿੱਚ ਜਿਹੜੀ ਹੈਗੀ ਆ ਸਪੈਸ਼ਲ ਜਗੀਰ ਵਜੋਂ ਕਿਸੇ ਵਿਅਕਤੀ ਨੂੰ ਪੇ ਕਰ ਸਕਦੀ ਹੈ। ਉਹਦੇ ਸੈਪਰੇਟ ਰੂਲ ਬਣੇ ਹੈਗੇ ਵੱਖਰੇ। ਇਹ 1917 ਚ ਕੋਈ ਆਰਡਰ ਆਇਆ ਸੀਗਾ, ਸਾਰੇ ਸੈਕਟਰੀਜ਼ ਨੂੰ ਆਇਆ ਸੀਗਾ ਸਟੇਟ ਗਵਰਨਮੈਂਟ ਦੇ ਨੂੰ।
ਮੈਕਸਿਮਮ 5000 ਰੁਪਏ ਤੱਕ ਦੀ ਹੋ ਸਕਦੀ ਹੈ ਇੱਕ ਸਾਲ ਦੇ ਵਿੱਚ। ਐਕਸ ਆਫੀਸ਼ੀਅਲਸ ਕੈਨ ਬੀ ਗ੍ਰਾਂਟਡ ਸਪੈਸ਼ਲ ਜਗੀਰਸ। ਸਪੈਸ਼ਲ ਜਗੀਰ ਕੀ ਕਿਹਾ ਗਿਆ? ਫॉर द ਪਬਲਿਕ ਸਰਵਿਸ ਆਫਟਰ ਦਾ ਰਿਟਾਇਰਮੈਂਟ। ਸਪੈਸ਼ਲ ਜਗੀਰ ਕੀ ਹੁੰਦੀ ਹੈ? ਸਪੈਸ਼ਲ ਜਗੀਰ ਜਿਹੜੇ ਐਕਸ ਆਫੀਸ਼ੀਅਲਸ ਹੁੰਦੇ ਨੇ ਉਹਨਾਂ ਨੂੰ ਦਿੱਤੀ ਜਾਂਦੀ ਹੈ। ਕਦੋਂ ਦਿੱਤੀ ਜਾਂਦੀ ਹੈ? ਜਦੋਂ ਉਹ ਰਿਟਾਇਰ ਹੋ ਜਾਂਦੇ ਨੇ। ਰਿਟਾਇਰ ਹੋਣ ਤੋਂ ਬਾਅਦ ਜਦੋਂ ਕੋਈ ਪਬਲਿਕ ਸਰਵਿਸ ਦੇ ਲਈ ਕੰਮ ਕਰਦੇ ਨੇ, ਕੋਈ ਸੋਸ਼ਲ ਵਰਕ ਕਰਦੇ ਨੇ, ਠੀਕ ਹੈ, ਕੋਈ ਸਰਕਾਰ ਦੇ ਪ੍ਰਤੀ ਕੋਈ ਸਰਕਾਰ ਦੀ ਹੈਲਪ ਹੋ ਜੋ ਕੋਈ ਕੰਮ ਕਰਦੇ ਨੇ, ਕਿਸੇ ਨੇ ਐਜੂਕੇਸ਼ਨ ਦੇ ਲੈਵਲ ਤੇ ਕੋਈ ਕੰਮ ਕੀਤਾ, ਕਿਸੇ ਨੇ ਕੋਈ ਵੱਖਰੇ ਹੋਰ ਮਤਲਬ ਕਿ ਡਿਪਾਰਟਮੈਂਟ ਦੇ ਕੋਈ ਕੰਮ ਕੀਤਾ, ਸੈਨੇਟਰੀ ਦਾ ਕੰਮ ਕੀਤਾ, ਕੋਈ ਸੈਨੇਟਰੀ ਲੈਵਲ ਤੇ ਕੰਮ ਕੀਤਾ, ਕਾਰਪੋਰੇਸ਼ਨ ਦੇ ਲੈਵਲ ਤੇ ਕੋਈ ਕੰਮ ਕੀਤਾ ਹੈਗਾ, ਇਦਾਂ ਦਾ ਕੋਈ ਜਿਹੜਾ ਵਰਕ ਹੈਗਾ ਕਿਸੇ ਐਕਸ ਆਫੀਸ਼ੀਅਲ ਵਜੋਂ ਕੀਤਾ ਜਾਂਦਾ ਹੈ, ਤਾਂ ਉਸ ਨੂੰ ਜਿਹੜੀ ਇਹ ਸਪੈਸ਼ਲ ਜਗੀਰ ਜਿਹੜੀ ਹੈਗੀ ਦਿੱਤੀ ਜਾਂਦੀ ਹੈ। ਰਿਕਮੈਂਡੇਸ਼ਨਸ ਇਸ ਜਗੀਰ ਦੇ ਲਈ ਜਿਹੜੀਆਂ ਹੈਗੀਆਂ ਨੇ, ਰਿਕਮੈਂਡੇਸ਼ਨਸ ਕੌਣ ਕਰਦਾ ਹੈ ਇਹਦੀਆਂ? ਇਨ ਫੇਵਰ ਆਫ ਦਾ ਪਰਸਨਸ। ਕਿਹੜੇ ਵਿਅਕਤੀ ਦੇ ਹੱਕ ਦੇ ਵਿੱਚ ਇਹ ਜਿਹੜੀ ਰਿਕਮੈਂਡੇਸ਼ਨ ਜਾਂਦੀ ਹੈ? ਜਦੋਂ ਕਿਸੇ ਨੂੰ ਸਪੈਸ਼ਲ ਜਗੀਰ ਲਗਾਈ ਜਾਂਦੀ ਹੈ ਤਾਂ ਪਹਿਲਾਂ ਥੱਲੋਂ ਇਹਦੀ ਰਿਕਮੈਂਡੇਸ਼ਨਸ ਹੁੰਦੀ ਹੈ। ਰਿਕਮੈਂਡੇਸ਼ਨ ਦੇ ਲਈ ਕਿਸ ਵਿਅਕਤੀ ਦਾ ਨਾਮ ਜਿਹੜਾ ਰਿਕਮੈਂਡ ਕੀਤਾ ਜਾਂਦਾ ਹੈ? ਜਿਹੜਾ ਐਡਮਿਨਿਸਟ੍ਰੇਸ਼ਨ ਦੇ ਪੱਖ ਦੇ ਵਿੱਚ, ਸਰਕਾਰ ਦੇ ਪੱਖ ਦੇ ਵਿੱਚ ਕੋਈ ਲਾਇਲ ਹੋਵੇ ਵਿਅਕਤੀ, ਉਹਦੀ ਲਾਇਲਟੀ ਹੋਵੇ ਤੇ ਉਹਦਾ ਗੁੱਡ ਬਿਹੇਵੀਅਰ ਹੋਵੇ, ਸਰਕਾਰ ਦੇ ਪੱਖ ਦੇ ਵਿੱਚ ਲਾਇਲ ਹੋਵੇ, ਸਰਕਾਰ ਦੀ ਐਡਮਿਨਿਸਟ੍ਰੇਸ਼ਨ ਦੀ ਪਾਰਟਿਕੂਲਰ ਐਡਮਿਨਿਸਟ੍ਰੇਸ਼ਨ ਦੀ ਉਸ ਜ਼ਿਲ੍ਹੇ ਦੇ ਵਿੱਚ ਜਿਹੜਾ ਕੋਈ ਐਡਮਿਨਿਸਟ੍ਰੇਟਿਵ ਦਾ ਅਧਿਕਾਰੀ ਹੈ, ਜਿਵੇਂ ਕਲੈਕਟਰ ਹੈਗਾ, ਠੀਕ ਹੈ, ਉਹ ਹੈਲਪ ਕਰਦਾ ਹੋਵੇ, ਵੱਖਰੇ ਵੱਖਰੇ ਉਹ ਕੰਮ ਕਰਦਾ ਹੋਵੇ, ਵਰਕ ਡਨ ਕੀਤੇ ਹੋਏ ਨੇ, ਕਿਹੜੇ ਕਿਸ ਤੇ ਲਾਅ ਐਂਡ ਆਰਡਰ ਦੇ ਵਿੱਚ ਸਰਕਾਰ ਦੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਵਿੱਚ ਸਰਕਾਰ ਦੀ ਹੈਲਪ ਕਰਦਾ ਹੋਵੇ, ਜਾਂ ਐਜੂਕੇਸ਼ਨ ਦੇ ਪੱਧਰ ਤੇ ਕੋਈ ਉਸਨੇ ਵਧੀਆ ਕੰਮ ਕੀਤੇ ਹੋਣ, ਸੈਨੀਟੇਸ਼ਨ ਦੇ ਪੱਧਰ ਤੇ ਕੋਈ ਵਧੀਆ ਕੰਮ ਕੀਤੇ ਹੋਣ, ਪਿੰਡਾਂ ਦੇ ਵਿੱਚ ਬਾਥਰੂਮ ਵਗੈਰਾ ਵਗੈਰਾ ਇਦਾਂ ਦੇ ਟਾਇਲਟਸ ਵਗੈਰਾ ਦੇ ਲੈਵਲ ਤੇ ਕੋਈ ਅੱਛਾ ਉਹਨੇ ਕੋਈ ਆਪਦਾ ਕੰਮ ਕੀਤਾ ਹੋਵੇ, ਮੈਡੀਕਲ ਬੇਸਿਸ ਤੇ ਕੋਈ ਕੰਮ ਕੀਤਾ ਹੋਵੇ, ਖੂਨਦਾਨ ਦੇ ਕੈਂਪ ਲਗਵਾਏ ਹੋਣ, ਠੀਕ ਹੈ ਜੀ, ਮਤਲਬ ਕਿ ਕੋਈ ਜ਼ਖਮੀਆਂ ਦੀ ਮਦਦ ਕਰਦਾ ਹੋਵੇ, ਕੋਈ ਇਦਾਂ ਦੇ ਕੋਈ ਐਕਸੀਡੈਂਟਸ ਹੁੰਦੇ ਹੋ ਉਹਨਾਂ ਦੀ ਕੋਈ ਹੈਲਪ ਕਰਦਾ ਹੋਵੇ, ਸਪੈਸ਼ਲ ਤੌਰ ਤੇ ਕੋਈ ਐਂਬੂਲੈਂਸ ਬਣਾਈ ਹੋਈ ਹੋਵੇ, ਮਤਲਬ ਕਿ ਮੈਡੀਕਲ ਲੈਵਲ ਤੇ ਕੋਈ ਵਧੀਆ ਕੰਮ ਕੀਤੇ ਹੋਣ, ਜਾਂ ਫਿਰ ਕੋਈ ਐਗਰੀਕਲਚਰ ਦੇ ਪੱਧਰ ਤੇ ਵੀ ਕੋਈ ਇੰਪਰੂਵਮੈਂਟਸ ਦੇ ਕੰਮ ਕੀਤੇ ਹੋਣ, ਠੀਕ ਹੈ, ਪਲਾਂਟਿੰਗ ਦਾ ਟਰੀਜ਼, ਕੋਈ ਟਰੀਜ਼ ਦਾ ਪਲਾਂਟਿੰਗ ਦਾ ਕੋਈ ਵਧੀਆ ਸਕੀਮਾਂ ਬਣਾ ਕੇ ਮਤਲਬ ਕਿ ਫੋਰੈਸਟਿੰਗ ਦੇ ਵਿੱਚ ਵੀ ਅੱਛੇ ਕੰਮ ਕੀਤੇ ਹੋਣ, ਠੀਕ ਹੈ। ਇਹੋ ਜਿਹੇ ਵਿਅਕਤੀ ਜਿਹੜੇ ਹੈਗੇ ਜਿੱਥੇ ਕਿਤੇ ਉਸ ਜ਼ਿਲ੍ਹੇ ਦਾ ਜਿਹੜਾ ਕਲੈਕਟਰ ਹੈਗਾ ਉਹਨੂੰ ਲੱਗਦਾ ਹੈਗਾ ਵੀ ਐਸੇ ਵਿਅਕਤੀ ਨੂੰ ਜਿਹੜਾ ਹੈਗਾ ਰਿਵਾਰਡ ਦੇਣਾ ਚਾਹੀਦਾ ਹੈ, ਇਹਦੀ ਰਿਕਮੈਂਡੇਸ਼ਨਸ ਹੈ, ਇਹਨੂੰ ਐਜ ਏ ਸਪੈਸ਼ਲ ਜਗੀਰ ਵਜੋਂ ਪੇਮੈਂਟ ਦੇਣੀ ਬਣਦੀ ਹੈਗੀ ਹੈ, ਤਾਂ ਕਿ ਜਿਹੜੇ ਲੋਕ ਹੈਗੇ ਹੋਰ ਵੀ ਅੱਛੇ ਕੰਮ ਕਰਨ, ਠੀਕ ਹੈ। ਇਹ ਰਿਵਾਰਡਾਂ ਦਿੱਤੀਆਂ ਕਿਉਂ ਜਾਂਦੀਆਂ ਆਪਾਂ ਦੇਖਦੇ ਹਾਂ, ਇਹ ਰਿਵਾਰਡਸ ਤਾਂ ਦਿੱਤੇ ਜਾਂਦੇ ਆ ਤਾਂ ਕਿ ਉਸ ਨੂੰ ਦੇਖਦੇ ਹੋਏ ਜਿਹੜੇ ਹੋਰ ਵਿਅਕਤੀ ਵੀ ਜਿਹੜੇ ਹੈਗੇ ਆ ਉਹ ਐਸੇ ਵੱਲ ਅੱਗੇ ਆਉਣ, ਐਸੇ ਕੰਮ ਕਰਨ ਦੇ ਵਿੱਚ ਅੱਗੇ ਆਉਣ, ਆਪਣਾ ਹੱਥ ਵਧਾਉਣ। ਪਰ ਇੱਥੇ ਨਾਲ ਇਹ ਵੀ ਕਿਹਾ ਹੈਗਾ ਵੀ ਕਿਸੇ ਜਿਹੜੀ ਰਿਕਮੈਂਡੇਸ਼ਨਸ ਕਰਨੀਆਂ, ਕੋਈ ਵਿਅਕਤੀ ਨੂੰ ਕਿਸੇ ਨੂੰ ਆਲਰੇਡੀ ਜਿਹੜੀ ਗ੍ਰਾਂਟ ਮਿਲ ਰਹੀ ਹੋਵੇ, ਪਹਿਲਾਂ ਪੈਨਸ਼ਨ ਆਲਰੇਡੀ ਗ੍ਰਾਂਟਡ ਐਜ ਏ ਅਵਾਰਡ, ਕੋਈ ਕਿਸੇ ਨੂੰ ਗ੍ਰਾਂਟ ਮਿਲ ਰਹੀ ਹੋਵੇ, ਐਜ ਏ ਕੈਸ਼ ਮਿਲ ਰਹੀ ਹੋਵੇ, ਜਾਂ ਐਜ ਏ ਲੈਂਡ ਨੂੰ ਦੇ ਦਿੱਤੀ ਗਈ ਹੋਵੇ, ਤਾਂ ਫਿਰ ਜਿਹੜਾ ਐਸਾ ਵਿਅਕਤੀ ਹੈਗਾ ਉਸ ਨੂੰ ਦੁਬਾਰਾ ਫਿਰ ਜਿਹੜੀ ਸਪੈਸ਼ਲ ਜਗੀਰ ਵਜੋਂ ਉਹਦਾ ਜਿਹੜਾ ਨਾਮ ਹੈਗਾ ਉਹ ਰਿਕਮੈਂਡ ਨਹੀਂ ਹੋਣਾ ਚਾਹੀਦਾ, ਠੀਕ ਹੈ, ਜਾਣੀ ਕਿ ਰਿਪੀਟਿੰਗ ਨਹੀਂ ਹੋਣੀ ਚਾਹੀਦੀ। ਜਿਸ ਮੈਨੂੰ ਰਿਵਾਰਡ ਮਿਲਿਆ ਹੈਗਾ ਉਸ ਨੂੰ ਬਾਰ-ਬਾਰ ਰਿਵਾਰਡ ਆਪਾਂ ਦਈਏ, ਉਹ ਉਸ ਦੀ ਥਾਂ ਤੇ ਕੋਈ ਨਵਾਂ ਵਿਅਕਤੀ ਜਿਸ ਨੇ ਕੋਈ ਹੋਰ ਅੱਛੇ ਕੰਮ ਕੀਤੇ ਹੈਗੇ ਨੇ, ਉਹਦਾ ਜਿਹੜਾ ਨਾਮ ਹੈਗਾ ਉਸਦਾ ਐਜ ਏ ਸਪੈਸ਼ਲ ਜਗੀਰ ਦੇ ਸੰਬੰਧ ਵਿੱਚ ਜਿਹੜਾ ਉਸ ਏਰੀਏ ਦੇ ਜਿਹੜਾ ਹੈਡ ਹੈਗਾ ਉਸ ਵੱਲੋਂ ਰਿਕਮੈਂਡ ਕੀਤਾ ਜਾਂਦਾ ਹੈਗਾ। ਰਿਕਮੈਂਡੇਸ਼ਨ ਕੈਨ ਬੀ ਰਿਪੀਟਡ ਇਫ ਪ੍ਰੀਵੀਅਸ ਨਾਟ ਅਸੈਪਟਡ। ਜੇ ਕਿਸੇ ਵੇਲੇ ਕਿਸੇ ਸਾਲ ਦੇ ਵਿੱਚ ਕਿਸੇ ਬੰਦੇ ਦਾ ਜਿਹੜਾ ਨਾਮ ਸੀਗਾ ਉਹ ਭੇਜਿਆ ਸੀ ਗਵਰਨਮੈਂਟ ਨੂੰ, ਠੀਕ ਹੈ, ਜਗੀਰ ਅਲਾਟ ਕਰਨ ਦੀ ਖਾਤਰ, ਉਸਨੂੰ ਜਗੀਰ ਗ੍ਰਾਂਟ ਕਰਨ ਦੀ ਖਾਤਰ, ਪਰ ਉਸ ਵੇਲੇ ਜਿਹੜੀ ਹੈਗੀ ਰਿਕਮੈਂਡੇਸ਼ਨਸ ਨਹੀਂ ਪੂਰੀ ਹੋਈ, ਰਿਕਮੈਂਡੇਸ਼ਨ ਨਹੀਂ ਮੰਨੀ ਕੀਤਾ, ਦੁਬਾਰਾ ਵੀ ਜਿਹੜਾ ਹੈਗਾ ਨਾਮ ਫਿਰ ਰਿਕਮੈਂਡ ਕੀਤਾ ਜਾ ਸਕਦਾ ਹੈ। ਜੇ ਕਿਸੇ ਦਾ ਨਾਮ ਰਿਕਮੈਂਡ ਕਰਨਾ ਹੈ ਤਾਂ ਉਹਦਾ ਕੀ ਪ੍ਰੋਸੀਜਰ ਹੋਣਾ ਚਾਹੀਦਾ, ਕੀ ਜਿਹੜਾ ਹੈਗਾ ਮਤਲਬ ਉਹਦੇ ਵਿੱਚ ਕੀ ਪਾਰਟੀਕੂਲਰ ਉਹਦੇ ਜਿਹੜੇ ਵਿਅਕਤੀ ਦੇ ਹੈਗੇ ਨੇ ਜਿਹਨੇ ਬੰਦੇ ਹੈਗੇ ਆ ਉਹਦਾ ਜਿਹੜਾ ਨਾਮ ਲਿਖਿਆ ਜਾਏਗਾ, ਕਿਸ ਵਿਅਕਤੀ ਨੂੰ ਅਸੀਂ ਜਿਹੜੀ ਜਗੀਰ ਇਹ ਸਪੈਸ਼ਲ ਜਗੀਰ ਦੇਣੀ ਚਾਹੁੰਦੇ ਹਾਂ, ਉਹਦਾ ਨਾਮ, ਉਹਦੇ ਫਾਦਰ ਦਾ ਨਾਮ, ਉਹਦੀ ਟ੍ਰਾਈਬ ਕੀ ਹੈ, ਕਿਸ ਟ੍ਰਾਈਬ ਨਾਲ ਸੰਬੰਧ ਰੱਖਦਾ ਹੈਗਾ, ਉਹਦਾ ਐਡਰੈਸ, ਪਤਾ, ਨਾਮ, ਪਿੰਡ ਕਿਹੜਾ ਹੈਗਾ, ਐਡਰੈਸ, ਠੀਕ ਹੈ, ਇਹ ਸਾਰਾ ਕੁਛ ਹੈਗਾ ਜਿਹੜਾ ਵੇਰਵਾ ਦਿੰਦੇ ਹੋਏ ਜਿਹੜਾ ਜਦੋਂ ਰਿਕਮੈਂਡੇਸ਼ਨ ਹੋਣੀ ਹੈ ਉਹ 'ਚ ਸਾਰੇ ਪਾਰਟੀਕੂਲਰ ਇਹ ਹੋਣੇ ਚਾਹੀਦੇ ਨੇ ਕਿ ਇਹ ਜਿਹੜਾ ਵਿਅਕਤੀ ਹੈਗਾ, ਪਰਸਨ ਹੈਗਾ, ਕਿ ਆਫੀਸ਼ੀਅਲ ਸਟੇਟਸ ਦਾ ਕੀ ਹੈਗਾ, ਵਰਕਿੰਗ ਔਰ ਗੈਟਿੰਗ ਪੈਨਸ਼ਨ, ਕੀ ਇਹ ਵਰਕ ਕਰ ਰਿਹਾ ਹੈ ਕਿਤੇ, ਜਾਂ ਪੈਨਸ਼ਨ ਲੈ ਰਿਹਾ ਹੈਗਾ ਕਿਤੇ ਪਹਿਲਾਂ ਆਲਰੇਡੀ, ਠੀਕ ਹੈ। ਟੋਟਲ ਏਰੀਆ ਆਫ ਦਾ ਲੈਂਡ, ਜੇਕਰ ਇਹਦੇ ਕੋਲ ਜ਼ਮੀਨ ਹੈਗੀ ਹੈ, ਆਲਰੇਡੀ ਜ਼ਮੀਨ ਹੈਗੀ ਹੈ, ਤਾਂ ਇਹਦੇ ਕੋਲ ਜ਼ਮੀਨ ਕਿੰਨੀ ਹੈ, ਉਹਦਾ ਕਿੰਨਾ ਲੈਂਡ ਇਹਨੂੰ ਪੇ ਕਰ ਰਿਹਾ ਹੈ, ਜਾਂ ਫਿਰ ਇਹਦੇ ਕੋਲੇ ਜੇ ਕੋਈ ਹਾਊ ਮਚ ਏਰੀਆ ਰਿਸੀਵਡ ਐਜ਼ ਰਿਵਾਰਡ ਵਜੋਂ ਇਸ ਨੂੰ ਕਿੰਨੀ ਜ਼ਮੀਨ ਪਹਿਲਾਂ ਆਲਰੇਡੀ
ਦਿੱਤੀ ਜਾ ਚੁੱਕੀ ਹੈ ਗ੍ਰਾਂਟ ਵਜੋਂ ਸਰਕਾਰ ਵੱਲੋਂ, ਕਿੰਨੀ ਜ਼ਮੀਨ ਦਿੱਤੀ ਜਾ ਚੁੱਕੀ ਹੈ, ਜਾਂ ਫਿਰ ਆਲਰੇਡੀ ਅਸਾਈਨਮੈਂਟ ਆਫ ਦਾ ਲੈਂਡ ਰੈਵਨਿਊ, ਜਾਂ ਫਿਰ ਕੀ ਇਸ ਨੂੰ ਕੋਈ ਆਲਰੇਡੀ ਜਿਹੜਾ ਲੈਂਡ ਰੈਵਨਿਊ ਹੈ ਉਹ ਸਾਈਨ ਕੀਤਾ ਗਿਆ, ਕੋਈ 400-500 ਰੁਪਇਆ ਪਰ ਈਅਰ ਕੋਈ ਅਸਾਈਨਮੈਂਟ ਹੋਈ ਵੀ ਜਾਂ ਨਹੀਂ ਹੋਈ ਵੀ। ਮਤਲਬ ਕਿ ਇਹ ਕੋਈ ਗੱਲ ਛਪਾ ਕੇ ਨਹੀਂ ਰੱਖੀ ਜਾ ਸਕਦੀ। ਸਾਰੀ ਰਿਕਮੈਂਡੇਸ਼ਨ ਜਦੋਂ ਕਰਨੀ ਹੈ, ਸਾਰੇ ਵੇਰਵੇ ਜਿਹੜੇ ਹੈਗੇ ਆ ਉਸ ਅਧਿਕਾਰੀ ਵੱਲੋਂ ਦਿੱਤੇ ਜਾਣਗੇ। ਰਿਵਾਰਡ ਆਲਰੇਡੀ ਰਿਸੀਵਡ, ਕਿ ਇਸ ਨੂੰ ਪਹਿਲਾਂ ਕੋਈ ਆਲਰੇਡੀ ਰਿਵਾਰਡ ਹੋਇਆ ਦਿੱਤਾ ਗਿਆ। ਸਪੈਸ਼ਲ ਜ਼ਗੀਰ ਨਾਓ ਪ੍ਰਪੋਜ਼ਡ, ਜਿਹੜੀ ਹੁਣ ਸਪੈਸ਼ਲ ਜ਼ਗੀਰ ਹੈ ਉਹ ਪ੍ਰਪੋਜ਼ ਕੀਤੀ ਜਾ ਰਹੀ ਹੈ, ਉਹਦੀ ਅਮਾਊਂਟ ਕਿੰਨੀ ਹੋਣੀ ਚਾਹੀਦੀ ਹੈ। ਹੈਜ਼ ਪ੍ਰਪੋਜ਼ਡ ਗਰੰਟੀ ਲੀਨੀਅੰਟ ਡਿਸੈਂਡੈਂਟ ਆਫ ਦਾ ਗਰੰਟੀ ਗੈਟਿੰਗ ਹਾਫ ਗ੍ਰਾਂਟ, ਜਦੋਂ ਇਹੋ ਜਿਹੇ ਕੇਸ ਦੇ ਵਿੱਚ ਕਿਸੇ ਨੂੰ ਜਿਹੜੀ ਹੈਗੀ ਹੈ ਗ੍ਰਾਂਟ ਦਿੱਤੀ ਜਾਂਦੀ ਹੈ ਤਾਂ ਉਹਦੀ ਜਿਹੜੀ ਸੈਕੰਡ ਜਨਰੇਸ਼ਨ ਹੁੰਦੀ ਹੈ ਲੀਨੀਅੰਟ ਡਿਸੈਂਡੈਂਟ, ਉਹਦਾ ਅਗਲਾ ਵਾਰਸ ਜਿਹੜਾ ਹੈਗਾ, ਉੱਥੇ ਜਿਹੜੀ ਇਹ ਗ੍ਰਾਂਟ ਹੈ ਹਾਫ ਰਹਿ ਜਾਂਦੀ ਹੈ। ਗਰਾਊਂਡਸ ਔਨ ਵਿਚ ਗ੍ਰਾਂਟ ਪ੍ਰਪੋਜ਼ਡ ਬਾਈ ਦਾ ਡੀਸੀ, ਜੇ ਡੀਸੀ ਕੋਈ ਗ੍ਰਾਂਟ ਕਿਸੇ ਬੰਦੇ ਦਾ ਜਿਹੜਾ ਨਾਮ ਹੈਗਾ ਪ੍ਰਪੋਜ਼ ਕਰ ਰਿਹਾ ਹੈ, ਰਿਕਮੈਂਡ ਕਰ ਰਿਹਾ ਹੈ, ਤਾਂ ਉਹਦੀਆਂ ਜਿਹੜੀਆਂ ਗਰਾਊਂਡ ਨੇ ਸਾਰੀਆਂ, ਉਹਦੇ ਜਿਹੜੇ ਵਰਕ ਕੀਤੇ ਜਾ ਰਹੇ ਨੇ ਉਹਦੇ ਵੱਲੋਂ, ਜਿਵੇਂ ਆਪਾਂ ਉੱਪਰ ਡਿਸਕਸ ਕਰਕੇ ਗਏ ਹਾਂ ਵੀ ਸੋਸ਼ਲ ਵਰਕ, ਕੋਈ ਇਕਨੋਮਿਕਲ, ਕੋਈ ਸੋਸ਼ਲੀ ਤੌਰ ਤੇ ਜਿਹੜੇ ਹੈਗੇ ਆ ਸਮਾਜ ਦੀ ਭਲਾਈ ਦੇ ਕੋਈ ਕੰਮ ਕੀਤੇ ਹੋਏ ਉਹਨਾਂ ਇਸ ਵਿਅਕਤੀ ਨੇ, ਉਹ ਸਾਰੀਆਂ ਜਿਹੜੀਆਂ ਗਰਾਊਂਡਸ ਹੈਗੀਆਂ ਨੇ ਉਹ ਕਲੈਕਟਰ ਵੱਲੋਂ ਸਾਰੀਆਂ ਮਤਲਬ ਕਿ ਜਦੋਂ ਇਹਦੇ ਕਿਸੇ ਦਾ ਨਾਮ ਰਿਕਮੈਂਡ ਕਰਨਾ ਹੈਗਾ, ਡਿਟੇਲ ਜਿਹੜੀ ਹੈਗੀ ਉਹ ਦਿੱਤੀ ਜਾਏਗੀ। ਫਿਰ ਇਹ ਜਿਹੜਾ ਹੈਗਾ ਰਿਕਮੈਂਡੇਸ਼ਨਸ ਜਿਹੜੀ ਭੇਜੀ ਜਾਏਗੀ ਉਹ ਥਰੂ ਕਮਿਸ਼ਨਰ ਗਵਰਨਮੈਂਟ ਕੋਲ ਜਾਏਗੀ। ਕਮਿਸ਼ਨਰ ਵੱਲੋਂ ਵੀ ਰਿਮਾਰਕਸ ਦੇ ਕਾਲਮ ਦੇ ਵਿੱਚ ਜਿਹੜਾ ਹੈਗਾ ਆਪਦੇ ਰਿਮਾਰਕਸ ਦਿੱਤੇ ਜਾਣਗੇ। ਫਿਰ ਇੱਕ ਪੰਜਾਬ ਗਵਰਨਮੈਂਟ ਦਾ ਸਰਕੂਲਰ ਆਇਆ ਸੀਗਾ 15/10/1938 ਦੇ ਵਿੱਚ, ਉਹਦੇ ਵਿੱਚ ਕੀ ਕਿਹਾ ਸੀ, ਡਿਪਟੀ ਕਮਿਸ਼ਨਰ ਵਿਲ ਡਿਸਾਈਡ ਵਿਦ after consulting with the grantee the village from the land revenue ਜ਼ਗੀਰ to be given। ਇਸ ਆਰਡਰ 'ਚ ਕਿਹਾ ਗਿਆ ਸੀ ਵੀ ਜਦੋਂ ਕਿਸੇ ਵਿਅਕਤੀ ਨੂੰ ਕੋਈ ਜ਼ਮੀਨ ਅਲਾਟ ਕੀਤੀ ਜਾਣੀ ਹੈ, ਜਾਂ ਆਪਾਂ ਸਪੈਸ਼ਲ ਗ੍ਰਾਂਟ ਦੀ ਗੱਲ ਕਰ ਰਹੇ ਹਾਂ, ਵੀ ਤਾਂ ਕਿ ਡਿਪਟੀ ਕਮਿਸ਼ਨਰ ਉਸ ਬੰਦੇ ਨਾਲ, ਉਸ ਗਰੰਟੀ ਦੇ ਨਾਲ ਡਿਸਕਸ ਕਰੇਗਾ, ਉਸ ਨੂੰ ਬੁਲਾ ਕੇ ਪੁੱਛੇਗਾ ਵੀ ਕਿਹੜੇ ਪਿੰਡ ਦੇ ਵਿੱਚ ਤੁਸੀਂ ਜਿਹੜੀ ਜ਼ਗੀਰ ਹੈਗੀ ਹੈ ਇਹ ਲੈਂਡ ਰੈਵਨਿਊ ਦੀ ਹੈਗੀ ਹੈ ਲੈਣਾ ਚਾਹੋਗੇ। ਠੀਕ ਹੈ, ਰਿਪੋਰਟ ਟੂ ਦਾ FCR ਥਰੂ DC, ਜਿਹੜੀ DC ਦੀ ਰਿਪੋਰਟ ਹੈਗੀ ਹੈ ਉਹ FCR ਕੋਲ ਜਾਏਗੀ। ਫਿਰ ਚੁਆਇਸ ਗਰੰਟੀ ਇਜ਼ ਇਰਵੋਕੇਬਲ, ਜੇ ਕੋਈ ਚੁਆਇਸ ਉਹਨੇ ਇੱਕ ਵਾਰੀ ਦੇਤੀ ਵੀ ਮੈਂ ਫਲਾਣੇ ਪਿੰਡ ਜਿਹੜੀ ਜ਼ਮੀਨ ਲੈਣੀ ਹੈਗੀ ਹੈ, ਜਾਂ ਮੈਂ ਗ੍ਰਾਂਟ ਲੈਣੀ ਹੈ, ਜਾਂ ਮੈਨੂੰ ਲੈਂਡ ਰੈਵਨਿਊ ਜੋ ਪੇ ਕੀਤਾ ਜਾਣਾ ਹੈ ਐਜ਼ ਏ ਸਪੈਸ਼ਲ ਗ੍ਰਾਂਟ, ਐਸੇ ਸਪੈਸ਼ਲ ਜ਼ਗੀਰ ਦਿੱਤਾ ਜਾਣਾ ਹੈ, ਮੈਂ ਫਲਾਣੇ ਪਿੰਡ 'ਚ ਲੈਣਾ ਹੈ, ਇਹ ਜਿਹੜਾ ਇੱਕ ਵਾਰੀ ਪਿੰਡ ਉਸਨੇ ਦੱਸ ਦਿੱਤਾ, ਫਿਰ ਉਹ ਬਾਰ-ਬਾਰ ਉਸਨੂੰ ਚੇਂਜ ਨਹੀਂ ਕਰ ਸਕੇਗਾ, ਇਰਵੋਕੇਬਲ ਹੋਏਗਾ, ਉਹ ਬਾਰ-ਬਾਰ ਇਹਦੀ ਤਬਦੀਲੀ ਨਹੀਂ ਕਰ ਪਾਏਗਾ। ਠੀਕ ਹੈ, ਅੱਗੇ ਫਿਰ 1931 ਦੇ ਵਿੱਚ ਇੱਕ ਆਰਡਰ ਸੀਗਾ, ਲੈਟਰ ਸੀ ਸਰਕਾਰ ਦਾ, ਉਹ 'ਚ ਕਿਹਾ ਗਿਆ ਸੀ ਸਪੈਸ਼ਲ ਜ਼ਗੀਰ ਲਿਮਟਡ 2 ਲਾਈਵ, ਜਿਹੜੀ ਸਪੈਸ਼ਲ ਜ਼ਗੀਰ ਇਹ ਦਿੱਤੀ ਜਾਣੀ ਹੈ ਇਹ ਸਿਰਫ 2 ਲਾਈਵ ਤੱਕ ਹੀ ਦਿੱਤੀ ਜਾਏਗੀ। ਪਹਿਲਾਂ ਆਪਾਂ ਪੜ੍ਹ ਕੇ ਗਿਆ ਵੀ 3 ਲਾਈਵ ਤੱਕ ਜਾ ਕੇ ਚੌਥਾ ਹਿੱਸਾ ਹੋ ਜਾਂਦੀ ਹੈ ਜਿਹੜੀ ਜ਼ਗੀਰ ਹੁੰਦੀ ਹੈ। ਇਹ ਸਪੈਸ਼ਲ ਜ਼ਗੀਰ ਦੇ ਵਿੱਚ ਸਰਕਾਰ ਦਾ ਇੱਕ ਆਰਡਰ ਸੀਗਾ 3/8/1931 ਦਾ, ਉਹਦੇ ਵਿੱਚ ਕਿਹਾ ਗਿਆ ਕਿ ਸਪੈਸ਼ਲ ਜ਼ਗੀਰ ਦੀ ਜਿਹੜੀ ਲਿਮਟਡ ਹੈ ਫਾਰ 2 ਲਾਈਵ ਹੈ ਓਨਲੀ, ਜਿਵੇਂ ਕਿ ਪਹਿਲੇ ਸਾਲ ਜਿਹੜੀ ਹੈਗੀ ਹੈ ਪਹਿਲਾ ਜਿਹੜਾ ਜ਼ਗੀਰ ਦਾ ਜਿਹੜਾ ਜਨਤਾ ਹੈਗਾ ਉਹਨੂੰ ਪੂਰੀ ਮਿਲੇਗੀ ਜਿੰਨੀ ਅਲਾਟ ਹੋਈ ਹੈ। ਫਿਰ ਜਿਹੜੀ ਸੈਕੰਡ ਜਨਰੇਸ਼ਨ ਹੈਗੀ ਹੈ ਉਹਦੀ ਡੈਥ ਹੋਣ ਤੋਂ ਬਾਅਦ ਸਿੰਗਲ ਡਿਸੈਂਡੈਂਟ, ਉਹਦਾ ਜਿਵੇਂ ਕਿ ਮੇਲ ਮੈਂਬਰ ਆਫ ਦਾ ਫੈਮਿਲੀ, ਸਿੰਗਲ ਪਰਸਨ ਜਿਹੜਾ ਸਭ ਤੋਂ ਆਮ ਤੌਰ ਤੇ ਜਿਹੜਾ ਸਭ ਤੋਂ ਵੱਡਾ ਹੁੰਦਾ ਹੈ, ਠੀਕ ਹੈ, ਉਹਨੂੰ ਹਾਫ ਦਿੱਤੀ ਜਾਏਗੀ ਉਹਦੀ ਡੈਥ ਹੋਣ ਤੋਂ ਬਾਅਦ ਜ਼ਗੀਰਦਾਰ ਦੀ। ਫਿਰ ਹੈਗਾ ਇੱਕ ਲੈਟਰ ਫਿਰ ਹੋਇਆ ਸੀ ਗਵਰਨਮੈਂਟ ਦਾ 17/6/1931 ਦਾ, ਇਹਦੇ ਵਿੱਚ ਸਪੈਸ਼ਲ ਜ਼ਗੀਰ ਇਜ਼ ਸਬਜੈਕਟ ਟੂ ਦਾ ਰਿਡਕਸ਼ਨ, ਜਿਹੜੀ ਸਪੈਸ਼ਲ ਜ਼ਗੀਰ ਹੈਗੀ ਹੈ ਇਹਨੂੰ ਘਟਾਇਆ ਵੀ ਜਾ ਸਕੇਗਾ। ਘਟਾਇਆ ਕਦੋਂ ਜਾ ਸਕੇਗਾ, ਜਦੋਂ ਜਿਹੜਾ ਲੈਂਡ ਰੈਵਨਿਊ ਹੈਗਾ ਜੇ ਸਸਪੈਂਡ ਹੋ ਜਾਂਦਾ ਹੈ ਤਾਂ ਜਿਹੜੀ ਸਪੈਸ਼ਲ ਜ਼ਗੀਰ ਹੈ ਇਹ ਵੀ ਸਸਪੈਂਡ ਹੋ ਜਾਂਦੀ ਹੈ ਫਾਰ ਦਾ ਟਾਈਮ ਬੀਇੰਗ। ਠੀਕ ਹੈ, ਜੇ ਕਿਤੇ ਲੈਂਡ ਰੈਵਨਿਊ ਜਿਹੜਾ ਰਿਮਿਸ਼ਨ ਹੋ ਜਾਂਦੀ ਹੈ, ਮਾਫੀ ਹੋ ਜਾਂਦੀ ਹੈ। ਮਾਫੀ ਕਿਉਂ ਹੁੰਦੀ ਹੈ, ਜਦੋਂ ਕਿਤੇ ਬਹੁਤ ਜ਼ਿਆਦਾ ਲੱਗਦਾ ਸਰਕਾਰ ਨੂੰ ਵੀ ਇਹ ਹੁਣ ਮਤਲਬ ਕਿ ਇੰਨਾ ਫਲੱਡ ਆ ਗਿਆ ਵੀ 2 ਫਸਲਾਂ 3 ਫਸਲਾਂ 4 ਫਸਲਾਂ ਜਿਹੜੇ ਲੋਕ ਨੇ ਤਾਬ ਨਹੀਂ ਆ ਸਕਦੇ, ਲੋਕ ਲੈਂਡ ਰੈਵਨਿਊ ਪੇ ਨਹੀਂ ਕਰ ਸਕਦੇ, ਲੋਕ ਇੱਥੇ ਖੇਤੀਬਾੜੀ ਨਹੀਂ ਕਰ ਸਕਦੇ, ਤਾਂ ਫਿਰ ਇਹੋ ਜਿਹੇ ਕੇਸ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ ਲੈਂਡ ਰੈਵਨਿਊ ਰਿਮਿਟ ਕਰ ਦਿੰਦੀ ਹੈ। ਜੇ ਲੈਂਡ ਰੈਵਨਿਊ ਰਿਮਿਟ ਹੋ ਗਿਆ ਤਾਂ ਫਿਰ ਜਿਹੜਾ ਜ਼ਗੀਰ ਹੈਗਾ ਜ਼ਗੀਰਦਾਰ ਸਪੈਸ਼ਲ ਜ਼ਗੀਰ ਨੂੰ ਦਿੱਤੀ ਜਾਣੀ ਹੈ, ਤਾਂ ਉਹਨੂੰ ਵੀ ਮਤਲਬ ਕਿ ਇਸੇ ਤਰੀਕੇ ਨਾਲ ਉਹਦੀ ਵੀ ਜਿਹੜੀ ਜ਼ਗੀਰ ਹੈਗੀ ਆਪਣੇ ਆਪ ਹੀ ਡਿਸਕੰਟੀਨਿਊ ਹੋ ਜਾਂਦੀ ਹੈ ਉਹਨੇ ਪੀਰੀਅਡ ਦੇ ਲਈ, ਇੰਨੀ ਦੇਰ ਦੇ ਲਈ ਮਾਮਲਾ ਰਿਮਿਟ ਹੋ ਜਾਂਦਾ ਹੈ। ਨੈਕਸਟ ਹੈ ਜ਼ਗੀਰਸ ਗਵਰਨਡ ਬਾਈ ਦਾ ਜ਼ਗੀਰ ਐਕਟ। ਆਪਾਂ ਉੱਪਰ ਡਿਸਕਸ ਕੀਤਾ ਸੀਗਾ ਜਿਹੜਾ ਜ਼ਗੀਰ ਐਕਟ ਹੈਗਾ 1945, ਉਸ ਜ਼ਗੀਰ ਐਕਟ ਦੇ ਤਹਿਤ ਵੀ ਕੁਝ ਜਿਹੜੇ ਵਿਅਕਤੀ ਹੁੰਦੇ ਆ ਉਹਨਾਂ ਨੂੰ ਜ਼ਗੀਰਾਂ ਲਗਾਈਆਂ ਜਾਂਦੀਆਂ ਨੇ। ਠੀਕ ਹੈ, ਉਹਦੇ ਲਈ ਕੀ ਹੈਗਾ, ਪੈਰਾ 4 ਦੇ ਵਿੱਚ ਹੈਗਾ ਜ਼ਗੀਰਸ ਟੂ ਵਿਚ ਪ੍ਰੋਵੀਜ਼ਨ ਆਫ ਦਿਸ ਐਕਟ ਅਪਲਾਈ। ਉਹ ਕਿਹੜੀਆਂ ਜ਼ਗੀਰਾਂ ਨੇ ਜਿਹਦੇ ਵਿੱਚ ਇਹ ਜਿਹੜਾ ਐਕਟ ਹੈਗਾ 1945 ਦਾ ਜ਼ਗੀਰ ਐਕਟ
ਪੰਜਾਬ ਗੌਰਮੈਂਟ ਨੇ ਬਣਾਇਆ ਸੀ ਜਗੀਰ ਐਕਟ 1945। ਹੁਣ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਮਤਲਬ ਇਨਪ੍ਰੈਕਟੀਕੇਬਲ ਤਾਂ ਜ਼ਿਆਦਾ ਨਹੀਂ ਹੈਗੀਆਂ, ਪਰ ਉਸ ਵੇਲੇ ਇਹਨਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੁੰਦੀ ਸੀਗੀ। ਤਾਂ ਤਦ ਦੇਖੋ ਸਪੈਸ਼ਲ ਐਕਟ ਵੀ ਬਣੇ ਹੋਏ ਆ ਉਸ ਵੇਲੇ ਦੇ, ਪਰ ਹੁਣ ਇਹ ਜਿਹੜੀਆਂ ਚੀਜ਼ਾਂ ਹੌਲੀ ਹੌਲੀ ਜਾ ਕੇ ਇਹ ਖਤਮ ਹੁੰਦੀਆਂ ਜਾ ਰਹੀਆਂ ਨੇ। ਤੇ ਇਹਦੇ ਵਿੱਚ ਕੀ ਕਿਹਾ ਗਿਆ, ਕਿਹੜੇ ਕਿਹੜੇ ਕੇਸ ਨੇ ਇਹ ਜਿੱਥੇ ਇਹ ਜਿਹੜਾ ਜਗੀਰ ਐਕਟ ਹੈ, ਜਿਹੜੀਆਂ ਕਿਹੜੀਆਂ ਪ੍ਰੋਵੀਜ਼ਨਾਂ ਹੈਗੀਆਂ ਨੇ ਜਗੀਰ ਟੂ ਵਿਚ ਪ੍ਰੋਵੀਜ਼ਨ ਆਫ ਦਿਸ ਐਕਟ ਅਪਲਾਈ ਡਿਟੇਲਡ ਇਨ ਪੰਜਾਬ ਲੈਂਡ ਰਾਈਟਸ ਮੈਨੂਅਲ। ਜਿਹੜੀ ਇਹਦੀ ਡਿਟੇਲ ਹੈਗੀ ਹੈ ਉਹ ਪੰਜਾਬ ਲੈਂਡ ਐਡਮਿਨਿਸਟ੍ਰੇਟਿਵ ਜਿਹੜਾ ਮੈਨੂਅਲ ਹੈਗਾ ਐਕਟ ਦਾ ਵੋਲਿਊਮ 2 ਹੈਗਾ, ਉਹਦੀ ਦਿੱਤੀ ਗਈ ਹੈ। ਉੱਥੇ ਕਹਿੰਦੇ ਡਿਟੇਲ ਤੁਸੀਂ ਪੜ੍ਹੋ ਜਾ ਕੇ। ਹਿਸਟਰੀ ਗਿਵਨ ਇਨ LAM ਜਾਂ ਫਿਰ ਜਿਹੜੀ ਹਿਸਟਰੀ ਇਹਦੇ ਪੈਰਾ 140 ਤੋਂ 149 ਹੈਗੇ ਨੇ, 140 ਤੋਂ 159 ਹੈਗੇ, ਉੱਥੇ ਦੇਖਿਆ ਜਾ ਸਕਦਾ ਡਿਟੇਲ ਤੁਸੀਂ ਦੇਖਣੀ ਹੋਵੇ ਜਗੀਰ ਐਕਟ ਦੇ ਸੰਬੰਧ ਵਿੱਚ। ਨੈਕਸਟ ਹੈ ਸਕਸੈਸ਼ਨ ਦੀ ਗੱਲ ਕੀਤੀ ਗਈ ਹੈ। ਜੇ ਕੋਈ ਜਿਹੜਾ ਜਗੀਰਦਾਰ ਉਹਦੀ ਡੈਥ ਹੋ ਜਾਂਦੀ ਹੈ, ਠੀਕ ਹੈ, ਤਾਂ ਜਿਹੜਾ ਉਹਦਾ ਸਕਸੈਸ਼ਨ ਹੈ ਉਹ ਕਿਵੇਂ ਹੁੰਦਾ ਹੈ, ਉਹਦੇ ਵਿੱਚ ਕੀ ਕੀ ਕੀਤਾ ਜਾ ਸਕਦਾ ਹੈਗਾ, ਕੀ ਕੀ ਦੇਖਣਾ ਹੁੰਦਾ ਹੈ। ਡਿਪਟੀ ਕਮਿਸ਼ਨਰ ਜਿਹੜਾ ਹੈਗਾ ਜ਼ਿਲ੍ਹੇ ਦਾ ਵਿਲ ਡਿਸੈਂਟ ਰਿਪੋਰਟ ਆਫ ਦਾ ਡੈਥ। ਦੇਖੋ ਅਸੀਂ ਪੜ੍ਹਦੇ ਆ ਰਹੇ ਹਾਂ ਨੰਬਰਦਾਰ ਦੀਆਂ ਡਿਊਟੀਆਂ, ਪਟਵਾਰੀ ਹਲਕਾ ਦੀਆਂ ਡਿਊਟੀਆਂ, ਚੌਕੀਦਾਰ ਦੀਆਂ ਡਿਊਟੀਆਂ, ਠੀਕ ਹੈ, ਉਹਨਾਂ ਦੇ 'ਚ ਇਹ ਸ਼ਾਮਲ ਹੋ ਜਾਂਦਾ ਵੀ ਜਦੋਂ ਕਿਸੇ ਜੋ ਕੋਈ ਪੈਨਸ਼ਨ ਸਰਕਾਰ ਤੋਂ ਲੈਂਦਾ ਹੈ, ਠੀਕ ਹੈ, ਉਹਨੂੰ ਕਿਸੇ ਵਿਅਕਤੀ ਦੀ ਉਹ ਡੈਥ ਹੋ ਜਾਂਦੀ ਹੈ। ਆਪਾਂ ਨੰਬਰਦਾਰ ਦੀਆਂ ਡਿਊਟੀਆਂ ਬਾਰੇ ਵੀ ਪੜ੍ਹ ਕੇ ਹਟੇ ਹਾਂ, ਠੀਕ ਹੈ। ਤਾਂ ਉਹਦੀ ਜਿਹੜੀ ਰਿਪੋਰਟ ਹੈਗੀ ਹੈ ਕੰਸਰਨ ਪਟਵਾਰੀ ਹਲਕਾ ਦੇ ਰਾਹੀਂ ਕੰਸਰਨ ਤਹਿਸੀਲਦਾਰ ਕੋਲੇ ਆ ਜਾਂਦੀ ਹੈ, ਕੰਸਰਨ ਨੰਬਰਦਾਰ ਕੋਲੋਂ ਭੇਜੀ ਜਾਂਦੀ ਹੈ, ਠੀਕ ਹੈ। ਤਾਂ ਫਿਰ ਅਖੀਰ ਤੇ ਆ ਕੇ ਜਿਹੜੀ ਰਿਪੋਰਟ ਹੈਗੀ ਉਹ DC ਕੋਲੇ ਆ ਜਾਂਦੀ ਹੈ। ਡਿਪਟੀ ਕਮਿਸ਼ਨਰ ਵਿਲ ਸੈਂਡ ਦਾ ਰਿਪੋਰਟ ਆਫ ਦਾ ਡੈਥ ਟੂ ਦਾ ਗਵਰਨਮੈਂਟ ਥਰੂ ਦਾ ਕਮਿਸ਼ਨਰ ਸਰਕਾਰ। ਤਾਂ ਫਿਰ ਉਸ ਜ਼ਿਲ੍ਹੇ ਦਾ ਜੇ ਕੋਈ ਇੱਦਾਂ ਦਾ ਜਿਹੜਾ ਜਗੀਰਦਾਰ ਹੈਗਾ ਉਹਦੀ ਡੈਥ ਹੋਣ ਉਪਰੰਤ ਉਹਦੀ ਰਿਪੋਰਟ ਹੈਗੀ ਹੈ ਪਟਵਾਰੀ ਹਲਕਾ ਤੋਂ ਚੱਲ ਕੇ ਤਹਿਸੀਲਦਾਰ ਤੋਂ ਰਾਹੀਂ ਹੁੰਦੀ ਹੋਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਹੋ ਕੇ ਫਿਰ ਉਹ ਕਮਿਸ਼ਨਰ ਦੇ ਥਰੂ ਗਵਰਨਮੈਂਟ ਕੋਲ ਚਲੀ ਜਾਂਦੀ ਹੈ, ਸਰਕਾਰ ਕੋਲ ਚਲੀ ਜਾਂਦੀ ਹੈ, ਠੀਕ ਹੈ। ਡਿਟੇਲ ਆਫ ਦਾ ਅਮਾਊਂਟ, ਅਸਾਈਨਡ ਅਮਾਊਂਟ, ਉਹਦੇ ਨਾਲ ਡਿਟੇਲ ਵੀ ਦਿੱਤੀ ਜਾਂਦੀ ਹੈ ਵੀ ਇਸ ਵਿਅਕਤੀ ਨੂੰ ਜਿਹੜੀ ਕਿੰਨੀ ਅਮਾਊਂਟ ਸੀ ਜਿਹੜੀ ਅਸੀਂ ਅਸਾਈਨਮੈਂਟ ਕੀਤੀ ਗਈ ਸੀਗੀ, ਉਹਦਾ ਵੇਰਵਾ ਦਿੱਤਾ ਜਾਂਦਾ ਹੈ। ਜਾਂ ਏਰੀਆ ਅਸਾਈਨ, ਜਾਂ ਕੋਈ ਇਸ ਨੂੰ ਕੋਈ ਏਰੀਆ ਅਸਾਈਨ ਕੀਤਾ ਗਿਆ ਸੀ, ਕੋਈ ਜ਼ਮੀਨ ਦਿੱਤੀ ਗਈ ਸੀ ਇਸ ਨੂੰ, ਤਾਂ ਉਹ ਕਿੰਨੀ ਜ਼ਮੀਨ ਦਿੱਤੀ ਗਈ ਸੀ ਇਸ ਵਿਅਕਤੀ ਨੂੰ ਜਿਹਦੀ ਡੈਥ ਹੋ ਗਈ ਹੈਗੀ ਹੈ। ਨੇਮ ਆਫ ਦਾ ਫੈਮਿਲੀ ਮੈਂਬਰਸ, ਉਸ ਵਿਅਕਤੀ ਦੇ ਜਿਹਨੂੰ ਇਹ ਜਗੀਰ ਦਿੱਤੀ ਜਾਂਦੀ ਹੈ ਜਿਹਦੀ ਡੈਥ ਹੋ ਜਾਂਦੀ ਹੈ, ਠੀਕ ਹੈ, ਉਹ ਵਿਅਕਤੀ ਦੇ ਜਿਹੜੇ ਫੈਮਿਲੀ ਦੇ ਜਿਹੜੇ ਕਿਹੜੇ ਕਿਹੜੇ ਮੈਂਬਰ ਹੈਗੇ ਆ, ਮੇਲ ਮੈਂਬਰ ਕਿਹੜੇ ਆ, ਫੀਮੇਲ ਮੈਂਬਰ ਕਿਹੜੇ ਆ, ਕੌਣ ਕੌਣ, ਉਹਦੇ ਤੇ ਡਿਪੈਂਡ ਕਰਦਾ ਹੈਗਾ। ਐਨੀ ਮੇਨਟੇਨੈਂਸ ਅਲਾਊਂਸ ਪ੍ਰਪੋਜ਼ਡ ਤਾਂ ਫਾਰ ਦਾ ਟਾਈਮਿੰਗ ਵੀ ਕੀ ਇਹ ਜਿਹੜੀ ਫੈਮਿਲੀ ਹੈਗੀ ਹੈ, ਠੀਕ ਹੈ, ਇਹਨੂੰ ਕੋਈ ਮੇਨਟੇਨੈਂਸ ਇਸ ਵੇਲੇ ਜ਼ਰੂਰਤ ਹੈਗੀ ਹੈ, ਆਪਦੀ ਹੈ ਕਲੈਕਟਰ ਨੂੰ ਜਾਂ ਪਟਵਾਰੀ ਹਲਕਾ ਦੀ ਰਿਪੋਰਟ ਦੇ ਮੁਤਾਬਕ ਕਿ ਇਹ ਜਿਹੜਾ ਇਕਨੋਮਿਕਲ ਤੌਰ ਤੇ ਜਿਹੜਾ ਇਹ ਵਿਅਕਤੀ ਸੀਗਾ ਜਿਹਦੀ ਡੈਥ ਹੋ ਚੁੱਕੀ ਹੈ ਉਹਦੇ ਪਰਿਵਾਰ ਦੀ ਹੁਣ ਮਾਲੀ ਹਾਲਤ ਕੈਸੀ ਹੈਗੀ ਹੈ, ਕਿ ਇਹਨਾਂ ਨੂੰ ਕੋਈ ਟੈਂਪਰੇਰੀ ਤੌਰ ਤੇ ਜਿਹੜਾ ਹੈਗਾ ਕੋਈ ਫੰਡਸ ਦੀ ਜ਼ਰੂਰਤ ਹੈਗੀ ਹੈ, ਠੀਕ ਹੈ। ਜੇਕਰ ਲੱਗਦਾ ਵੀ ਹਾਂ ਇਹਨਾਂ ਨੂੰ ਹੁਣ ਇਸ ਵੇਲੇ ਇਸ ਦੁੱਖ ਦੀ ਘੜੀ ਦੇ ਵਿੱਚ ਜਦੋਂ ਹੁਣ ਡੈਥ ਹੋਈ ਹੈ ਜਗੀਰਦਾਰ ਦੀ, ਜਿਹਨੂੰ ਸਪੈਸ਼ਲ ਜਗੀਰ ਲਗਾਈ ਗਈ ਸੀਗੀ, ਇਸ ਵੇਲੇ ਜਿਹੜੀ ਇਹਨੂੰ ਕੋਈ ਜ਼ਰੂਰਤ ਹੈ, ਇਹਦੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਰੂਰਤ ਹੈਗੇ ਆ, ਤਾਂ ਜਿਹੜਾ ਹੈਗਾ ਕੋਈ ਤਾਂ ਉਸ ਜ਼ਿਲ੍ਹੇ ਦੇ ਕਲੈਕਟਰ ਵੱਲੋਂ ਜਿਹੜਾ ਮੇਨਟੇਨੈਂਸ ਅਲਾਊਂਸ ਹੈ, ਠੀਕ ਹੈ, ਉਹ ਵੀ ਪ੍ਰਪੋਜ਼ ਕੀਤਾ ਜਾਵੇਗਾ ਵੀ ਇੰਨੇ ਪੈਸੇ ਜਿਹੜੇ ਹੈਗੇ ਸਾਨੂੰ ਛਮਾਈ ਜਾਂ ਮੰਥਲੀ ਤੌਰ ਤੇ ਜਿਹੜੇ ਹੈਗੇ ਆ ਮੰਥਲੀ ਜਿਹੜੀ ਹੈਗੀ ਮੇਨਟੇਨੈਂਸ ਅਲਾਊਂਸ ਦੇ ਤੌਰ ਤੇ ਦਿੱਤੇ ਜਾਣੇ ਬਣਦੇ ਹੈਗੇ ਆ। ਇਹ ਜਿਹੜੀ ਹੈਗੀ ਸਾਰੀ ਰਿਪੋਰਟ ਹੈ ਜ਼ਿਲ੍ਹੇ ਦੇ DC ਵੱਲੋਂ ਥਰੂ ਕਮਿਸ਼ਨਰ ਗਵਰਨਮੈਂਟ ਨੂੰ ਭੇਜੀ ਜਾਂਦੀ ਹੈ। ਉਹਦੇ ਮੁਤਾਬਕ ਜੋ ਫੈਸਲਾ ਹੁੰਦਾ ਉਹ ਫਿਰ ਉਹ ਲਾਗੂ ਕੀਤਾ ਜਾਂਦਾ। ਨੈਕਸਟ ਹੈਗਾ ਸੀਗਾ ਕੈਪਸੀਆ ਦਾ ਲੈਟਰ ਆਇਆ ਸੀ ਡੇਟਡ 1933 ਦੇ ਵਿੱਚ, 18/9/1933, ਫਿਕਸਿੰਗ ਮੇਨਟੇਨੈਂਸ ਅਲਾਊਂਸ। ਉੱਪਰ ਆਪਾਂ ਪੜ੍ਹ ਕੇ ਹਟੇ ਹਾਂ ਵੀ ਕਿਸੇ ਜਗੀਰਦਾਰ ਦੀ ਡੈਥ ਹੋਣ ਤੋਂ ਬਾਅਦ ਜਿਹਨੂੰ ਸਪੈਸ਼ਲ ਜਗੀਰ ਲਗਾਈ ਗਈ ਸੀਗੀ, ਉਹਦੀ ਡੈਥ ਹੋਣ ਤੋਂ ਬਾਅਦ ਉਹਦੀ ਫੈਮਿਲੀ ਨੂੰ ਜੇਕਰ ਕੋਈ ਮੇਨਟੇਨੈਂਸ ਅਲਾਊਂਸ ਅਦਾ ਕੀਤਾ ਜਾਣਾ ਦਿੱਤਾ ਜਾਣਾ ਬਣਦਾ ਹੈ ਜਾਂ ਨਹੀਂ ਬਣਦਾ। ਜੇਕਰ ਦਿੱਤਾ ਜਾਣਾ ਬਣਦਾ ਹੈ ਤਾਂ ਉਹ ਜਿਹੜਾ ਹੈਗਾ ਮੇਨਟੇਨੈਂਸ ਅਲਾਊਂਸ ਹੈਗਾ ਉਹ ਕਿਵੇਂ ਕਿਵੇਂ ਉਹਦੀ ਜਿਹੜੀ ਫਿਕਸਿੰਗ ਹੈ ਉਹ ਕਿਵੇਂ ਹੋਣੀ ਚਾਹੀਦੀ ਹੈ, ਕਿੰਨਾ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਹੋਣਾ ਚਾਹੀਦਾ ਹੈਗਾ। ਫਿਕਸਿੰਗ ਮੇਨਟੇਨੈਂਸ ਅਲਾਊਂਸ ਆਊਟ ਆਫ ਦਾ ਅਸਾਈਨਮੈਂਟ। ਮੇਨ ਆਬਜੈਕਟ ਆਫ ਦਾ ਐਕਟ ਕੀ ਹੈਗਾ, ਇਸ ਐਕਟ ਦਾ ਆਬਜੈਕਟ ਮੇਨ ਕੀ ਸੀਗਾ, ਜਿਹੜਾ ਮੇਨ ਹੈ ਟੂ ਮੇਨਟੇਨ ਦਾ ਫੈਮਿਲੀ ਆਫ ਦਾ ਜਗੀਰਦਾਰ। ਜਿਹੜਾ ਜਗੀਰਦਾਰ ਸੀਗਾ ਜਿਸ ਨੂੰ ਸਰਕਾਰ ਨੇ ਖੁਸ਼ ਹੋ ਕੇ ਉਹਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਉਸ ਨੂੰ ਕੋਈ ਜਗੀਰ ਸਪੈਸ਼ਲ ਜਗੀਰ ਲਗਾਈ ਗਈ ਸੀ, ਦਿੱਤੀ ਜਾਂਦੀ, ਗ੍ਰਾਂਟ ਕੀਤੀ ਗਈ ਸੀਗੀ, ਉਹਦੀ ਡੈਥ ਹੋਣ ਤੋਂ ਉਪਰੰਤ ਸਰਕਾਰ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ, ਸਰਕਾਰ ਦੀ ਡਿਊਟੀ ਬਣ ਜਾਂਦੀ ਹੈ ਕਿ ਉਹਦੀ ਫੈਮਿਲੀ ਹੈਗੀ ਹੈ, ਉਹਦੀ ਫੈਮਿਲੀ ਨੂੰ ਵੀ ਕੋਈ ਸਪੋਰਟ ਹੋਵੇ, ਠੀਕ ਹੈ, ਉਹਨੂੰ ਉਸਦੀ ਫੈਮਿਲੀ ਨੂੰ ਸਪੋਰਟ ਕਰਨ ਦੇ ਲਈ ਜਿਹੜੀ ਹੈਗੀ ਹੈ ਮੇਨਟੇਨੈਂਸ ਅਲਾਊਂਸ ਹੈਗਾ
ਉਹ ਦਿੱਤਾ ਜਾਣਾ ਹੁੰਦਾ ਹੈ, ਉਹਦੀ ਰਿਕਮੈਂਡੇਸ਼ਨ ਕੀਤੀ ਜਾਂਦੀ ਹੈ ਕਲੈਕਟਰ ਵੱਲੋਂ। ਫਿਰ ਕੀ ਹੈ, ਕੁਝ ਪੁਆਇੰਟ ਨੇ, ਕਿਹੜੇ ਪੁਆਇੰਟ ਨੇ ਜਿਹੜੇ ਦੇਖੇ ਜਾਣੇ ਹੁੰਦੇ ਆ। ਪ੍ਰਿੰਸੀਪਲ ਮੇਕਿੰਗ ਰਿਕਮੈਂਡੇਸ਼ਨਸ ਫਾਰ ਦਾ ਮੇਨਟੇਨੈਂਸ ਅਲਾउंस ਦੇਣ ਦੀ ਖਾਤਰ ਕੀ ਦੇਖਿਆ ਜਾਂਦਾ ਹੈ। ਗਵਰਨਮੈਂਟ ਪ੍ਰੋਵਾਈਡ ਸੂਟੇਬਲ ਮੇਨਟੇਨੈਂਸ ਟੂ ਦਾ ਵਾਈਫ ਐਂਡ ਦਾ ਫੈਮਿਲੀ। ਸਰਕਾਰ ਵੱਲੋਂ ਕੋਈ ਸੂਟੇਬਲ ਜਿਹੜਾ ਮੇਨਟੇਨੈਂਸ ਅਲਾउंस ਹੈ, ਠੀਕ ਹੈ, ਉਸ ਜਿਹੜਾ ਜ਼ਗੀਰਦਾਰ ਹੈ ਉਹਦੀ ਫੈਮਿਲੀ ਨੂੰ, ਉਹਦੀ ਵਾਈਫ ਨੂੰ ਜਿਹੜਾ ਹੈਗਾ ਪ੍ਰੋਵਾਈਡ ਕੀਤਾ ਜਾਂਦਾ ਹੈ। ਜੇਕਰ ਜ਼ਰੂਰਤ ਹੁੰਦੀ ਹੈ ਤਾਂ ਗਵਰਨਮੈਂਟ ਹੈਵ ਫੁੱਲ ਡਿਸਕ੍ਰਿਸ਼ਨ, ਸਰਕਾਰ ਦੇ ਕੋਲ ਪੂਰੀ ਪਾਵਰ ਹੈਗੀ ਹੈ ਇਸ ਸੰਬੰਧ ਦੇ ਵਿੱਚ ਇਨ ਦਾ ਮੈਟਰ ਆਫ ਦਾ ਅਲਾउंस, ਵੀ ਕਿੰਨਾ ਜਿਹੜਾ ਅਲਾउंस ਹੈ ਦਿੱਤਾ ਜਾਣਾ ਚਾਹੀਦਾ ਜਾਂ ਕਿੰਨਾ ਅਲਾउंस ਹੈ ਘੱਟ ਜਾਂ ਵੱਧ, ਸਰਕਾਰ ਦੀ ਪੂਰੀ ਡਿਸਕਸ਼ਨ ਹੈਗੀ ਇਹਦੇ ਵਿੱਚ। ਨੋ ਹਾਰਡ ਐਂਡ ਫਾਸਟ ਰੂਲ ਵਿਦ ਰਿਗਾਰਡ ਟੂ ਦਾ ਅਡਲਟਸ। ਇਹ ਇਦਾਂ ਦੇ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗੇ ਵੀ ਇਸ ਫੈਮਿਲੀ ਦੇ ਵਿੱਚ ਪਹਿਲਾਂ ਹੀ ਅਡਲਟ ਮੈਂਬਰ ਇੰਨੇ ਹੈਗੇ ਆ, ਉਹ ਕਮਾ ਸਕਦੇ ਜਾਂ ਨਹੀਂ ਕਮਾ ਸਕਦੇ ਹੈਗੇ। ਇਦਾਂ ਦਾ ਕੋਈ ਹਾਰਡ ਐਂਡ ਫਾਸਟ ਰੂਲ ਨਾ ਹੁੰਦੇ ਹੋਏ ਸਰਕਾਰ ਦੀ ਡਿਸਕਸ਼ਨ ਹੈ। ਸਰਕਾਰ ਕਿੰਨਾ ਵੀ ਜਿਹੜਾ ਮੇਨਟੇਨੈਂਸ ਅਲਾउंस ਹੈਗਾ ਲੋੜ ਦੇ ਮੁਤਾਬਕ ਜਿਹੜਾ ਹੈਗਾ ਰਿਕਮੈਂਡ ਕਰ ਸਕਦੀ ਹੈ। ਜੇਕਰ ਸਰਕਾਰ ਵੱਲੋਂ ਕੋਈ ਇਦਾਂ ਦਾ ਜਿਹੜਾ ਅਲਾउंस ਹੈ, ਮੇਨਟੇਨੈਂਸ ਅਲਾउंस ਹੈ, ਉਹ ਫਿਕਸ ਕੀਤਾ ਜਾ ਚੁੱਕਾ ਹੈਗਾ ਉਸ ਫੈਮਿਲੀ ਦੀ ਖਾਤਰ, ਦੇयर ਸ਼ੁੱਡ ਬੀ ਗੁੱਡ ਰੀਜ਼ਨਸ ਫਾਰ ਸਟਾਪਿੰਗ। ਜੇ ਸਰਕਾਰ ਚਾਹੇ ਕੋਈ ਕਾਰਨ ਐਸਾ ਹੈਗਾ, ਕੋਈ ਗੁੱਡ ਰੀਜ਼ਨ ਹੈਗਾ ਤਾਂ ਜਿਹੜਾ ਉਸਦਾ ਜਿਹੜਾ ਉਹਦਾ ਸਟਾਪ ਵੀ ਕੀਤਾ ਜਾ ਸਕਦਾ ਹੈ ਜਾਂ ਘੱਟ ਵੀ ਕੀਤਾ ਜਾ ਸਕਦਾ ਹੈ। ਕਿਸੇ ਵੀ ਸਟੇਜ ਤੇ ਜਾ ਕੇ ਸਰਕਾਰ ਨੂੰ ਲੱਗਦਾ ਹੈ ਵੀ ਹੁਣ ਫੈਮਿਲੀ ਇਹ ਸੈਟਲ ਹੋ ਚੁੱਕੀ ਹੈ ਤੇ ਜਿਹੜਾ ਮੇਨਟੇਨੈਂਸ ਅਲਾउंस ਹੈ ਉਹ ਦੇਣ ਦੀ ਲੋੜ ਨਹੀਂ ਹੈਗੀ, ਤਾਂ ਸਰਕਾਰ ਜਿਹੜਾ ਹੈਗਾ ਇਹ ਆਪਦਾ ਵਾਪਸ ਲੈ ਸਕਦੀ ਹੈ ਜਾਂ ਰਿਡਿਊਸ ਵੀ ਕਰ ਸਕਦੀ ਹੈ। नेक्स्ट है अदर जगीर्स एंड माफीज। रूल्स इशूड बाय द गवर्नमेंट ऑफ इंडिया, रूल्स issued by the government of India to regulate the assignment of the land revenue are given in appendix। सरकार ने कुछ रूल भी बनाए हुए हैं इस संबंध ਵਿੱਚ ਜਿਹੜੀ ਰੈਗੂਲੇਟ ਕਰਨਾ ਕਿਸ ਨੂੰ, ਜਿਹੜੀ ਅਸਾਈਨਮੈਂਟ ਕੀਤੀ ਜਾਂਦੀ ਇਹਨੂੰ ਕਿਵੇਂ ਚਲਾਉਣਾ ਹੈਗਾ, ਕਿਵੇਂ ਰੈਗੂਲੇਟ ਕਰਨਾ ਉਹਦਾ ਲੈਂਡ ਰੈਵਨਿਊ ਆਰ ਗਿਵਨ ਇਨ ਅਪੈਂਡਿਕਸ। ਪ੍ਰੋਵਿੰਸ਼ੀਅਲ ਗਵਰਨਮੈਂਟ ਪਾਵਰ ਅਨਸਟ੍ਰਿਕਟਡ, ਪਰ ਇੱਥੇ ਨਾਲ ਇਹ ਕਹਿੰਦਾ ਵੀ ਸਰਕਾਰ ਜਿਹੜੀ ਹੈਗੀ ਹੈ ਸਟੇਟ ਗਵਰਨਮੈਂਟ ਹੈਗੀ ਹੈ, ਉਹਦੀਆਂ ਜਿਹੜਾ ਪਾਵਰਸ ਹੈਗੀਆਂ ਨੇ ਇਸ ਸੰਬੰਧ ਵਿੱਚ ਕਿਸ ਨੂੰ ਅਸਾਈਨਮੈਂਟ ਲੈਂਡ ਰੈਵਨਿਊ ਕਰਨਾ ਹੈ, ਘੱਟ ਕਰਨਾ ਹੈ, ਵੱਧ ਕਰਨਾ ਹੈ, ਠੀਕ ਹੈ, ਉਹਦੀਆਂ ਜਿਹੜੀਆਂ ਪਾਵਰਸ ਨੇ ਅਨਸਟ੍ਰਿਕਟਡ ਨੇ, ਉਹਦੇ ਤੇ ਕੋਈ ਬੰਦਿਸ਼ ਨਹੀਂ ਹੈਗੀ। नेक्स्ट है इंटरप्रिटेशन ऑफ ऑर्डर्स ऑफ द रिलीज। कलेक्टर पैरा 6 कलेक्टर कंपिटेंट टू डिसाइड ऑल द क्वेश्चंस। कोई क्वेश्चन क्रिएट होंगे ने, कोई क्वेश्चन क्रिएट होंगे ने इधर के संबंध में जी असाइनमेंट हैगी है तो कलेक्टर क्या है, कलेक्टर कंपिटेंट टू डिसाइड ऑल द क्वेश्चंस। कोई इंटरप्रिटेशन लैके कोई असाइनमेंट की है लैंड रेवन्यू की, उन्होंने लैके कोई किसी तरीके का कोई जिमें कितने सस्पेंशन हो गई मामले की, कितने रिमिशन हो गई मामले की, कितने मामला घट गया, कितने बढ़ गया, कितने सस्पेंड हो गया, ठीक है, इदा के कोई क्वेश्चन क्रिएट हो जाते हैं असाइनमेंट ऑफ लैंड रेवन्यू लैके, तो इतने क्या है भी कलैक्टर कंपीटेंट है टू डिसाइड ऑल द क्वेश्चंस कंसर्न विद द इंटरप्रिटेशन। जितने कितने ऑर्डर है, कोई ऑर्डर आया है लैंड रेवन्यू की असाइनमेंट का, कोई ऑर्डर आया है सेंट्रल गवर्नमेंट वालों आया, स्टेट गवर्नमेंट वालों आया है, ठीक है, ਉਹਦੇ ਵਿੱਚ ਕੋਈ ਇਹ ਕਹਿੰਦਾ ਜਾਂ ਇਹ ਕਹਿੰਦਾ ਆਰਡਰ ਕੀ ਕਹਿੰਦਾ, ਆਰਡਰ ਦੀ ਕਲੀਅਰ ਨਹੀਂ ਹੋ ਰਿਹਾ ਤਾਂ ਕਲੈਕਟਰ ਇਹਦੀ ਇੰਟਰਪ੍ਰੀਟੇਸ਼ਨ ਜਿਹੜੀ ਕਰ ਸਕਦਾ ਹੈ। ਕਲੈਕਟਰ ਨੂੰ ਕੋਲੇ ਪੂਰੀ ਪਾਵਰ ਹੈ ਕਿ ਕੰਪੀਟੈਂਟ ਹੈਗਾ ਵੀ ਜਿਹੜਾ ਆਰਡਰ ਹੈ ਉਹਦੀ ਇੰਟਰਪ੍ਰੀਟੇਸ਼ਨ ਕੀ ਹੈਗੀ ਹੈ, ਉਸ ਆਰਡਰ ਦਾ ਅਸਲ ਮਕਸਦ ਕੀ ਹੈਗਾ, ਅਸਲ ਮਤਲਬ ਕੀ ਹੈਗਾ। ਜਿੱਥੇ ਕਿਤੇ ਦੋ ਮਤਲਬ ਨਿਕਲਦੇ ਹੋਣ ਕਿਸੇ ਆਰਡਰ ਦੇ ਤਾਂ ਕਲੈਕਟਰ ਵਿਲ ਡਿਸਾਈਡ ਇਟ। ਤੇ ਫਿਰ ਜਿਹੜੀ ਕੰਟੀਨਿਊ ਆਫ ਦਾ ਐਕਸਪਾਇਰਡ ਗ੍ਰਾਂਟ, ਜੇ ਕਿਸੇ ਦੀ ਜਿਹੜੀ ਗ੍ਰਾਂਟ ਕਿਸੇ ਨੂੰ ਕੀਤੀ ਗਈ ਸੀਗੀ ਕੋਈ ਐਕਸਪਾਇਰ ਹੋ ਗਈ ਕਿਸੇ ਫॉर ਦਾ ਟਾਈਮਿੰਗ, ਜਿਵੇਂ ਆਪਾਂ ਕਹਿੰਦੇ ਵੀ 1 ਜਨਰੇਸ਼ਨ ਤੱਕ ਸੀ, 2 ਜਨਰੇਸ਼ਨ ਤੱਕ ਸੀ ਜਾਂ 3 ਜਨਰੇਸ਼ਨ ਤੱਕ ਸੀ ਕੋਈ ਗ੍ਰਾਂਟ ਕਿਸੇ ਨੂੰ ਦਿੱਤੀ ਗਈ, ਜਦੋਂ ਕਿਤੇ ਐਕਸਪਾਇਰ ਹੋ ਗਈ ਤਾਂ ਕੰਟੀਨਿਊ ਹੋਣੀ ਹੈ ਜਾਂ ਰਿਜ਼ੂਮ ਹੋਣੀ ਹੈ, ਠੀਕ ਹੈ, ਇਹ ਵੀ ਕਲੈਕਟਰ ਨੇ ਦੇਖਣਾ ਹੈਗਾ। ਸੈਟਲਮੈਂਟ ਆਫ ਦਾ ਸਕਸੈਸ਼ਨ, ਕਿਸੇ ਵਿਅਕਤੀ ਦੀ ਡੈਥ ਹੋ ਗਈ, ਠੀਕ ਹੈ, ਉਹਦਾ ਜਿਹੜਾ ਸਕਸੈਸ਼ਨ ਹੋਣਾ ਹੈ, ਸਕਸੈਸ਼ਨ ਹੋਣ ਉਪਰੰਤ ਕਿਸ ਬੰਦੇ ਨੂੰ ਜਿਹੜੀ ਉਹ ਅਸਾਈਨਮੈਂਟ ਕੀਤੀ ਜਾਣੀ ਅੱਗੇ, ਉਹ ਵੀ ਕਲੈਕਟਰ ਨੇ ਦੇਖਣਾ। ਅਸਾਈਨਮੈਂਟ ਆਫ ਦਾ ਫਿਕਸਡ ਅਮਾਊਂਟ, ਜਿੱਥੇ ਕਿਤੇ
ਅਮਾਊਂਟ ਫਿਕਸ ਦਿੱਤੀ ਜਾ ਰਹੀ ਸੀ ਕਿਸੇ ਜਗੀਰਦਾਰ ਨੂੰ, ਜਗੀਰਦਾਰ ਦੀ ਡੈਥ ਹੋਣ ਉਪਰੰਤ ਜਿਹੜੀ ਹੁਣ ਉਹ ਅਮਾਊਂਟ ਹੈਗੀ ਆ ਉਹ ਸੈਕੰਡ ਜਨਰੇਸ਼ਨ 'ਚ ਜਾ ਰਹੀ ਹੈ। ਤਾਂ ਕਿਹੜਾ ਵਿਅਕਤੀ ਉੱਥੇ ਜਿਹੜਾ ਹੈਗਾ ਉਹਨਾਂ ਦਾ ਉਸ ਮੈਮਰੀ ਦਾ, ਜਿਵੇਂ ਕਿ ਰੂਟੀਨ ਦੇ ਵਿੱਚ ਅਸੀਂ ਜਨਰਲ ਲਾਅ ਕੀ ਹੈਗਾ, ਜਨਰਲ ਲਾਅ ਇਹ ਹੈਗਾ ਵੀ ਮੇਜਰ ਮੇਲ ਮੈਂਬਰ ਆਫ ਦਾ ਫੈਮਿਲੀ ਟੂ ਬੀ ਗ੍ਰਾਂਟ ਦਾ ਅਸੈਸਮੈਂਟ ਅਸਾਈਨ ਕੀਤਾ ਜਾਏਗਾ ਉਸਨੂੰ ਲੈਂਡਰ ਨੂੰ। ਵੇਰੀਏਸ਼ਨਸ ਔਨ ਦਾ ਰੀਅਸੈਸਮੈਂਟ, ਜਿੱਥੇ ਕਿਤੇ ਰੀਅਸੈਸਮੈਂਟ ਹੁੰਦੀ ਹੈ ਕਿਸੇ ਪਿੰਡ ਦੀ ਅਸੈਸਮੈਂਟ ਹੋ ਗਈ, ਰੀਅਸੈਸਮੈਂਟ ਹੋ ਗਈ, ਰੀਅਸੈਸਮੈਂਟ ਹੋਣ ਦੇ ਨਾਲ ਕੁਛ ਤਬਦੀਲੀ ਹੋ ਗਈ, ਲੈਂਡ ਰੈਵਨਿਊ 'ਚ ਕਿਤੇ ਚੇਂਜਸ ਹੋ ਗਈਆਂ, ਕਿਤੇ ਘਟ ਗਿਆ, ਕਿਤੇ ਵੱਧ ਗਿਆ, ਠੀਕ ਹੈ। ਇੱਦਾਂ ਦੇ ਕੇਸਿਸ ਜਦੋਂ ਹੁੰਦੇ ਆ ਫਿਰ ਉਹ ਜਿਹੜਾ ਅਸਾਈਨਮੈਂਟ ਹੈਗਾ ਉਹਦੇ ਤੇ ਵੀ ਇਫੈਕਟ ਪੈਂਦਾ। ਲੈਂਡ ਰੈਵਨਿਊ ਕਿਸ ਨੂੰ ਦਿੱਤਾ ਜਾਂਦਾ ਸੀਗਾ, ਅਸਾਈਨ ਕੀਤਾ ਗਿਆ, ਉਹਦੇ ਤੇ ਵੀ ਇਫੈਕਟ ਪੈਂਦਾ ਹੈ। ਇਹ ਜਿਹੜੇ ਕੁਐਸਚਨ ਨੇ ਜਦੋਂ ਇਫੈਕਟ ਪੈਂਦਾ ਤਾਂ ਕੋਈ ਬੰਦਾ ਜੇ ਪਰਸੂ ਕਰਦਾ ਜਾ ਕੇ ਮੇਰਾ ਘਟ ਗਿਆ, ਮੇਰਾ ਵੱਧ ਗਿਆ, ਮੈਨੂੰ ਨਹੀਂ ਮੇਰੀ ਲਾਇਬਿਲਿਟੀ, ਮੇਰੀ ਜਿਹੜੀ ਇੰਟਾਈਟਲਮੈਂਟ ਹੈ ਇੰਨੀ ਬਣਦੀ ਹੈਗੀ, ਇਹ ਸਾਰੇ ਕੇਸ ਹੈਗੇ ਆ ਕਲੈਕਟਰ ਵੱਲੋਂ ਜਿਹੜੇ ਡਿਸਾਈਡ ਕੀਤੇ ਜਾਂਦੇ ਆ। ਜੇ ਕਲੈਕਟਰ ਵੱਲੋਂ ਕੋਈ ਫੈਸਲਾ ਕਰ ਦਿੱਤਾ ਜਾਂਦਾ ਹੈ ਤਾਂ ਜਿਹੜੀ ਉਹਦੀ ਅਪੀਲ ਹੈਗੀ ਆ ਕਮਿਸ਼ਨ ਤੇ ਕੀਤੀ ਜਾ ਸਕਦੀ ਹੈ। ਕਲੈਕਟਰ ਕੈਨ ਸੀਕ ਆਰਡਰ ਆਫ ਦਾ ਹਾਇਰ ਅਥਾਰਟੀ, ਜੇਕਰ ਕਲੈਕਟਰ ਨੂੰ ਕਿਤੇ ਲੋੜ ਲੱਗਦੀ ਹੈ ਵੀ ਉਸ ਨੂੰ ਵੀ ਇੰਟਰਪ੍ਰੀਟੇਸ਼ਨ ਕਰਨ ਦੇ ਵਿੱਚ ਕੋਈ ਪ੍ਰੋਬਲਮ ਲੱਗ ਰਹੀ ਹੈ ਵੀ ਉਹ ਜਿਹੜਾ ਜਾਂ ਕੋਈ ਇੱਦਾਂ ਦਾ ਕੋਈ ਵਰਕ ਹੈਗਾ ਜਿਹੜਾ ਲਾਅ ਦੇ ਵਿੱਚ ਉਹਨੂੰ ਨਹੀਂ ਪਤਾ ਲੱਗਦਾ ਵੀ ਕੀ ਹੋਣਾ ਚਾਹੀਦਾ, ਤਾਂ ਜਿਹੜੀ ਹੈਗੀ ਆ ਹਾਇਰ ਅਥਾਰਟੀ ਦੀ ਜਿਹੜੀ ਹੈ ਕਲੈਕਟਰ ਜਿਹੜੀ ਹੈ ਮਤਲਬ ਕਿ ਰੈਫਰੈਂਸ ਭੇਜ ਕੇ ਰਾਏ ਲੈ ਸਕਦੇ ਹੈਗੇ ਆ। ਨੈਕਸਟ ਹੈ ਸਨਦ ਦੇ ਬਾਰੇ ਗੱਲ ਆ ਗਈ। ਸਨਦ ਕੀ ਹੁੰਦੀ ਹੈ? ਜਦੋਂ ਕਿਸੇ ਨੂੰ ਕੋਈ ਜ਼ਗੀਰ ਅਲਾਟ ਕੀਤੀ ਜਾਂਦੀ ਹੈ ਜਾਂ ਜ਼ਗੀਰ ਅਸਾਈਨ ਕੀਤੀ ਜਾਂਦੀ ਹੈ, ਠੀਕ ਹੈ, ਐਜ਼ ਏ ਰਿਵਾਰਡ ਕੋਈ ਜ਼ਮੀਨ ਅਲਾਟ ਕੀਤੀ ਜਾਂਦੀ ਹੈ, ਕੋਈ ਲੈਂਡ ਨੂੰ ਅਲਾਟ ਕੀਤਾ ਜਾਂਦਾ ਹੈ, ਤਾਂ ਉਦੋਂ ਸਨਦ ਜਾਰੀ ਕੀਤੀ ਜਾਂਦੀ ਹੈ। ਉਸ ਵਿਅਕਤੀ ਦੇ ਨਾਮ ਤੇ ਸਨਦ ਜਾਰੀ ਕੀਤੀ ਜਾਂਦੀ ਹੈ। ਸਨਦ ਫਾਰ ਦਾ ਗ੍ਰਾਂਟ ਆਫ ਲੈਂਡ ਰੈਵਨਿਊ ਅਸਾਈਨਮੈਂਟ, ਜਦੋਂ ਲੈਂਡ ਰੈਵਨਿਊ ਅਸਾਈਨ ਕਰਦੇ ਆ ਤਾਂ ਇਹ ਸਨਦ ਜਿਹੜੀ ਹੁੰਦੀ ਹੈ ਉਹਦੇ ਵਿੱਚ ਕੀ ਹੈ, ਗਿਵਨ ਬਾਏ ਦਾ ਕਮਿਸ਼ਨਰ ਅੰਡਰ ਦਾ ਫੋਲੋਇੰਗ ਰੂਲਸ। ਕਮਿਸ਼ਨਰ ਵੱਲੋਂ ਇਹ ਸਨਦ ਜਾਰੀ ਕੀਤੀ ਜਾਂਦੀ ਹੈ। ਜਿਵੇਂ ਨੰਬਰਦਾਰ ਨੂੰ ਸਨਦ ਜਾਰੀ ਕੀਤੀ ਜਾਂਦੀ ਹੈ, ਨੰਬਰਦਾਰੀ ਸਨਦ ਜਾਰੀ ਕੀਤੀ ਜਾਂਦੀ ਹੈ। ਜਿਹੜੀ ਇਸੇ ਤਰੀਕੇ ਨਾਲ ਜਦੋਂ ਸਨਦ ਜਾਰੀ ਕਰਦੇ ਆ, ਜਦੋਂ ਸੈਂਟਰ ਗਵਰਨਮੈਂਟ ਵੱਲੋਂ ਕੋਈ ਲਿਖ ਕੇ ਆ ਗਿਆ ਵੀ ਇਸ ਵਿਅਕਤੀ ਨੂੰ ਜਿਹੜਾ ਹੈਗਾ ਗ੍ਰਾਂਟ ਵਜੋਂ ਇੰਨਾ ਜਿਹੜਾ ਲੈਂਡ ਨੂੰ ਅਸਾਈਨ ਕੀਤਾ ਜਾਵੇ, ਤਾਂ ਉਹ ਜਿਹੜਾ ਆਰਡਰ ਹੈਗਾ ਫਰਦਰ ਆ ਕੇ ਜਦੋਂ ਕੋਈ ਡਿਸਾਈਡ ਹੁੰਦਾ ਹੈ, ਪਿੰਡਾਂ ਦਾ ਨਾਮ ਡਿਸਾਈਡ ਹੁੰਦਾ ਹੈ, ਠੀਕ ਹੈ, ਕਿਹੜੇ ਕਿਹੜੇ ਪਿੰਡ ਦੀ ਜਿਹੜੀ ਲੈਂਡ ਰੈਵਨਿਊ ਇਹਨੂੰ ਅਸਾਈਨ ਕੀਤਾ ਜਾਂਦਾ ਹੈ, ਇਹ ਜਿਹੜਾ ਆਰਡਰ ਹੈਗਾ, ਇਹ ਜਿਹੜੀ ਸਨਦ ਹੈ ਇਹ ਕਮਿਸ਼ਨਰ ਵੱਲੋਂ ਜਾਰੀ ਕੀਤੀ ਜਾਂਦੀ ਹੈ। ਇਹਦੇ ਕੁਝ ਰੂਲ ਦਿੱਤੇ ਗਏ ਵੀ ਇਹ ਰੂਲ ਤੁਸੀਂ ਅਪਣਾਉਣੇ ਹੈਗੇ ਆ। ਜਦੋਂ ਸਨਦ ਜਾਰੀ ਕਰਨੀ ਹੈ ਤਾਂ ਗ੍ਰਾਂਟਸ ਹੈਲਡ ਬਾਈ ਦਾ ਸੇਮ ਪਾਰਟੀ ਐਂਡ ਔਨ ਦਾ ਸੇਮ ਟਨਿਓਰ ਸ਼ੁੱਡ ਬੀ ਇਨਕਲੂਡਡ ਇਨ ਵਨ ਸਨਦ। ਇੱਕ ਸਨਦ ਦੇ ਵਿੱਚ ਵੀ ਉਹ ਕਹਿੰਦੇ ਨੇ ਵੀ 2 ਪਿੰਡਾਂ ਦਾ 3 ਪਿੰਡਾਂ ਦਾ ਜੋ ਵੀ ਹੈਗਾ ਉਸਨੂੰ ਅਲਾਟਮੈਂਟ ਕੀਤੀ ਗਈ ਹੈ ਉਹ ਇੱਕੋ ਸਨਦ ਵਿੱਚ ਬਾਰ-ਬਾਰ ਇੱਕ ਵਿਅਕਤੀ ਦੇ ਨਾਮ ਤੇ 2 ਸਨਦਾਂ ਜਾਰੀ ਕਰਨ ਦੀ ਲੋੜ ਨਹੀਂ ਹੈਗੀ। ਇੱਕ ਸਨਦ ਦੇ ਵਿੱਚ ਜੋ ਵੀ ਕਿਤੇ ਉਸਨੂੰ ਦਿੱਤਾ ਗਿਆ ਹੈਗਾ, ਕੁਛ ਇਨ ਕੈਸ਼ ਦਿੱਤਾ ਗਿਆ ਹੋਵੇ, ਚਾਹੇ ਕੁਛ ਪਿੰਡਾਂ ਦਾ ਮਾਮਲਾ ਲੈਂਡ ਨੂੰ ਸਾਈਨ ਕੀਤਾ ਗਿਆ ਹੋਵੇ, ਇੱਕ ਸਨਦ ਦੇ ਵਿੱਚ ਸਾਰਾ ਡਿਟੇਲ ਹੈਗੀ ਉਹ ਦਿੱਤੀ ਜਾਣੀ ਹੁੰਦੀ ਹੈ। ਬਾਈ ਹੋਮ ਟੂ ਬੀ ਅਥੈਂਟੀਕੇਟਡ, ਜਦੋਂ ਇਹ ਸਨਦ ਦਿੱਤੀ ਜਾਣੀ ਹੈ ਕਿਸੇ ਨੂੰ ਤਾਂ ਉਹਦੇ ਤੇ ਸਾਈਨ ਹੋਣਗੇ ਜਿਸ ਆਫਿਸਰ ਵੱਲੋਂ, ਜਿਵੇਂ ਕਿ ਆਪਾਂ ਗੱਲ ਕਰ ਚੁੱਕੇ ਹਾਂ, ਸਾਈਨ ਹੋਣਗੇ, ਸੀਲ ਹੋਏਗੀ, ਮੋਹਰ ਲੱਗੀ ਹੋਏਗੀ ਚੀਫ ਸੈਕਟਰੀ ਆਫ ਦਾ ਗਵਰਨਮੈਂਟ ਆਫ ਦਾ ਪੰਜਾਬ ਆਫਟਰ ਸਕਰੂਟਨੀ ਇਨ ਦਾ ਐਫਸੀ ਆਫਿਸ। ਇਹ ਫਿਰ ਅਥੈਂਟੀਕੇਟ ਕੀਤੀ ਜਾਂਦੀ ਹੈ ਜੋ ਸਨਦ ਬਣਾਈ ਜਾਂਦੀ ਹੈ। ਸਨਦ ਬਣਾ ਕੇ ਅੱਗੇ ਸੈਂਟਰ ਗਵਰਨਮੈਂਟ ਕੋਲ ਜਾਂਦੀ ਹੋਏਗੀ, ਇਹ ਸਾਈਨਡ ਫਿਰ ਹੋਣਗੇ ਤੇ ਸੀਲ ਵੀ ਲੱਗੇਗੀ, ਮੋਹਰ ਲੱਗੇਗੀ ਬਾਈ ਦਾ ਚੀਫ ਸੈਕਟਰੀ ਆਫ ਦਾ ਗਵਰਨਮੈਂਟ ਆਫ ਪੰਜਾਬ ਆਫਟਰ ਸਕਰੂਟਨੀ ਇਨ ਦਾ ਐਫਸੀ ਆਫਿਸ। ਐਫਸੀ ਆਫਿਸ ਜਦੋਂ ਕਮਿਸ਼ਨਰ ਭੇਜੇਗਾ ਉਹ ਐਫਸੀ ਆਫਿਸ ਭੇਜੇਗਾ, ਫਾਈਨੈਂਸ਼ੀਅਲ ਕਮਿਸ਼ਨ ਦੇ ਆਫਿਸ ਭੇਜੇਗਾ, ਉਸ ਤੋਂ ਬਾਅਦ ਇਹ ਚੀਫ ਸੈਕਟਰੀ ਕੋਲ ਜਾਏਗੀ। ਚੀਫ ਸੈਕਟਰੀ ਕੋਲੋਂ ਜਿਹੜੀ ਹੈਗਾ ਸਟੇਟ ਲੈਵਲ ਤੇ ਪੰਜਾਬ ਗਵਰਨਮੈਂਟ ਦੇ ਬਿਹਾਫ ਤੇ ਜਿਹੜੀ ਇਹ ਜਾਰੀ ਹੋਏਗੀ, ਠੀਕ ਹੈ ਜੀ। ਪੰਜਾਬ ਸਰਕਾਰ ਦੀ ਸਟੈਂਪ ਲੱਗੇਗੀ। ਫਾਰਮ ਸੈਂਕਸ਼ਨਡ ਇਨ ਲੈਟਰ ਐਂਡ ਟਰਮਸ ਐਂਡ ਕੰਡੀਸ਼ਨ, ਜਦੋਂ ਇਹ ਜਿਹੜਾ ਫਾਰਮ ਹੋਏਗਾ ਸਨਦ ਦਾ ਇਹਦੇ ਉੱਪਰ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਵੀ ਸ਼ਰਤਾਂ ਵੀ ਨਾਲ ਲਗਾਈਆਂ ਜਾਂਦੀਆਂ ਨੇ, ਸੂਮੋਟੋ ਜਿਹੜੀਆਂ ਹੁੰਦੀਆਂ ਨੇ ਉਹ ਪ੍ਰਸਕ੍ਰਾਈਬ ਪਰਫਾਰਮਾ ਹੁੰਦਾ ਉਹਦੇ ਤੇ ਪ੍ਰਿੰਟਡ ਹੁੰਦੀਆਂ ਨੇ, ਠੀਕ ਹੈ। ਤਾਂ ਉਹਦੇ ਤੇ ਮੇਨ ਸ਼ਰਤ ਇਹੀ ਹੁੰਦੀ ਹੈ ਵੀ ਜਿਹੜਾ ਇਹ ਵਿਅਕਤੀ ਹੈਗਾ ਸਰਕਾਰ ਖੁਸ਼ ਹੋ ਕੇ ਇਸ ਨੂੰ ਜਿਹੜੀ ਇਹ ਸਨਦ ਗ੍ਰਾਂਟ ਕਰ ਰਹੀ ਹੈ, ਇਹ ਜਿਹੜਾ ਲੈਂਡ ਨੂੰ ਅਸਾਈਨ ਕਰ ਰਹੀ ਹੈ, ਤੇ ਸਬਜੈਕਟ ਟੂ ਦਾ ਲਾਇਲਟੀ ਐਂਡ ਗੁੱਡ ਬਿਹੇਵੀਅਰ ਆਫ ਦਾ ਪਰਸਨ। ਪਰ ਜਿਹੜਾ ਵਿਅਕਤੀ ਹੈਗਾ ਇਹ ਸਰਕਾਰ ਦੇ ਪ੍ਰਤੀ ਲਾਇਲ ਰਹੇਗਾ, ਸਰਕਾਰ ਦੇ ਪ੍ਰਤੀ ਮਤਲਬ ਕਿ ਗੁੱਡ ਬਿਹੇਵੀਅਰ ਰਹੇਗਾ। ਮਤਲਬ ਕਿ ਕਹਿਣ ਦਾ ਭਾਵ ਇਹ ਹੈ ਵੀ ਜੇ ਕਿਤੇ ਵੀ ਕਿਸੇ ਸਟੇਜ ਤੇ ਜਾ ਕੇ ਉਹ ਜਿਹੜਾ ਵਿਅਕਤੀ ਸਰਕਾਰ ਦੇ ਖਿਲਾਫ ਜਾਂਦਾ ਹੈਗਾ ਤਾਂ ਸਰਕਾਰ ਕਿਸੇ ਵੇਲੇ ਵੀ ਜਿਹੜੀ ਹੈਗੀ ਇਹ ਫਾਰਫਿਟ ਕੀਤੀ ਜਾ ਸਕਦੀ ਹੈ, ਜਿਹੜੀ ਸਨਦ ਦਿੱਤੀ ਹੈ ਵਾਪਸ ਲਈ ਜਾ ਸਕਦੀ ਹੈ।
ਨੈਕਸਟ ਹੈ ਪ੍ਰੋਹਿਬਿਸ਼ਨ ਆਫ ਦਾ ਅਲਾਈਨੇਸ਼ਨ। ਜਿਹੜੀ ਇਹ ਸਨਦ ਹੈਗੀ ਹੈ, ਜਿਵੇਂ ਕਿ ਡਿਗਰੀਆਂ ਹੁੰਦੀਆਂ ਨੇ, ਡਿਗਰੀ ਨੂੰ ਅਸੀਂ ਫਰਦਰ ਅਲਾਈਨੇਟ ਕਰ ਦਿੰਦੇ ਹਾਂ, ਕਰ ਸਕਦੇ ਹੁੰਦੇ ਹਾਂ ਕਿਸੇ ਦੀ ਪੇਮੈਂਟ ਦੀ ਲੈਣ ਦੇਣ ਦੇ ਵਿੱਚ। ਤੇ ਇਸ ਕਰਕੇ ਜਿਹੜੀ ਇਹ ਸਨਦ ਹੈਗੀ ਹੈ, ਇਹਨੂੰ ਅਸੀਂ ਕਿਤੇ ਅਲਾਈਨੇਟ ਨਹੀਂ ਕੀਤਾ ਜਾ ਸਕਦਾ। ਪ੍ਰੋਹਿਬਿਸ਼ਨ ਆਫ ਦਾ ਅਲਾਈਨੇਸ਼ਨ, ਪ੍ਰੋਹਿਬਿਸ਼ਨ ਅਲਾਈਨਮੈਂਟ ਜਿਹੜਾ ਇਹ ਮਾਮਲਾ ਹੈ, ਸਨਦ ਹੈ, ਮਤਲਬ ਸਨਦ 'ਚ ਕੀ ਲਿਖਿਆ ਗਿਆ ਕਿ ਤੁਹਾਨੂੰ ਪਰ ਈਅਰ ਇੰਨੇ ਪੈਸੇ ਮਿਲਣਗੇ, ਮੰਨ ਲਓ, ਠੀਕ ਹੈ। ਅਸੀਂ ਇਸੇ ਇਵਜ਼ ਦੇ ਵਿੱਚ ਕਿਸੇ ਵਿਅਕਤੀ ਨੂੰ ਆਪਣੀ ਸਨਦ ਦੇ ਦਈਏ, ਜਿਹੜਾ ਜ਼ਗੀਰਦਾਰ ਹੈਗਾ, ਵੀ ਲੈ ਵੀ ਮੈਂ ਤੇਰੇ ਇੰਨੇ ਪੈਸੇ ਦੇ ਤੋਂ ਲਿਆ ਸੀਗਾ, ਕਰਜ਼ਾ ਲਿਆ ਸੀਗਾ, ਤੂੰ ਆਹ ਸਨਦ ਚੱਕ, ਤੇ ਇਹ ਸਨਦ ਦੇ ਬਦਲੇ ਜਿਹੜੀ ਹੈਗੀ ਹੈ ਇਹ ਤੁਸੀਂ ਉੱਥੋਂ ਜਾ ਕੇ ਤਹਿਸੀਲ ਚੋਂ ਇੰਨੇ ਪੈਸੇ ਲੈ ਸਕਦਾ। ਪਰ ਨਹੀਂ, ਇੱਥੇ ਕਿਹਾ ਵੀ ਜਿਹੜੀ ਸਨਦ ਹੈਗੀ ਹੈ ਇਹ ਅਲਾਈਨੇਸ਼ਨ ਦੀ ਨਹੀਂ ਹੋ ਸਕਦੀ। ਲੈਫਟ ਇਫ ਨੋ ਮੇਲ ਲੈਸਟੀਮੇਟ ਇਸ਼ੂ ਇਨ ਦਾ ਲਾਈਨ ਆਫ ਦਾ ਓਰੀਜਨਲ ਗਰੰਟੀ। ਪਰ ਇੱਥੇ ਜਾ ਕੇ ਇਹ ਵੀ ਕਿਹਾ ਗਿਆ ਨਾਲ ਵੀ ਜਿਹੜੀ ਇਹ ਸਨਦ ਹੈਗੀ ਹੈ ਇਹ ਲੈਪਸ ਹੋ ਜਾਂਦੀ ਹੈ। ਕਦੋਂ ਲੈਪਸ ਹੋ ਜਾਂਦੀ ਹੈ? ਜਦੋਂ ਕਿਸੇ ਉਸ ਜਿਹੜੀ ਫੈਮਿਲੀ ਹੈ ਉਹਦੀ ਡੈਥ ਹੋਣ ਤੋਂ ਬਾਅਦ ਮੇਲ ਲਾਈਨ ਦੇ ਵਿੱਚ, ਜਿਹਨੇ ਕਿ ਫਾਦਰ ਤੋਂ ਬੇਟਾ, ਬੇਟਾ ਵੀ ਤੋਂ ਅੱਗੇ ਮੇਲ ਲਾਈਨ ਦੇ ਵਿੱਚ ਕੋਈ ਹੈਗਾ ਲੈਸਟੀਮੇਟ ਇਸ਼ੂ ਇਨ ਦਾ ਲਾਈਨ ਆਫ ਦਾ ਓਰੀਜਨਲ ਗਰੰਟੀ ਕੋਈ ਨਾ ਰਹੇ, ਤਾਂ ਜਿਹੜੀ ਇਹ ਸਨਦ ਹੈਗੀ ਹੈ ਉਹ ਆਪਣੇ ਆਪ ਟਰਮੀਨੇਟ ਹੋ ਜਾਂਦੀ ਹੈ, ਆਪਣੇ ਆਪ ਹੀ ਮਤਲਬ ਖਤਮ ਹੋ ਜਾਂਦੀ ਹੈ। ਟਰਮੀਨੇਸ਼ਨ ਆਫ ਦਾ ਸਕਸੈਸ਼ਨ, ਲਿਮਿਟੇਸ਼ਨ ਆਫ ਸਕਸੈਸ਼ਨ, ਰੂਲ 8 ਆਫ ਦਾ ਪੰਜਾਬ ਪੈਨਸ਼ਨ ਰੈਵਨਿਊ ਅਸੈਸਮੈਂਟ, ਰੂਲ 937 ਨੇ ਕਹਿੰਦੇ ਉਹ ਦੇਖੋ, ਜੇ ਤੁਸੀਂ ਟਰਮੀਨੇਸ਼ਨ ਦੇ ਸੰਬੰਧ 'ਚ ਦੇਖਣਾ ਸਕਸੈਸ਼ਨ ਦਾ ਜਿਹੜਾ ਟਰਮੀਨੇਸ਼ਨ ਕਦੋਂ ਹੋ ਜਾਂਦਾ ਹੈਗਾ। ਨੋ ਸਨਦ ਨੀਡ ਟੂ ਬੀ ਇਸ਼ੂਡ ਫਾਰ ਦਾ ਇਨਾਮਸ, ਇਹਦੇ ਵਿੱਚ ਨਾਲ ਹੀ ਕਿਹਾ ਵੀ ਕਿਸੇ ਨੂੰ ਛੋਟੇ ਮੋਟੇ ਇਨਾਮ ਦਿੱਤੇ ਜਾਂਦੇ ਨੇ, ਉੱਥੇ ਸਨਦ ਨਹੀਂ ਦਿੱਤੀ ਜਾਂਦੀ, ਉੱਥੇ ਸਿਰਫ ਇਨਾਮ ਹੀ ਦਿੱਤਾ ਜਾਂਦਾ ਹੈ। ਸਨਦ ਦਿੱਤੀ ਉਹ ਇੱਕ ਰਿਵਾਰਡ ਹੋ ਗਿਆ ਬਹੁਤ ਵੱਡਾ, ਰਿਵਾਰਡ ਦੇ ਇਨਾਮ 'ਚ ਇਹਨੇ ਦੱਸਿਆ, ਫਰਕ ਦੱਸਿਆ ਹੈਗਾ, ਇਨਾਮ ਦੇ ਵਿੱਚ ਸਨਦ ਜਾਰੀ ਨਹੀਂ ਹੁੰਦੀ। ਪੇਮੈਂਟ ਆਫ ਦਾ ਅਸਾਈਨਮੈਂਟ, ਨੈਕਸਟ ਅਸੀਂ ਪੜ੍ਹ ਰਹੇ ਹਾਂ ਪੇਮੈਂਟ ਆਫ ਦਾ ਅਸਾਈਨਮੈਂਟ ਕੀ ਹੁੰਦੀ ਹੈ। The payment of the assignment part of the collector's duty, ਇੱਕ ਕਲੈਕਟਰ ਦੀ ਡਿਊਟੀ 'ਚ ਆ ਜਾਂਦਾ ਹੈਗਾ ਜਦੋਂ ਕਿਸੇ ਨੂੰ ਅਸਾਈਨਮੈਂਟ ਕਰਦੇ ਹਾਂ, ਪੇਮੈਂਟ ਕਰਦੇ ਹਾਂ ਲੈਂਡ ਰੈਵਨਿਊ ਦੀ, ਕਿਉਂਕਿ ਲੈਂਡ ਰੈਵਨਿਊ ਕਲੈਕਟਰ ਵੱਲੋਂ ਕਲੈਕਟ ਕੀਤਾ ਜਾਂਦਾ ਹੈਗਾ ਔਨ ਬਿਹਾਫ ਆਫ ਦਾ ਕਲੈਕਟਰ, ਜਿਹੜੀ ਥਰਡ ਏਜੰਸੀ ਕਲੈਕਟ ਕਰਦੇ ਹਨ ਕਲੈਕਸ਼ਨ ਵਿਦ ਦਾ ਕਲੈਕਸ਼ਨ ਆਫ ਲੈਂਡ ਰੈਵਨਿਊ। ਇਸ ਕਰਕੇ ਜਿਹੜੀਆਂ ਇਹ ਸਾਰੀਆਂ ਪਾਵਰਾਂ ਹੈਗੀਆਂ ਨੇ ਇਹ ਕਲੈਕਟਰ ਕੋਲੇ ਹੈਗੀਆਂ ਨੇ। ਨੈਕਸਟ ਹੈਗਾ ਪੇਮੈਂਟ ਟੂ ਨੋਨ ਰੈਜ਼ੀਡੈਂਟ ਇਨਫਰਮ ਸੈਨੀ, ਜਿੱਥੇ ਕਹਿੰਦੇ ਕੋਈ ਅਸਾਈਨੀ ਹੈਗਾ, ਜਦੋਂ ਇਹ ਜਿਹੜੀ ਪੇਮੈਂਟ ਦਿੱਤੀ ਜਾਣੀ ਹੈ, ਲੈਂਡ ਰੈਵਨਿਊ ਦੀ ਪੇਮੈਂਟ ਦਿੱਤੀ ਜਾਣੀ ਹੈ, ਇਹਨੂੰ ਸਾਈਨ ਕੀਤੀ ਜਾਂਦੀ ਹੈ, ਉਹ ਉੱਥੇ ਆਪ ਨਹੀਂ ਰਹਿੰਦਾ ਹੈਗਾ ਜਾਂ ਕੋਈ ਬਿਮਾਰ ਹੈਗਾ, ਤਾਂ ਉਸ ਦੀ ਪੇਮੈਂਟ ਕਿਵੇਂ ਹੋਏਗੀ। ਪ੍ਰੋਸੀਜਰ ਇਫ ਜ਼ਗੀਰਦਾਰ ਨਾਟ ਅਪੀਅਰ ਇਨ 1 month ਇਨ ਦਾ ਤਹਿਸੀਲ, ਜਦੋਂ ਲੈਂਡ ਰੈਵਨਿਊ ਇਕੱਠਾ ਹੋ ਗਿਆ, ਕਲੈਕਟ ਹੋ ਗਿਆ, 1 ਮਹੀਨਾ ਵੀ ਬੀਤ ਗਿਆ, ਪਰ ਫਿਰ ਵੀ ਜਿਹੜਾ ਜ਼ਗੀਰਦਾਰ ਹੈ ਉਹ ਪੇਮੈਂਟ ਲੈਣ ਲਈ ਨਹੀਂ ਆ ਸਕਿਆ। ਕਿਉਂ ਨਹੀਂ ਆ ਸਕਿਆ? ਉਹ ਬਿਮਾਰ ਹੋਣ ਦੇ ਕਾਰਨ ਨਹੀਂ ਆ ਸਕਿਆ। ਤਾਂ ਇਨ ਦਾ ਟ੍ਰੈਜਰੀ ਮੈਨੂਅਲ ਇੱਦਾਂ ਦੀ ਜਿਹੜੀ ਪੇਮੈਂਟ ਕਿਵੇਂ ਕੀਤੀ ਜਾ ਸਕਦੀ ਹੈ, ਜਿਹੜੀ ਟ੍ਰੈਜਰੀ ਮੈਨੂਅਲ ਤੁਸੀਂ 8ਵੇਂ ਪੇਪਰ 'ਚ ਪੜ੍ਹਦੇ ਹੋਵੋਗੇ, 299 ਹੈਗਾ ਟ੍ਰੈਜਰੀ ਮੈਨੂਅਲ ਦਾ, ਉਹਦੇ ਵਿੱਚ ਹੈਗਾ ਵੀ ਫਿਰ ਟ੍ਰੈਜਰੀ ਆਫਿਸਰ ਨੇ ਜਿਹੜੀ ਪੇਮੈਂਟ ਆ ਕਿਵੇਂ ਕਰਨੀ ਹੈ। ਜ਼ਗੀਰਦਾਰ ਹੂ ਆਰ ਅਨਏਬਲ ਟੂ ਅਪੀਅਰ ਇਨ ਦਾ ਪਰਸਨ, ਆਪ ਨਹੀਂ ਆ ਸਕਦਾ ਹੈਗਾ, ਫਿਰ ਉਹ ਡਿਊ ਟੂ ਬੋਡਲੀ ਇੰਜਰੀ ਹੋਣ ਕਰਕੇ ਨਹੀਂ ਆ ਸਕਦਾ ਹੈਗਾ, ਗਵਰਨਮੈਂਟ ਅਲਾਓ ਕਰ ਸਕਦੀ ਹੈ, ਫਿਰ ਉਸਨੂੰ ਜਿਹੜੀ ਪੇਮੈਂਟ ਹੈ ਉਹਨੂੰ ਦੇ ਸਕਦੀ ਹੈਗੀ ਆ। ਕਿਵੇਂ ਦੇ ਸਕਦੀ ਹੈ? ਔਨ ਦਾ ਪ੍ਰੋਡਕਸ਼ਨ ਆਫ ਦਾ ਲਾਈਫ ਸਰਟੀਫਿਕੇਟ, ਕੋਈ ਵਿਅਕਤੀ ਇਹ ਲਿਆ ਕੇ ਉਹਦਾ ਲਾਈਫ ਸਰਟੀਫਿਕੇਟ ਪੇਸ਼ ਕਰਦਾ ਹੈਗਾ, ਠੀਕ ਹੈ, ਵੀ ਹਾਂ ਉਹ ਜਿੰਦਾ ਹੈਗਾ, ਲਾਈਫ ਸਰਟੀਫਿਕੇਟ ਲੈ ਕੇ ਗਵਰਨਮੈਂਟ ਆਫੀਸ਼ੀਅਲ ਦੇ ਵੱਲੋਂ ਜਿਹੜਾ ਤਸਦੀਕ ਕੀਤਾ ਗਿਆ ਹੋਵੇ, ਔਰ ਸਮ ਅਦਰ ਕਿਸੇ ਹੋਰ ਵੀ ਟਰਸਟਵਰਦੀ ਬੰਦੇ ਵੱਲੋਂ ਕੋਈ ਜਿਹੜਾ ਲਾਈਫ ਸਰਟੀਫਿਕੇਟ ਜਾਰੀ ਕੀਤਾ ਗਿਆ ਹੋਵੇ, ਉਹ ਦੇਖ ਕੇ ਤਸੱਲੀ ਕਰਕੇ ਜਿਹੜਾ ਡਿਸਬਰਸਿੰਗ ਆਫੀਸਰ ਹੈਗਾ ਉਹ ਜਿਹੜੀ ਪੇਮੈਂਟ ਕੀਤੀ ਜਾ ਸਕਦੀ ਹੈ ਦੂਸਰੇ ਬੰਦੇ ਦੇ ਬਿਹਾਫ, ਔਨ ਦੈਟ ਬਿਹਾਫ ਉਹਦੀ ਪੇਮੈਂਟ ਕੀਤੀ ਜਾ ਸਕਦੀ ਹੈ। ਜਿਵੇਂ ਇਸੇ ਤਰੀਕੇ ਨਾਲ ਜਿਹੜਾ ਹੈਗਾ ਟ੍ਰੈਜਰੀ ਆਫੀਸਰ, ਮਤਲਬ ਟ੍ਰੈਜਰੀ ਆਫੀਸਰ ਨੂੰ ਕਿਹਾ ਗਿਆ ਵੀ ਸਾਲ ਦੇ ਵਿੱਚ ਲਗਭਗ ਇੱਕ ਵਾਰੀ ਜਿੰਨੇ ਵੀ ਜ਼ਗੀਰਦਾਰ ਹੈਗੇ ਨੇ ਕਿ ਜਿੰਦੇ ਨੇ ਉਹਦਾ ਲਾਈਫ ਸਰਟੀਫਿਕੇਟ ਸਾਥ ਇੱਕ ਵਾਰੀ ਲਿਆ ਜਾਵੇ, ਤਾਂ ਕਿ ਜਿਹੜੀ ਗਲਤ ਪੇਮੈਂਟਸ ਕਿਸੇ ਨੂੰ ਨਾ ਹੋ ਸਕਣ। ਅਲਾਈਨੇਸ਼ਨ ਆਫ assignment of the land revenue and liability to attachment in execution of the degree, ਵੀ ਕਿਸੇ ਦੀ ਕੀ ਜਿਹੜੀ ਅਸਾਈਨਮੈਂਟ ਆਫ ਦਾ ਲੈਂਡ ਰੈਵਨਿਊ ਹੈਗਾ ਉਹ 'ਚ ਕੀ ਲਾਇਬਿਲਿਟੀ ਬਣਦੀ ਹੈ ਕਿ ਅਟੈਚਮੈਂਟ ਕੀਤੀ ਜਾ ਸਕਦੀ ਹੈ ਐਗਜੀਕਿਊਸ਼ਨ ਦੇ ਵਿੱਚ, ਕੋਈ ਡਿਗਰੀ ਐਗਜੀਕਿਊਟ ਕਰਨੀ ਹੈ, ਠੀਕ ਹੈ, ਤਾਂ ਕੀ ਉਹਦੇ ਵਿੱਚ ਡਿਗਰੀ ਵਿੱਚ ਕੀ ਕੀਤਾ ਜਾ ਸਕਦਾ ਹੈਗਾ। ਜੇ ਕੋਈ ਲੈਂਡ ਰੈਵਨਿਊ ਕਿਸ ਨੂੰ ਅਸਾਈਨ ਕੀਤਾ ਗਿਆ ਹੋਵੇ, ਕਿ ਫਰਦਰ ਉਹ ਅਟੈਚ ਹੋ ਸਕਦਾ ਜਾਂ ਨਹੀਂ ਹੋ ਸਕਦਾ। ਇੱਦਾਂ ਦੇ ਜਿਹੜੇ ਰੂਲਸ ਹੈਗੇ ਆ ਉਹ ਹੈਗੇ ਆ ਗਵਰਨਮੈਂਟ ਆਫ ਇੰਡੀਆ ਡੇਟਡ 27/8/1852 ਦਾ ਇਹ ਲੈਟਰ ਹੈਗਾ। ਇਹ ਕਹਿੰਦਾ, ਇਹਦੇ ਵਿੱਚ ਕਹਿੰਦਾ ਲੈਂਡ ਐਡਮਿਨਿਸਟ੍ਰੇਸ਼ਨ ਜਿਹੜਾ ਮੈਨੂਅਲ ਹੈਗਾ ਆਪਾਂ ਅੱਗੇ ਜਾ ਕੇ ਪੜ੍ਹਾਂਗੇ,
ਉਹ 164 ਤੋਂ 170 ਪੈਰੇ ਹੈਗੇ ਆ, ਉਹ ਤੁਸੀਂ ਕੰਸਲਟ ਕਰ ਸਕਦੇ ਹੋ। फिर पैरा 11 च की क्या है, सैक्शन 11 ऑफ द पंजाब जगीर एक्ट 1943 च भी की क्या है, डेवोल्यूशन ऑफ द असाइनमेंट ऑफ द लैंड रेवेन्यू ਜਿਹੜਾ ਹੈਗਾ ਅੱਗੇ ਡਿਵੈਲਪ ਕਿਵੇਂ ਕਰਦਾ ਹੈਗਾ ਟੂ ਦਾ ਸਿੰਗਲ ਪਰਸਨ ਆਫ ਦਾ ਫੈਮਿਲੀ। ਜਿਵੇਂ ਆਪਾਂ ਉੱਪਰ ਦੇਖ ਕੇ ਪੜ੍ਹ ਕੇ ਹਟਿਆ ਵੀ ਜੇ ਕੋਈ ਉਹਦੀ ਡੈਥ ਹੋ ਜਾਂਦੀ ਹੈ, ਕਿਸੇ ਜਗੀਰਦਾਰ ਦੀ ਡੈਥ ਹੋ ਜਾਂਦੀ ਹੈ, ਤਾਂ ਜਿਹੜਾ ਜਗੀਰਦਾਰ ਦੀ ਜਿਹੜੀ ਅਮਾਊਂਟ ਹੈਗੀ ਹੈ ਫਰਦਰ ਉਹਦੀ ਡੈਥ ਹੋਣ ਉਪਰੰਤ ਉਹਦੇ ਜਿਹੜਾ ਮੇਲ ਮੈਂਬਰ ਹੈਗਾ, ਸਿੰਗਲ ਪਰਸਨ ਹੈਗਾ, ਉਹਨੂੰ ਪੇ ਕੀਤੀ ਜਾਂਦੀ ਹੈ। the assignment is not liable to seizure and attachment। ਇੱਥੇ ਕਿ ਕਲੀਅਰ ਕਰਦਾ ਹੈ ਵੀ ਜੇ ਕੋਈ ਡਿਗਰੀ ਹੁੰਦੀ ਹੈ, ਕੋਈ ਡਿਗਰੀ ਉਹਦੇ ਖਿਲਾਫ ਆ ਜਾਂਦੀ ਹੈ, ਕਿਸੇ ਜਗੀਰਦਾਰ ਦੇ ਖਿਲਾਫ ਕੋਈ ਡਿਗਰੀ ਆ ਜਾਂਦੀ ਹੈ, ਉਸ ਕੇਸ ਦੇ ਵਿੱਚ ਜਿਹੜੀ ਇਹਦੀ ਜਿਹੜੀ ਅਟੈਚਮੈਂਟ ਹੈਗੀ ਹੈ ਨਹੀਂ ਕੀਤੀ ਜਾ ਸਕਦੀ, ਜ਼ਬਤ ਨਹੀਂ ਕੀਤੀ ਜਾ ਸਕਦੀ। ਜਿਹੜੀ ਅਸਾਈਨਮੈਂਟ ਆਫ ਦਾ ਲੈਂਡ ਰੈਵਨਿਊ ਜਿਹੜੀ ਅਮਾਊਂਟ ਹੈਗੀ ਹੈ ਉਹ ਜ਼ਬਤ ਨਹੀਂ ਕੀਤੀ ਜਾ ਸਕਦੀ ਕਿਸੇ ਜਗੀਰਦਾਰ ਦੀ ਅਗੇਂਸਟ ਅਸਾਈਨੀ ਔਰ ਹਿਜ਼ ਸਕਸੈਸਰ ਬਾय ਦਾ ਕੋਰਟ। ਕੋਈ ਵੀ ਅਦਾਲਤ ਜਿਹੜੀ ਉਹਦੀ ਜੇ ਕੋਈ ਆਪ ਜਾਂਦਾ ਹੋਵੇ ਤਾਂ ਉਸਦੀ, ਜਾਂ ਫਿਰ ਉਹਦੇ ਵਾਰਸ ਕੋਲੇ ਕੋਈ ਉਹਦੀ ਅਸਾਈਨਮੈਂਟ ਮਿਲਦੀ ਹੋਵੇ ਉਸਨੂੰ ਲੈਂਡ ਰੈਵਨਿਊ ਦੇ ਵਿੱਚੋਂ, ਉਹਨੂੰ ਕੋਈ ਜ਼ਬਤ ਨਹੀਂ ਕੋਰਟ ਕਰ ਸਕਦੀ ਤੇ ਨਾ ਹੀ ਉਸਨੂੰ ਅਟੈਚ ਕਰ ਸਕਦੀ ਹੈਗੀ ਹੈ। ਅਲਾਈਨੇਸ਼ਨ ਆਫ ਮਿਲਟਰੀ ਜਗੀਰਸ, ਕਿ ਜਿਹੜੇ ਮਿਲਟਰੀ ਜਗੀਰਸ ਹੈਗੀਆਂ ਨੇ ਉਹਦੀ ਅਲਾਈਨੇਸ਼ਨ ਕਿਵੇਂ ਹੁੰਦੀ ਹੈ। ਡਿਕਲੇਅਰ ਇਨ ਸਨਦਸ, ਕਹਿੰਦੇ ਸਨਦ ਦੇ ਵਿੱਚ ਇਹ ਸਾਰਾ ਕੁਝ ਵੇਰਵਾ ਦਿੱਤਾ ਹੈ ਹੁੰਦਾ ਹੈ। ਇਨ ਅਲਾਈਨੇਬਲ ਹੁੰਦੀ ਹੈ ਜਿਹੜੀ ਇਹ ਅਲਾਈਨੇਸ਼ਨ ਹੈ, ਜਿਹੜੀ ਜਗੀਰ ਦੀ ਮਿਲਟਰੀ ਜਗੀਰ ਹੈਗੀ ਹੈ ਉਹ ਫਰਦਰ ਅਸੀਂ ਕਿਸੇ ਨੂੰ ਅੱਗੇ ਟ੍ਰਾਂਸਫਰ ਨਹੀਂ ਕਰ ਸਕਦੇ ਹੈਗੇ। ਇਹ ਸਾਰਾ ਉਹ ਲਿਖਿਆ ਹੁੰਦਾ ਹੈ, ਉਹਦੀ ਜਿਹੜਾ ਸਨਦ ਜਾਰੀ ਕਰਦੇ ਆ ਵੀ ਵॉइड ਹੈ, ਅਲਾਈਨੇਸ਼ਨ ਵॉइड ਹੈਗੀ ਹੈ। ਇਸੇ ਦੀ ਜਿਹੜੀ ਸਪੈਸ਼ਲ ਜਗੀਰ ਦਿੱਤੀ ਜਾਂਦੀ ਹੈ, ਸਪੈਸ਼ਲ ਜਗੀਰ ਮਤਲਬ ਕਿ ਆਫਟਰ ਦਾ ਰਿਟਾਇਰਮੈਂਟ, ਠੀਕ ਹੈ, ਕਿਸੇ ਵਿਅਕਤੀ ਨੂੰ ਜਦੋਂ ਪੜ੍ਹ ਕੇ ਗਿਆ ਜੇ ਕੋਈ ਟ੍ਰਾਂਸਫਰ ਕਰ ਦੇਵੇ ਆਪਦੀ ਸਪੈਸ਼ਲ ਜਗੀਰ ਨੂੰ ਫਰਦਰ ਟ੍ਰਾਂਸਫਰ ਕਰ ਦੇਵੇ ਤਾਂ ਉਹ ਜਿਹੜੀ ਹੈਗੀ ਰਿਜ਼ੂਮ ਕਰ ਦਿੱਤੀ ਜਾਂਦੀ ਹੈ ਗਵਰਨਮੈਂਟ ਵੱਲੋਂ, ਵਾਪਸ ਲੈ ਲਈ ਜਾਂਦੀ ਹੈ। ਡਿਊਟੀਜ਼ ਆਫ ਦਾ ਕਲੈਕਟਰ ਇਨ ਕਨੈਕਸ਼ਨ ਵਿਦ ਦਾ ਅਟੈਚਮੈਂਟ ਆਫ ਦਾ ਅਸਾਈਨਮੈਂਟਸ। ਕਲੈਕਟਰ ਦੀ ਕੀ ਡਿਊਟੀਜ਼ ਹੁੰਦੀਆਂ ਨੇ ਜੇ ਕੋਈ ਅਟੈਚਮੈਂਟ ਕਰਨਾ ਚਾਹੁੰਦਾ, ਕੋਈ ਕੋਰਟ ਅਟੈਚਮੈਂਟ ਕਰਦੀ ਹੈ ਪਰ ਚਾਂਸ, ਤਾਂ ਕਲੈਕਟਰ ਨੇ ਕੀ ਦੇਖਣਾ ਹੁੰਦਾ ਹੈਗਾ। ਸੈਕਸ਼ਨ 141 142 ਆਫ ਦਾ ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ ਜਾਂ ਪੈਰਾ 169 ਆਫ ਦਾ ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ ਹੈਗਾ, ਉਹਦੇ 'ਚ ਸਾਰੀਆਂ ਇਹ ਦੱਸੀਆਂ ਗਈਆਂ ਨੇ ਡਿਊਟੀਜ਼ ਨੇ ਕਲੈਕਟਰ ਦੀਆਂ ਕੀ ਹੈਗੀਆਂ ਨੇ। ਇਸ ਦੇ ਸੰਬੰਧ ਵਿੱਚ ਜੇ ਕੋਈ ਕੋਰਟ ਅਟੈਚ ਕਰਨਾ ਚਾਹੁੰਦੀ ਹੈ ਕਿਸੇ ਦੀ ਉਸਨੂੰ ਲੈਂਡ ਨੂੰ ਅਸਾਈਨਮੈਂਟ ਨੂੰ, ਜਿਹੜਾ ਜਿਹੜੀ ਅਸਾਈਨਮੈਂਟ ਆਫ ਦਾ ਰੈਵਨਿਊ ਦੀ ਹੈਗੀ ਹੈ ਇਹ ਇੰਟਰਸਟ ਹੈ ਲੈਂਡ ਦੇ ਵਿੱਚ ਉਸ ਵਿਅਕਤੀ ਦਾ ਜਿਸ ਵਿਅਕਤੀ ਨੂੰ ਇਹ ਅਸਾਈਨ ਕੀਤੀ ਜਾਂਦੀ ਹੈ। ਆਰਡਰ ਆਫ ਇਟਸ ਅਟੈਚਮੈਂਟ ਮੇਡ ਬਾय ਦਾ ਕੋਰਟ, ਜੇ ਕਿਸੇ ਸਿਵਲ ਕੋਰਟ ਵੱਲੋਂ ਜਾਂ ਕ੍ਰਿਮੀਨਲ ਕੋਰਟ ਵੱਲੋਂ ਇੱਦਾਂ ਦਾ ਕੋਈ ਆਰਡਰ ਆ ਜਾਂਦਾ ਹੈ, ਠੀਕ ਹੈ, ਤਾਂ ਇੱਦਾਂ ਦਾ ਜਿਹੜਾ ਆਰਡਰ ਹੈ ਉਹ ਡਾਇਰੈਕਟਲੀ ਤੌਰ ਤੇ ਜਿਹੜਾ ਹੈਗਾ ਉਹ ਕਲੈਕਟਰ ਕੋਲੇ ਜਾਏਗਾ, ਜਾਂ ਕਲੈਕਟਰ ਵੱਲੋਂ ਕੋਈ ਆਫੀਸਰ ਰੈਵਨਿਊ ਆਫੀਸਰ ਨੂੰ ਅਥਾਈ ਕੀਤਾ ਗਿਆ ਹੈਗਾ ਤਾਂ ਉਹ ਰੈਵਨਿਊ ਆਫੀਸਰ ਕੋਲ ਆਏਗਾ, ਤਾਂ ਫਿਰ ਕੋਰਟ ਨਾਲ ਹੀ ਉਸ ਵਿਅਕਤੀ ਨੂੰ ਡਾਇਰੈਕਟ ਕਰੇਗੀ ਜਿਸ ਬੰਦੇ ਵੱਲ ਇਹ ਜਿਹੜੀ ਡਿਗਰੀ ਜਿਹਦੇ ਖਿਲਾਫ ਡਿਗਰੀ ਪਾਸ ਕੀਤੀ ਗਈ ਹੈਗੀ ਹੈ, ਉਸ ਵਿਅਕਤੀ ਨੂੰ ਡਾਇਰੈਕਟ ਕਰੇਗੀ ਵੀ ਤੁਸੀਂ ਕਲੈਕਟਰ ਕੋਲ ਜਾ ਕੇ ਜਿਹੜੀ ਇਹ ਅਮਾਊਂਟ ਹੈਗੀ ਹੈ ਤੁਸੀਂ ਪੇ ਕਰ ਸਕਦੇ ਹੋ। ਕਲੈਕਟਰ ਵੱਲੋਂ ਜਿਹੜਾ ਆਰਡਰ ਹੈਗਾ ਇਹ ਹੋਲਡ ਕਰਕੇ ਰੱਖਿਆ ਜਾਵੇਗਾ ਤੇ ਸਿੱਧੇ ਤੌਰ ਤੇ ਹੀ ਉਸ ਵਿਅਕਤੀ ਵੱਲੋਂ ਜਿਹੜੀ ਪੇਮੈਂਟ ਜਮ੍ਹਾਂ ਕਰਵਾ ਕੇ, ਠੀਕ ਹੈ, ਉਹ ਕੋਰਟ ਨੂੰ ਭੇਜੀ ਜਾਏਗੀ। ਨੈਕਸਟ ਹੈ ਕੁਐਸਚਨਸ ਰਿਗਾਰਡਿੰਗ ਸਕਸੈਸ਼ਨ। ਕਹਿੰਦਾ ਜੀ ਕੁਐਸਚਨਸ ਰਿਗਾਰਡਿੰਗ ਸਕਸੈਸ਼ਨ ਦੇ ਪ੍ਰਤੀ ਕੋਈ ਡਿਸਪਿਊਟ ਕ੍ਰੀਏਟ ਹੁੰਦਾ ਹੈ, ਕਿਸੇ ਜਗੀਰਦਾਰ ਦੀ ਡੈਥ ਹੋ ਜਾਂਦੀ ਹੈ, ਉਹਦਾ ਜਿਹੜਾ ਸਕਸੈਸ਼ਨ ਹੈ ਉਹ ਕਿਵੇਂ ਹੋਣਾ ਹੈ, ਉਹਦੇ ਸੰਬੰਧੀ ਜੇ ਕੋਈ ਕੁਐਸਚਨਸ ਕ੍ਰੀਏਟ ਹੁੰਦੇ ਨੇ, ਕੋਈ ਝਗੜਾ ਪੈਦਾ ਹੁੰਦਾ ਪਾਰਟੀਆਂ ਦੇ ਵਿਚਕਾਰ ਆਪਸ ਦੇ ਵਿੱਚ, ਫੈਮਿਲੀ ਮੈਂਬਰਾਂ ਦੇ ਵਿਚਕਾਰ, ਤਾਂ ਜਿਹੜਾ ਲੈਂਡ LAM ਦਾ ਜਿਹੜਾ ਪੈਰਾ ਹੈਗਾ ਉਹ 171 ਹੈਗਾ ਉਹ ਦੇਖਿਆ ਜਾ ਸਕਦਾ ਹੈ। ਜ਼ਿਆਦਾਤਰ ਤਾਂ ਇਹ ਹੈਗਾ ਵੀ ਕੋਈ ਟਰਬਲ ਨਹੀਂ ਹੋਣੀ ਚਾਹੀਦੀ। ਟਰਮਸ ਆਫ ਦਾ ਗ੍ਰਾਂਟ ਕਲੀਅਰਲੀ ਇੰਡੀਕੇਟ, ਜਿਹਨੇ ਟਰਮਸ ਹੁੰਦੀਆਂ ਨੇ ਜਿਹੜੀਆਂ ਸੰਦ ਦੇ ਵਿੱਚ ਲਿਖੀਆਂ ਹੁੰਦੀਆਂ ਨੇ, ਉਹ ਟਰਮਸ ਐਂਡ ਕੰਡੀਸ਼ਨ ਦੇ ਮੁਤਾਬਕ ਹੀ ਜਿਹੜੀ ਹੈਗੀ ਆ ਉਹ ਸਕਸੈਸ਼ਨ ਉਹਦਾ ਹੁੰਦਾ ਹੈਗਾ। ਹੂ ਇਜ਼ ਦਾ ਸਕਸੈਸਰ ਇਹ ਸਾਰਾ ਦੱਸਿਆ ਜਾਂਦਾ ਉਹਦੇ ਵਿੱਚ। ਫਿਰ ਵੀ ਜੇ ਕੋਈ ਕੁਐਸਚਨ ਅਰਾਈਜ਼ ਹੁੰਦਾ ਹੈ, ਜੇਕਰ ਫਿਰ ਵੀ ਉਹਦੀ ਸਨਦ ਦੇਖ ਕੇ ਕੋਈ ਡਿਸੀਜਨ ਨਹੀਂ ਹੋ ਪਾਉਂਦਾ ਹੈਗਾ ਤਾਂ DC ਹੈਗਾ, ਕਲੈਕਟਰ ਹੈਗਾ, ਮਸਟ ਪਰਸਨਲੀ ਉਹ ਕੁਐਸਚਨ ਡਿਸਾਈਡ ਕਰਦਾ, ਤਾਂ DC ਕੋਲੇ ਪਾਵਰ ਹੈਗੀ ਹੈ। DC ਮਸਟ ਪਰਸਨਲੀ ਸੈਟਿਸਫਾਈ ਹਿਮ ਰਿਗਾਰਡਿੰਗ ਦਾ ਟਰਮਸ ਐਂਡ ਦਾ ਕੰਡੀਸ਼ਨਸ ਆਫ ਦਾ ਜਿਹੜਾ ਸਨਦ ਦਾ ਆਰਡਰ ਹੈਗਾ ਉਹ ਦੇਖ ਕੇ ਕਲੈਕਟਰ ਵੱਲੋਂ ਇਹ ਡਿਸੀਜਨ ਕੀਤਾ ਜਾਵੇਗਾ ਜੇ ਕੋਈ ਡਿਸਪਿਊਟ ਕ੍ਰੀਏਟ ਹੋ ਜਾਂਦਾ ਹੈ। ਪੈਰਾ 15 ਹੈਗਾ ਪਾਵਰ ਆਫ ਸੈਂਕਸ਼ਨ ਆਫ DC ਟੂ ਸੈਂਕਸ਼ਨ ਸਕਸੈਸ਼ਨ ਟੂ ਦਾ ਅਸਾਈਨਮੈਂਟ। ਜੇ ਕੋਈ ਜਿਹੜੀ ਅਸਾਈਨਮੈਂਟ ਹੈਗੀ ਹੈ, ਠੀਕ ਹੈ, ਉਹਦੀ ਜਿਹੜੀ ਸਕਸੈਸ਼ਨ ਹੈ, ਉਹਦੀ ਜਿਹੜੀ ਸੈਂਕਸ਼ਨ ਹੈਗੀ ਹੈ ਉਹ ਸੈਂਕਸ਼ਨ ਵੀ ਕਲੈਕਟਰ ਵੱਲੋਂ ਹੋਏਗੀ।
ਐਜ਼ ਪਰ ਦਾ ਟਰਮਸ ਐਂਡ ਦਾ ਕੰਡੀਸ਼ਨਸ, ਜਿਹੜੀਆਂ ਟਰਮਸ ਹੋਣਗੇ ਉਹਦੇ ਆਧਾਰ ਤੇ ਜਿਹੜਾ ਹੈਗਾ ਸਕਸੈਸ਼ਨ ਹੋਏਗਾ। ਲੈਂਡ ਰੈਵਨਿਊ ਆਫ ਦਾ one or more states, ਇੱਕ ਸਟੇਟ ਦੇ ਸੰਬੰਧ ਵਿੱਚ ਹੈ, ਜੇ ਦੋ ਸਟੇਟ ਦੇ ਸੰਬੰਧ ਵਿੱਚ ਹੈ, ਠੀਕ ਹੈ, ਇਹ ਕਲੈਕਟਰ ਵੱਲੋਂ ਡਿਸਾਈਡ ਕੀਤਾ ਜਾਵੇਗਾ। ਪੈਰਾ 16 ਚ ਹੈ, ਸੈਕਸ਼ਨ ਟੂ ਦਾ ਸਕਸੈਸ਼ਨ ਟੂ ਦਾ ਅਸਾਈਨਮੈਂਟ ਆਫ ਦਾ ਐਂਟਾਇਰ ਸਟੇਟ, ਸਾਰੀ ਜਿਹੜੀ ਸਟੇਟ ਹੈਗੀ ਹੈ ਉਹਦੇ ਸੰਬੰਧ ਵਿੱਚ ਕਮਿਸ਼ਨਰ ਮੇ ਸੈਂਕਸ਼ਨ ਦਾ ਸਕਸੈਸ਼ਨ ਆਫ ਦਾ ਹੇਅਰਸ। ਜਿੱਥੇ ਕਿਤੇ ਸਾਰੀ ਕੋਈ ਐਂਟਾਇਰ ਸਟੇਟ ਦੀ ਗੱਲ ਕੀਤੀ ਗਈ ਹੈ, ਉੱਥੇ ਸਕਸੈਸ਼ਨ ਹੋਣਾ ਹੈਗਾ ਕਿਸੇ ਜ਼ਗੀਰਦਾਰ ਦਾ, ਤਾਂ ਕਮਿਸ਼ਨਰ ਕੋਲ ਪਾਵਰ ਦਿੱਤੀ ਗਈ ਹੈ ਇਨ ਅਕੋਰਡੈਂਸ ਟਰਮਸ ਐਂਡ ਕੰਡੀਸ਼ਨਸ। ਜਿਹੜੀ ਵੀ ਸਨਦ ਹੈਗੀ ਆ ਉਹ 'ਚ ਜੋ ਟਰਮਸ ਐਂਡ ਕੰਡੀਸ਼ਨ ਹੈਗੀਆਂ ਨੇ ਤਾਂ ਕਮਿਸ਼ਨਰ ਵੱਲੋਂ ਡਿਸਾਈਡ ਕੀਤਾ ਜਾਵੇਗਾ। ਨੈਕਸਟ ਹੈ ਗ੍ਰਾਂਟਸ ਹੈਲਡ ਡਿਊਰਿੰਗ ਦਾ ਪਲੀਅਰ ਆਫ ਦਾ ਗਵਰਨਮੈਂਟ। ਇਹ ਗ੍ਰਾਂਟ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਦੀ ਮਰਜ਼ੀ ਹੈਗੀ ਹੈ। ਇਨ ਕੇਸ ਅਸਾਈਨਮੈਂਟ ਆਫ ਦਾ ਲੈਂਡ ਰੈਵਨਿਊ ਰਿਲੀਜ਼ਡ, the FC is empowered to sanction the succession, to grant annual value ₹50. If the value above ₹50, state government ਕੋਲ ਜਿਹੜੀ ਹੈਗੀ ਫਿਰ ਪਾਵਰ ਆ ਜਾਂਦੀ ਹੈ। ਇੰਟਰਪ੍ਰੀਟੇਸ਼ਨ ਆਫ ਟਰਮ ਸਕਸੈਸ਼ਨ ਟੂ ਹੇਅਰਸ ਮੇਲ ਦੀ ਗੱਲ ਆਪਾਂ ਕਰ ਸਕਿਆ ਪਹਿਲਾਂ, ਕਿਹੜਾ ਮੇਲ ਮੈਂਬਰ ਹੋਏਗਾ। ਇਹ ਜ਼ਿਆਦਾਤਰ ਹੈਗਾ ਮੇਲ ਮੈਂਬਰ ਆਫ ਦਾ ਇਸ਼ੂ ਸਿੰਗਲ ਹੇਅਰ ਗ੍ਰਾਂਟ, ਜਿਹੜੀ ਡਿਸੈਂਡੈਂਟ ਕੋਲ ਚਲੀ ਜਾਂਦੀ ਹੈ ਔਨ ਦਾ ਡੈਥ ਆਫ ਦਾ, ਜ਼ਗੀਰਦਾਰ ਦੀ ਮੌਤ ਹੋਣ ਉਪਰੰਤ ਜਿਹੜਾ ਅਗਲੀ ਜਿਹੜੀ ਪੀੜ੍ਹੀ ਹੁੰਦੀ ਹੈ ਉਹਦਾ ਜਿਹੜਾ ਮੇਲ ਮੈਂਬਰ ਹੈਗਾ, ਠੀਕ ਹੈ, ਉਹ 'ਚ ਸਕਸੈਸ਼ਨ ਚਲਾ ਜਾਂਦਾ ਹੈ। ਫਿਰ ਇਹਦਾ 19 ਦੇ ਵਿੱਚ ਸਕਸੈਸ਼ਨ ਇਨ ਕੇਸ ਆਫ ਸਮਾਲ ਗ੍ਰਾਂਟਸ ਫਾਰ ਦਾ ਸਰਵਿਸ ਟੂ ਬੀ ਪਰਫਾਰਮਡ, ਜਿੱਥੇ ਛੋਟੀਆਂ ਗ੍ਰਾਂਟ ਕਿਸੇ ਨੂੰ ਦਿੱਤੀ ਗਈ ਹੋਵੇ, 20 ਰੁਪਏ ਤੱਕ ਦੀ ਗ੍ਰਾਂਟ ਦਿੱਤੀ ਗਈ ਹੋਵੇ, ਪੈਟੀ ਗ੍ਰਾਂਟਸ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦੀ ਵੈਲਿਊ 20 ਰੁਪਏ ਤੱਕ ਦੀ ਹੋਵੇ। ਫਾਰ ਦਾ ਸਰਵਿਸ ਫਾਰ ਦਾ ਵਿਲੇਜ ਕਮਿਊਨਿਟੀ, ਕਿਸੇ ਨੇ ਕੋਈ ਪਿੰਡ ਦੀ ਕਮਿਊਨਿਟੀ ਦੇ ਲਈ ਕੋਈ ਕੰਮ ਕੀਤਾ ਹੋਵੇ। ਨਾਟ ਸਪਲਿਟ ਅਪ ਆਊਟ, ਇਹ ਵਾਪਸ ਨਹੀਂ ਲਈਆਂ ਜਾਂਦੀਆਂ, ਜਨਰੇਸ਼ਨ ਟੂ ਜਨਰੇਸ਼ਨ ਚੱਲਦੀਆਂ ਰਹਿੰਦੀਆਂ ਨੇ, ਬਾਈ ਵਨ ਇੰਡੀਵਿਜੂਅਲ ਓਨਲੀ, ਠੀਕ ਹੈ। ਇੰਡਸਟ ਹੇਅਰ ਵੀ ਡਿਸੀਜ਼ਡ, ਜਦੋਂ ਵੀ ਕੋਈ ਬੰਦਾ ਦੀ ਡੈਥ ਹੁੰਦੀ ਹੈ, ਜਿਹੜੀਆਂ ਛੋਟੀਆਂ ਪੈਟੀ ਗ੍ਰਾਂਟਸ ਹੁੰਦੀਆਂ ਨੇ ਇਹ ਪੀੜ੍ਹੀ ਦਰ ਪੀੜ੍ਹੀ ਚੱਲੀ ਜਾਂਦੀਆਂ ਨੇ, ਜਿਹੜਾ ਫੈਮਿਲੀ ਦਾ ਸਭ ਤੋਂ ਵੱਡਾ ਮੈਂਬਰ ਹੁੰਦਾ ਉਹਨੂੰ ਦਿੱਤੀ ਜਾਂਦੀ ਹੈ। ਨੈਕਸਟ ਹੈਗਾ ਪੈਰਾ 20 ਦੇ ਵਿੱਚ ਕੀ ਹੈਗਾ, ਸਕਸੈਸ਼ਨ ਟੂ ਸਮਾਲ ਗ੍ਰਾਂਟਸ ਅਸਾਈਨ ਟੂ ਦਾ ਸੈਪਰੇਟ ਪਰਸਨਸ ਫਾਰ ਦੇਅਰ ਲਾਈਵਸ। ਪੈਟੀ ਗ੍ਰਾਂਟਸ ਹੋਈ 20 ਰੁਪਏ ਤੱਕ ਦੀਆਂ ਜਿਹੜੀਆਂ ਹੁੰਦੀਆਂ ਨੇ, ਵੈਨ ਅਸਾਈਨਡ ਟੂ ਆਰ ਮੋਰ ਇੰਡੀਵਿਜੂਅਲ, ਜਦੋਂ ਇੱਕ ਜਾਂ ਦੋ ਵਿਅਕਤੀ ਨੂੰ ਅਸਾਈਨ ਕੀਤੀ ਜਾਂਦੀ ਹੈ। ਫਾਰ ਦਾ ਸਿੰਗਲ ਜਨਰੇਸ਼ਨ, ਜਿੱਥੇ ਸਿੰਗਲਾਈਜੇਸ਼ਨ ਦੀ ਗੱਲ ਕੀਤੀ ਗਈ ਹੈ, ਫਿਰ ਜਦੋਂ ਵਿਅਕਤੀ ਡੈਥ ਹੋ ਜਾਂਦੀ ਹੈ ਤਾਂ ਉਹ ਜਿਹੜੀ ਹੈਗੀ ਹੈ ਜਿਹੜੀ ਗ੍ਰਾਂਟ ਹੈ ਖਤਮ ਹੋ ਜਾਂਦੀ ਹੈ। ਡੈਥ ਆਫ ਦਾ ਲਾਸਟ ਇੰਡੀਵਿਜੂਅਲ ਹੋਲ ਵਿਲ ਲੈਪਸ। ਅੱਗੇ ਹੈਗਾ ਪੈਰਾ 21 ਦੇ ਵਿੱਚ ਕੀ ਹੈ, ਸਕਸੈਸ਼ਨ ਟੂ ਗ੍ਰਾਂਟਸ ਫਾਰ ਦਾ, ਇਹ ਮੇਰੇ ਖਿਆਲ ਹੁਣ ਕੋਈ ਐਵੇਂ ਸਾਰਾ ਕੁਛ ਸਿਸਟਮ ਅਨਸੈਸਰੀ ਲੱਗ ਰਿਹਾ ਮੈਨੂੰ। ਸਕਸੈਸ਼ਨ ਟੂ ਗ੍ਰਾਂਟਸ ਫਾਰ ਦਾ ਰਿਲੀਜੀਅਸ ਇੰਸਟੀਟਿਊਸ਼ਨਸ, ਜਿਹੜੇ ਰਿਲੀਜੀਅਸ ਇੰਸਟੀਟਿਊਸ਼ਨਸ ਹੁੰਦੇ ਨੇ, ਧਾਰਮਿਕ ਅਦਾਰੇ ਹੁੰਦੇ ਨੇ, ਉਹਨਾਂ ਨੂੰ ਕੋਈ ਗ੍ਰਾਂਟ ਦਿੱਤੀ ਜਾਂਦੀ ਹੈ, ਕੋਈ ਜ਼ਮੀਨ ਦਿੱਤੀ ਜਾਂਦੀ ਹੈ, ਜਾਂ ਕੋਈ ਲੈਂਡ ਨੂੰ ਉਹਨਾਂ ਦਾ ਮਾਫ ਕੀਤਾ ਜਾਂਦਾ ਹੈ, ਤਾਂ ਉਹਦੇ ਵਿੱਚ ਨਾਟ ਪਾਰਟ ਆਫ ਦਾ ਡੀਸੀ ਡਿਊਟੀ ਟੂ ਸੈਟਲ, ਉੱਥੇ ਕਹਿੰਦੇ ਡੀਸੀ ਦੀ ਡਿਊਟੀ ਨਹੀਂ ਹੈਗੀ ਉਹਦੀ, ਜਿਹੜੀ ਉੱਥੇ ਕੋਈ ਮੈਨੇਜਮੈਂਟ ਹੁੰਦੀ ਹੈ ਉਹਨਾਂ ਦੀ, ਉਹਦੀ ਸਕਸੈਸ਼ਨ ਕਿਵੇਂ ਜਾਣੀ ਹੈ। ਅੱਗੇ ਪਹਿਲਾਂ ਪ੍ਰਧਾਨ ਕੌਣ ਸੀ, ਪਹਿਲਾਂ ਮੈਨੇਜਰ ਕੌਣ ਸੀ, ਫਰਦਰ ਕੌਣ ਮੁਹਤਮ ਬਣ ਗਿਆ, ਕੌਣ ਅੱਗੇ ਕੌਣ ਚਲਾ ਗਿਆ, ਠੀਕ ਹੈ। ਤੇ ਇੱਥੇ ਵਿੱਚ ਹੈਗਾ ਕਲੈਕਟਰ ਵਿਲ ਡਿਸਾਈਡ ਮੇ ਸਸਪੈਂਡ ਟਿਲ ਕੇ, ਜੇ ਕੋਈ ਉਹ ਧਾਰਮਿਕ ਕਿਸੇ ਅਦਾਰੇ ਦਾ, ਕਿਸੇ ਗੁਰਦੁਆਰੇ ਦਾ, ਕਿਸੇ ਮੰਦਿਰ ਦਾ ਕੋਈ ਕੇਸ ਚੱਲ ਪਿਆ ਕਿਸੇ ਸਿਵਲ ਕੋਰਟ ਦੇ ਵਿੱਚ, ਤਾਂ ਉਨੀ ਦੇਰ ਤੱਕ ਜਿਹੜੀ ਇਹ ਗ੍ਰਾਂਟ ਹੈਗੀ ਹੈ ਸਸਪੈਂਡ ਕੀਤੀ ਜਾਂਦੀ ਹੈ ਕਲੈਕਟਰ ਵੱਲੋਂ ਵੀ। ਜਦੋਂ ਇਹਨਾਂ ਦਾ ਫੈਸਲਾ ਹੋਏਗਾ ਤਾਂ ਫਿਰ ਉੱਥੇ ਦਿੱਤੀ ਜਾਏਗੀ। ਨੈਕਸਟ ਹੈ ਬਾਈ ਸਕਸੈਸ਼ਨ ਟੂ ਦਾ ਮਿਲਟਰੀ ਜ਼ਗੀਰਸ, ਜੇ ਕਿਸੇ ਨੂੰ ਕੋਈ ਮਿਲਟਰੀ ਜ਼ਗੀਰ ਦਿੱਤੀ ਜਾਂਦੀ ਸੀ ਤਾਂ ਉਹਦਾ ਸਕਸੈਸ਼ਨ ਕਿਵੇਂ ਹੋਣਾ ਹੈਗਾ। ਇਹ ਜਿਹੜਾ ਇਹ ਜ਼ਗੀਰ ਐਕਟ ਹੈਗਾ, ਉਹ ਜ਼ਗੀਰ ਐਕਟ 1941 ਹੈਗਾ, ਉਹਦੇ ਵਿੱਚ ਦੇਖਿਆ ਜਾ ਸਕਦਾ ਹੈਗਾ। ਲੈਂਡ ਰੈਵਨਿਊ ਅਸਾਈਨਮੈਂਟ ਵੈਨ ਰਿਜ਼ਿਊਮਡ, ਕਦੋਂ ਰਿਜ਼ਿਊਮ ਕੀਤੀ ਜਾ ਸਕਦੀ ਹੈ ਲੈਂਡ ਦੀ ਜਿਹੜੀ ਅਸਾਈਨਮੈਂਟ ਹੈ, ਕਦੋਂ ਰਿਜ਼ਿਊਮ ਕੀਤੀ ਜਾ ਸਕਦੀ ਹੈ। ਇਹ ਐਲਐਮ ਦੇ ਪੈਰਾ ਅਸੀਂ ਪੜਾਂਗੇ ਕਿ ਜਾ ਕੇ 176 ਤੋਂ 182 ਆਪਾਂ ਉੱਪਰ ਵੀ ਦੇਖ ਕੇ ਗਏ ਹਾਂ, ਠੀਕ ਹੈ। ਉਹਦੇ ਵਿੱਚ ਕਹਿੰਦੇ ਦੇਖਿਆ ਜਾ ਸਕਦਾ ਹੈ। ਫਿਰ ਪੈਰਾ 24 ਕੀ ਹੈ, FC ਹੈਜ਼ ਪਾਵਰ ਟੂ ਰਿਜ਼ਿਊਮ ਐਨੀ ਗ੍ਰਾਂਟ ਵੈਲਿਊ ₹50, ਕਿਸੇ ਨੂੰ ਕੋਈ ਗ੍ਰਾਂਟ ਦਿੱਤੀ ਗਈ ਸੀਗੀ, ਠੀਕ ਹੈ, ਉਹਦੀ ਜਿਹੜੀ ਪਾਵਰ ਹੈਗੀ ਉਹ FC ਕੋਲੇ ਹੈਗੀ ਹੈ। ਜੇ 50 ਰੁਪਏ ਤੱਕ ਦੀ ਗ੍ਰਾਂਟ ਕਿਸੇ ਨੂੰ ਦਿੱਤੀ ਗਈ ਸੀ, ਉਹ ਰਿਜ਼ਿਊਮ ਕਰਨੀ ਹੈ, ਵਾਪਸ ਲੈਣੀ ਹੈ, ਅੱਗੇ ਵਾਸਤੇ ਬੰਦ ਕਰਨੀ ਹੈ, ਤਾਂ FCR ਕੋਲ ਪਾਵਰ ਹੈ। ਜੇ ਕੋਈ 50 ਰੁਪਏ ਤੋਂ ਜ਼ਿਆਦਾ ਦੀ ਗ੍ਰਾਂਟ ਕਿਸੇ ਨੂੰ ਦਿੱਤੀ ਗਈ ਹੈ ਤਾਂ ਜਿਹੜਾ ਹੈਗਾ ਇਹ ਆਰਡਰ ਹੈ ਸਰਕਾਰ ਵੱਲੋਂ ਕੀਤਾ ਜਾਂਦਾ ਹੈਗਾ, ਥਰੂ ਦਾ FCR ਆਰਡਰ ਜਾਏ, ਥਰੂ ਦਾ FCR ਬੋਰਡ ਜਾਏਗੀ ਤਾਂ ਸਰਕਾਰ ਵੱਲੋਂ ਜਿਹੜਾ ਵਾਪਸ ਲੈਣ ਦਾ ਆਰਡਰ ਹੋਏਗਾ।
ਨੈਕਸਟ ਹੈ ਆਰਡਰਸ ਰਿਲੇਟਿੰਗ ਟੂ ਦਾ ਲੈਪਸਸ ਆਫ ਦਾ ਅਸਾਈਨਮੈਂਟ, ਜਿੱਥੇ ਕਿਤੇ ਅਸਾਈਨਮੈਂਟਸ ਲੈਪਸਸ ਹੋ ਜਾਂਦੀਆਂ ਨੇ। collector is competent to enforce the lapse of term। ਟਰਮ ਐਕਸਪਾਇਰ ਹੋ ਗਈ ਅਸਾਈਨਮੈਂਟ ਦੀ ਤਾਂ ਕਲੈਕਟਰ ਕੋਲ ਪਾਵਰ ਹੈਗਾ ਕੋਲੋਂ ਇਨਫੋਰਸ ਕਰਨੀ ਹੈ ਟੂ ਅਰੇਂਜ ਫਾਰ ਦਾ ਅਸਾਈਨਮੈਂਟ ਆਫ ਦਾ ਲੈਂਡ ਟੂ ਡਿਟਰਮਿਨ ਦਾ ਅਮਾਊਂਟ। ਇਨ ਸਰਟਨ ਕੇਸਸ ਅਸਾਈਨਮੈਂਟ ਫਾਰ ਲਾਈਫ ਹੁੰਦੀ ਹੈ, ਕਿਸੇ ਗ੍ਰਾਂਟਸ ਔਨ ਦਾ ਅਕਾਊਂਟ ਆਫ ਦਾ ਸਰਵਿਸ ਵੀ ਨੋ ਰਿਜ਼ਿਊਮ, ਜਿੱਥੇ ਕਿਤੇ ਸਰਵਿਸ ਦੀ ਗ੍ਰਾਂਟ ਹੈਗੀ ਹੈ, ਕਿਸੇ ਨੇ ਪਬਲਿਕ ਉਹਦੇ ਲਈ ਕੀਤੀ ਹੈਗੀ ਹੈ, ਡਿਊਟੀ ਕੀਤੀ ਹੈ, ਸਰਵਿਸ ਕੀਤੀ ਹੈ, ਉੱਥੇ ਕਹਿੰਦੇ ਵਾਪਸ ਨਹੀਂ ਕੀਤੀਆਂ ਜਾਂਦੀਆਂ। 26 ਦੇ ਵਿੱਚ ਕਿਹਾ ਹੈ ਪ੍ਰੋਸੀਜਰ ਔਨ ਦਾ ਡਿਸਕਵਰੀ ਆਫ ਅਨਰਿਪੋਰਟਡ ਲੈਪਸਸ, ਜਿੱਥੇ ਕਿਤੇ ਕਹਿੰਦੇ ਗ੍ਰਾਂਟ ਲੈਪਸ ਹੋ ਚੁੱਕੀ ਹੈਗੀ ਆ ਪਰ ਉਹਦੀ ਰਿਪੋਰਟ ਨਹੀਂ ਹੋਈ ਹੈਗੀ। ਹਰ ਜਿੱਥੇ ਆਪਾਂ ਗੱਲ ਕਰਦੇ ਹਾਂ ਵੀ ਕਿਸੇ ਜ਼ਗੀਰਦਾਰ ਦੀ ਡੈਥ ਹੋ ਜਾਂਦੀ ਹੈ, ਠੀਕ ਹੈ, ਇੱਦਾਂ ਕਿਸੇ ਪੈਨਸ਼ਨ ਲੈਣ ਵਾਲੀ ਦੀ ਡੈਥ ਹੋ ਜਾਂਦੀ ਹੈ, ਜਿਹਦੀ ਰਿਪੋਰਟ ਹੈਗੀ ਆ ਪਟਵਾਰੀ ਹਲਕਾ ਥਰੂ ਹੋ ਕੇ ਉਹ ਕਲੈਕਟਰ ਕੋਲ ਆਉਂਦੀ ਹੈ, ਤਾਂ ਕਿ ਉਹਦੀ ਜਿਹੜੀ ਸੈਲਰੀ ਆ ਫਰਦਰ ਕਿਸੇ ਨੰਬਰਦਾਰ ਦੀ ਡੈਥ ਹੋ ਜਾਂਦੀ ਹੈ, ਉਹਦੀ ਰਿਪੋਰਟ ਹੈ ਉਹ ਤਹਿਸੀਲਦਾਰ ਕੋਲ ਆਉਂਦੀ ਹੈ, ਤਾਂ ਕਿ ਜਿਹੜੀ ਉਹਦੀ ਰਿਮੂਨਰੇਸ਼ਨ ਦਿੱਤੇ ਜਾਂਦੇ ਹੈਗੇ ਆ ਉਹ ਫਿਰ ਬੰਦ ਕੀਤੇ ਜਾ ਸਕਣ। ਇਸ ਤਰੀਕੇ ਇੱਥੇ ਪਟਵਾਰੀ ਹਲਕਾ ਦੇ ਵਿਲੇਜ ਹੈਡਮੈਨ ਨੂੰ ਕਿਹਾ ਗਿਆ ਹੈਗਾ ਸ਼ੁੱਡ ਬੀ ਕਾਲਡ ਫਾਰ ਦੇਅਰ ਨੈਗਲੈਕਟ ਆਫ ਦਾ ਡਿਊਟੀ, ਵੀ ਉਹਨਾਂ ਨੇ ਇਹ ਇਨਫੋਰਮੇਸ਼ਨ ਕਿਉਂ ਨਹੀਂ ਦਿੱਤੀ ਹੈਗੀ ਜਿਹੜੀ ਕਿ ਦਿੱਤੀ ਜਾਣੀ ਬੰਦ ਸੀ। ਫਿਰ ਉਹਦੀ ਜੇ ਕੋਈ ਗਲਤ ਲੈ ਗਿਆ ਕੋਈ ਰਿਕਵਰੀ ਸ਼ੁੱਡ ਬੀ ਮੇਡ, ਤਾਂ ਜੇ ਕੋਈ ਗਲਤ ਲੈ ਗਿਆ ਹੈਗਾ ਇੱਦਾਂ ਦੀ ਮਤਲਬ ਕਿ ਗ੍ਰਾਂਟ ਲੈ ਗਿਆ ਮਤਲਬ ਕਿ ਤਾਂ ਉਹ ਤੋਂ ਰਿਕਵਰੀ ਕੀਤੀ ਜਾ ਸਕਦੀ ਹੈ। ਇੰਟਾਇਰ ਸਟੇਟ ਔਨ ਲੈਪਸ ਔਰ ਰਿਜ਼ੰਪਸ਼ਨ ਆਫ ਅਸਾਈਨਮੈਂਟ ਆਫ ਲੈਂਡ ਰੈਵਨਿਊ, ਜਿੱਥੇ ਕਿਤੇ ਸਾਰੀ ਸਟੇਟ ਦਾ ਜਿਹੜਾ ਹੈਗਾ ਲੈਂਡ ਰੈਵਨਿਊ ਸਾਈਨ ਕੀਤਾ ਗਿਆ ਸੀ ਔਰ ਰਿਜ਼ਿਊਮ ਹੋ ਚੁੱਕਿਆ, वन और मोर स्टेट्स ਦਾ ਹੋ ਚੁੱਕਿਆ, ਚਾਹੇ ਇਹ ਨਿਊ ਸੈਟਲਮੈਂਟ ਵੀ ਨੈਸੈਸਰੀ, ਤਾਂ ਫਿਰ ਦੁਬਾਰਾ ਇੱਕ ਵਾਰੀ ਉਹ ਸਾਰਾ ਰਿਜ਼ਿਊਮ ਹੋ ਗਿਆ, ਫਿਰ ਦੁਬਾਰਾ ਕਹਿੰਦੇ ਸੈਟਲਮੈਂਟ ਦੀ ਜ਼ਰੂਰਤ ਹੈਗੀ ਹੈ। ਐਜ਼ ਜ਼ਗੀਰ ਵਿਲੇਜ, ਜਿੱਥੇ ਕਹਿੰਦੇ ਪਿੰਡਾਂ ਦੇ ਜਿਹੜੇ ਜ਼ਗੀਰ ਦੇ ਪਿੰਡ ਹੁੰਦੇ, ਜ਼ਗੀਰਦਾਰ ਦੇ ਜਿਹੜੇ ਪਿੰਡ ਹੁੰਦੇ ਨੇ ਆਲਰੇਡੀ ਸੈਟਲਡ ਵਿਦ ਓਨਰਸ, ਕਹਿੰਦੇ ਉਹਨਾਂ ਨੇ ਮਾਲਕਾਂ ਦੇ ਨਾਲ ਪਹਿਲਾਂ ਸੈਟਲਮੈਂਟ ਕਰ ਲਈ ਹੈਗੀ, ਉੱਥੇ ਜ਼ਰੂਰਤ ਨਹੀਂ ਹੈਗੀ। ਸਟੇਟਸ ਔਰ ਸਟੇਟਸ ਵਿਲ ਬੀ ਐਂਟਰਡ ਇਨ ਹਾਫ ਈਅਰਲੀ ਰਿਟਰਨਸ, ਹਾਫ ਈਅਰਲੀ ਰਿਟਰਨਸ ਜਿਹੜੀਆਂ ਹੈਗੀਆਂ ਨੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜਿਹੜੀ ਜ਼ਗੀਰ ਦਿੱਤੀ ਜਾਂਦੀ ਹੈ, ਕਿਹੜੇ ਕਿਹੜੇ ਪਿੰਡਾਂ ਨੂੰ ਜਿਹੜਾ ਮਾਮਲਾ ਮਾਫ ਕੀਤਾ ਗਿਆ ਹੈਗਾ, ਇਹਦੀ ਜਿਹੜੀ ਹਾਫ ਈਅਰਲੀ ਜਿਹੜੀ ਰਿਟਰਨ ਹੈਗੀ ਆ ਉਹ ਜਿਹੜੀ ਭੇਜੀ ਜਾਂਦੀ ਹੈ ਸਰਕਾਰ ਨੂੰ ਫਾਰ ਇਨਕਲੂਜਨ ਲੈਂਡ ਰੈਵਨਿਊ ਟੂ ਡਿਸਟ੍ਰਿਕਟ ਰੈਵਨਿਊ ਰੋਲ। ਨੈਕਸਟ ਹੈ ਪੈਰਾ 29 ਦੇ ਵਿੱਚ ਕੀ ਹੈ ਸੈਟਲਮੈਂਟ ਵਿਦ ਦਾ ਹੇਅਰਸ ਆਫ ਦਾ ਡਿਸੀਜ਼ਡ, ਮਾਫੀਦਾਰ ਕੋਈ ਮਾਫੀਦਾਰ ਮਰ ਜਾਂਦਾ ਹੈ, ਠੀਕ ਹੈ, ਤਾਂ ਉਹਦੀ ਸੈਟਲਮੈਂਟ ਉਹਦੇ ਵਾਰਸਾਂ ਦੇ ਵਿਚਕਾਰ ਕਿਵੇਂ ਹੁੰਦੀ ਹੈ। ਇਹਦੇ ਪਹਿਲੇ ਸੈਟਲਮੈਂਟ ਮੈਨੂੰ ਹੈਗਾ 180 81 ਉਹ ਪੜ੍ਹਿਆ ਜਾ ਸਕਦਾ ਹੈ। ਪਹਿਲਾਂ 30 ਦੇ ਵਿੱਚ ਸਮਾਲ ਸਮਸ ਨੋਟ ਟੂ ਬੀ ਐਡਡ ਟੂ ਦਾ ਅਸੈਸਮੈਂਟ ਸਟੇਟ, ਜਦੋਂ ਕਿਸੇ ਪਿੰਡ ਦੀ ਅਸੈਸਮੈਂਟ ਹੁੰਦੀ ਹੈ ਨਿੱਕੇ ਨਿੱਕੇ ਅਮਾਊਂਟਸ ਨੂੰ ਕਹਿੰਦਾ ਉਹਦੇ ਇਨਕਲੂਡ ਨਹੀਂ ਕੀਤਾ ਜਾਣਾ ਹੈਗਾ। 30 ਦੇ ਵਿੱਚ 31 ਰਿਜ਼ਿਊਮ ਅਸਾਈਨਮੈਂਟਸ ਟੂ ਸ਼ੇਅਰ ਇਨ ਦਾ ਰਿਡਕਸ਼ਨ ਆਫ ਦਾ ਅਸੈਸਮੈਂਟਸ, ਜਦੋਂ ਕਿਤੇ ਜਿਹੜੀ ਹੈਗੀ ਹੈ ਕਿਸੇ ਪਿੰਡ ਦੀ ਜਿਹੜੀ ਅਸੈਸਮੈਂਟ ਹੈ ਉਹ ਰਿਡਕਸ਼ਨ ਹੋ ਜਾਵੇ ਉਹਦੇ ਵਿੱਚ ਫਲੱਡ ਆਉਣ ਦੇ ਕਾਰਨ, ਠੀਕ ਹੈ, ਗੜੇ ਪੈਣ ਦੇ ਕਾਰਨ, ਜਾਂ ਕੋਈ ਜ਼ਮੀਨ ਦੀ ਬਹੁਤ ਹੀ ਬੇਕਾਰ ਹੋ ਗਈ ਹੈਗੀ ਉਹਦੀ ਰਿਡਕਸ਼ਨ ਹੁੰਦੀ ਹੈ, ਤਾਂ ਜਿਹੜੀ ਰਿਜ਼ੂਮ ਕੀਤੀ ਗਈ ਅਸਾਈਨਮੈਂਟ ਹੈਗੀ ਹੈ ਉਹਦਾ ਵੀ ਉਹਦੀ ਪ੍ਰਪੋਰਸ਼ਨਲੀ ਉਹਦੇ 'ਤੇ ਵੀ ਉਹਦੀ ਇਫੈਕਟ ਪੈਂਦਾ ਹੈਗਾ। ਜਿਵੇਂ ਅਸੈਸਮੈਂਟ ਕਰਨ ਦੇ ਨਾਲ ਜਿਹੜਾ ਮਾਮਲਾ ਘੱਟਦਾ ਵੱਧਦਾ ਹੈਗਾ ਅਸਾਈਨਮੈਂਟਸ ਵੀ ਘੱਟ ਵੱਧ ਜਾਂਦੀ ਹੈਗੀ ਹੈ। ਨੈਕਸਟ ਹੈ ਪੈਰਾ 32 ਦੇ ਵਿੱਚ ਹੇਅਰਸ ਆਫ ਦਾ ਮਾਫੀਦਾਰਸ ਆਰ ਇੰਟਾਈਟਲ ਟੂ ਰਿਸੀਵ ਦਾ ਰੈਵਨਿਊ, ਕਿਸੇ ਮਾਫੀਦਾਰ ਦੀ ਜਿਹੜੀ ਡੈਥ ਹੋ ਜਾਂਦੀ ਹੈ ਤਾਂ ਜਿਹੜੇ ਉਹਦੇ ਹੇਅਰਸ ਹੈਗੇ ਆ ਉਹ ਵੀ ਕਿਸੇ ਜ਼ਮੀਨ ਦੇ ਉੱਪਰ ਮਾਮਲਾ ਮਾਫ ਕੀਤਾ ਗਿਆ। ਅਸਲ ਮਾਲਕ ਦੀ ਡੈਥ ਹੋ ਗਈ ਤਾਂ ਜਿਹੜੀ ਉਹ ਜ਼ਮੀਨ ਹੈ ਉਹਦੇ ਵਾਰਸ ਨੂੰ ਚਲੀ ਗਈ, ਤਾਂ ਜਿਹੜਾ ਮਾਮਲਾ ਹੈਗਾ ਉਹ ਵਾਰਸਾਂ ਨੂੰ ਵੀ ਮਾਫ ਹੋਏਗਾ। ਠੀਕ ਹੈ ਜੀ, ਇਹਦੇ ਨਾਲ ਹੀ ਜਿਹੜਾ ਆਪਣਾ ਅੱਜ ਦਾ ਜਿਹੜਾ ਲੈਕਚਰ ਹੈਗਾ ਇੱਥੇ ਖਤਮ ਕਰਾਂਗੇ। ਜਿਹੜੇ ਚ ਲਿਖਿਆ ਹੁੰਦਾ ਜੈਲਦਾਰ, ਜੈਲਦਾਰ ਵੀ ਜ਼ਿਲ੍ਹੇਦਾਰ ਨੂੰ ਕਿਹਾ ਜਾਂਦਾ ਹੈ। ਜ਼ਿਲ੍ਹੇਦਾਰ ਤਾਂ ਦੇਖੋ ਇਰੀਗੇਸ਼ਨ ਡਿਪਾਰਟਮੈਂਟ 'ਚ ਹੁੰਦਾ ਹੈ, ਠੀਕ ਹੈ ਸਰ, ਠੀਕ ਹੈ, ਉਹ ਇੱਕ ਵੱਖਰੀ ਚੀਜ਼ ਹੈ, ਉਹ ਤਾਂ ਗਵਰਨਮੈਂਟ EMPLOYE ਹੋ ਗਿਆ, ਪਬਲਿਕ ਸਰਵੈਂਟ ਉਹ ਹੋਰ ਚੀਜ਼ ਹੈ। ਇਹ ਜੈਲਦਾਰ ਹੋਰ ਹੁੰਦੇ, ਜਿਵੇਂ ਜ਼ਗੀਰਦਾਰ ਨੇ, ਜੈਲਦਾਰ ਨੇ, ਇਹ ਹੋਰ ਹੁੰਦੇ, ਇਹ ਜ਼ਿਲ੍ਹੇਦਾਰ ਨਹੀਂ ਹੁੰਦੇ। ਜ਼ਿਲ੍ਹੇਦਾਰ ਤਾਂ ਇਰੀਗੇਸ਼ਨ ਡਿਪਾਰਟਮੈਂਟ ਦੇ ਆਫਿਸਰ ਹੁੰਦੇ ਆ। Next we will discuss ਅੱਜ ਟਾਈਮ ਜ਼ਿਆਦਾ ਹੋ ਗਿਆ ਜੀ, ਜਿਹੜੀ ਨੈਕਸਟ ਜਿਹੜੀ ਆਪਾਂ ਉਰਦੂ ਦੀ ਕਲਾਸ ਕਰ ਰਹੇ ਸੀਗੇ। ਇੱਕ ਜਿਹੜੀ ਕੁਝ ਜਿਸ ਬੁੱਕ ਤੋਂ
ਤੁਸੀਂ ਪੜ੍ਹਾਉਂਦੇ ਹੋ ਤੇ ਬਾਹਰਲੇ ਜਿਲਦ ਦੀ ਫੋਟੋ ਭੇਜਿਓ ਮਾੜੇ ਗਰੁੱਪ ਦੇ ਵਿੱਚ, ਜਿਸ ਵੀ ਬੁੱਕ ਤੋਂ ਤੁਸੀਂ ਪੜ੍ਹਾਉਂਦੇ ਹੋ। ਬੁੱਕ ਤਾਂ ਮੇਰੇ ਪਾਸ ਨਹੀਂ ਹੈਗੀ, ਮੈਂ ਤਾਂ ਜਿਹੜੇ ਨੋਟਸ ਲਏ ਹੋਏ ਹੈਗੇ ਉਹਦੇ ਤੋਂ, ਆਪਣਾ ਗੂਗਲ ਤੋਂ, ਉਹ ਲਿੰਕ ਤੁਹਾਨੂੰ Okay ਸੈਂਡ sir, ਕਰ ਦਿੰਦੇ। ਠੀਕ ਹੈ, ਲਿੰਕ ਕੋਈ ਸੈਂਡ ਕਰ problem ਦਿੰਦੇ, ਲਿੰਕ ਸੈਂਡ ਕਰਦਾ, ਲਿੰਕ ਸੈਂਡ ਕਰਦਾ ਇਹਦੇ ਵਿੱਚ, ਆਨਲਾਈਨ ਗਰੁੱਪ ਦੇ ਵਿੱਚ ਨਾ ਲਿੰਕ ਸੈਂਡ ਕਰਦਾ। ਆਪਾਂ ਅੱਜ ਦਾ ਜਿਹੜਾ ਲੈਕਚਰ ਜੀ ਇੱਥੇ, ਅੱਜ ਦੀ ਜਿਹੜੀ ਕਲਾਸ ਹੈਗੀ ਇੱਥੇ ਓਵਰ ਕਰਾਂਗੇ। ਕਲਾਸ ਓਵਰ ਕਰਨ ਤੋਂ ਪਹਿਲਾਂ ਕਿਸੇ ਦਾ ਕੋਈ ਕੁਐਸਚਨ ਕਰ ਸਕਦਾ ਹੈ। ਅੱਜ ਉਰਦੂ ਦੀ ਕਲਾਸ ਨਹੀਂ ਲੱਗੇਗੀ। ਹੈਲੋ ਹਾਂਜੀ ਹਾਂਜੀ ਸਰ, ਸਟੈਂਡਿੰਗ ਆਰਡਰ ਜਿਹੜਾ 7 ਹੈ, ਜੀ, ਇਹਦੀ ਕਾਪੀ ਭੇਜ ਸਕਦੇ ਜੀ? ਇਹ ਸੈਂਡ ਕਰ ਦਾਂਗੇ ਜੀ ਇੱਥੇ। ਕਾਪੀ ਪਾ ਦੇ। ਹਾਂਜੀ ਹਾਂਜੀ, ਪਾ ਦਾਂਗੇ, ਪਾ ਦਾਂਗੇ। ਹਾਂ ਪਾ ਦੇ। ਉਹ ਵੀ ਮੈਨੂੰ ਆ ਮੇਰਾ ਸਟਾਫ ਕਹਿੰਦਾ ਇਹ ਬਾਰ-ਬਾਰ ਫੀਸਾਂ ਦੇ ਸੰਬੰਧ ਵਿੱਚ ਕਈ ਬੰਦੇ ਫੋਨ ਵੀ ਨਹੀਂ ਉਠਾਉਂਦੇ, ਤੇ ਹੁਣ ਤਾਂ ਬਹੁਤ ਟਾਈਮ ਹੋ ਚੁੱਕਿਆ, ਜਿਹਦੀ ਫੀਸ ਕਿਤੇ ਰਹਿੰਦੀ ਹੈ ਉਹ ਆਪਣੀ ਜਮ੍ਹਾਂ ਕਰਵਾਓ। ਤਾਂ ਇਦਾਂ ਬਾਰ-ਬਾਰ ਕਹਿਣਾ ਚੰਗਾ ਨਹੀਂ ਲੱਗਦਾ ਹੁੰਦਾ। ਹੁਣ ਤਾਂ ਬਹੁਤ ਦੇਰ ਹੋ ਚੁੱਕੀ ਹੈ, ਕਾਫੀ ਮੇਰਾ ਖਿਆਲ ਮੇਰੀ ਵੀ ਕੈਲੀਵਰ ਚੈੱਕ ਹੋ ਚੁੱਕਿਆ ਹੋਣਾ। ਠੀਕ ਹੈ ਜੀ, ਠੀਕ ਹੈ ਜੀ, ਕਲਾਸ ਇਜ਼ ਓਵਰ। ਹਾਂਜੀ ਹਾਂਜੀ ਸਰ, ਇਹ ਜਿਹੜਾ ਸਟੈਂਡਿੰਗ ਆਰਡਰ ਪੰਜਾਬੀ ਚ ਨਹੀਂ ਮਿਲ ਸਕਦਾ ਜੀ? ਮੈਨੂੰ ਤਾਂ ਨਹੀਂ ਕਿਤੇ ਦੇਖਿਆ ਜੀ ਪੰਜਾਬੀ ਦੇ ਵਿੱਚ। ਇਹ ਕਦੋਂ ਅਵੇਲੇਬਲ ਹੋ ਜਾਣਗੇ? ਕਿਸੇ ਨੇ ਗਰੁੱਪ 'ਚ ਪਾਇਆ ਹੋਇਆ ਸਰ ਅੱਜ ਤੁਹਾਡੇ ਵਾਲੇ 'ਚ, ਪੰਜਾਬੀ 'ਚ, ਪਰ ਪਤਾ ਨਹੀਂ, ਸਾਨੂੰ ਤਾਂ ਮਿਲਿਆ ਨਹੀਂ ਕਿਸੇ ਨੂੰ। ਹਾਂਜੀ ਹਾਂਜੀ, ਅੱਜ ਦੇ ਪੁੱਛ ਲਓ ਕਿਹਨੇ ਪਾਇਆ ਹੈ, ਤੁਹਾਡੇ ਕੋਲ ਨੰਬਰ ਆ ਗਿਆ ਹੋਏਗਾ, ਦੇਖ ਲੈਂਦੇ ਜੀ। ਹੈ ਨਾ, ਦੇਖ ਲਓ। ਬਲਕਾਰ ਸਿੰਘ ਜੀ ਨੇ ਪਾਇਆ ਹੋਇਆ ਜੀ। ਹਾਂਜੀ, ਬਲਕਾਰ ਸਿੰਘ ਦੇ ਨਾਂ ਤੇ ਹੈ ਮੋਬਾਈਲ ਜੀ। ਹਾਂ ਗੱਲ ਕਰ ਲਓ, ਪੁੱਛ ਲਓ ਕੋਈ ਕਿਤਾਬ ਹੈ ਜਾਂ ਕਿਸੇ ਨੇ ਟ੍ਰਾਂਸਲੇਸ਼ਨ ਕੀਤੀ ਹੋਣੀ ਹੈ। ਬੁੱਕ ਟਾਈਪ ਹੀ ਲੱਗਦਾ ਜੀ, ਟਾਈਪਿੰਗ ਬੁੱਕ ਟਾਈਪ। ਯਾਰ ਉਹ ਜਿਹੜੀਆਂ ਟ੍ਰਾਂਸਲੇਸ਼ਨਸ ਹੁੰਦੀਆਂ ਨੇ ਨਾ, ਇਹ ਕੰਪਿਊਟਰ ਦੀ ਐਪ ਰਾਹੀਂ ਟ੍ਰਾਂਸਲੇਸ਼ਨ ਕੀਤੀਆਂ ਹੁੰਦੀਆਂ, ਇਹਨਾਂ ਦੇ ਜਿਹੜੇ ਸੈਂਸਸ ਕੋਈ ਹੋਰੇ ਨਿਕਲ ਜਾਂਦੀ ਹੈ, ਕਹਿਣਾ ਕੁਝ ਹੋ ਜਾਂਦਾ ਹੁੰਦਾ ਹੈ, ਤੇ ਪੰਜਾਬੀ ਚ ਆ ਕੇ ਫਿਰ ਕੋਈ ਹੋਰੇ ਮਤਲਬ ਨਿਕਲ ਜਾਂਦਾ, ਉਹ ਸਮਝ ਨਹੀਂ ਲੱਗਦਾ, ਸਾਡੇ ਤਾਂ ਬੱਲੇ ਨਹੀਂ ਕੁਝ ਪੈਂਦਾ। ਠੀਕ ਹੈ ਨਾ, ਉਹ ਅੱਜ ਗੂਗਲ ਤੇ ਪਾ ਕੇ ਸਰ ਪੰਜਾਬੀ ਕਰ ਦਿੰਦੇ, ਉਹ ਜਿੱਦਾਂ ਹੁੰਦੀ ਉਦਾਂ ਪੰਜਾਬੀ 'ਚ ਕਨਵਰਟ ਕਰ ਦਿੰਦੇ। ਉਹਦੀ ਫਿਰ ਸੈਂਸ ਉਹ ਉਹ ਨਹੀਂ ਜ਼ਿਆਦਾ ਨਿਕਲਦੀ, ਖਤਮ ਆ ਗਿਆ ਉਹਦਾ ਤਾਂ ਕੁਝ ਹੋਰ ਹੀ, ਕੁਝ ਉਹਦੀ ਮੀਨਿੰਗ ਜਿਹੜੇ ਹੈਗੇ ਨਾ ਉਹ ਨਹੀਂ ਸੂਟੇਬਲ ਨਹੀਂ ਹੁੰਦੇ। ਸੈਂਸ ਨਹੀਂ ਨਿਕਲਦੀ ਉਹਦੀ ਪੂਰੀ ਬਾਤ ਨਾ, ਨਾਟ, ਮੈਂ ਤੁਹਾਨੂੰ ਰਿਕਮੈਂਡ ਨਹੀਂ ਕਰਾਂਗਾ ਵੀ ਤੁਸੀਂ ਉਹ ਪੜ੍ਹੋ, ਪਰ ਚਲੋ ਜੇ ਕਿਸੇ ਨੇ ਹੈਲਪ ਵਜੋਂ ਪੜ੍ਹਨਾ ਤਾਂ ਪੜ੍ਹ ਸਕਦਾ ਹੈਗਾ। ਠੀਕ ਹੈ ਜੀ, ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ। ਬਲਕਾਰ ਸਿੰਘ ਜੀ।